ਬੀਬੀਆਂ ਨੂੰ ਵੀ ਅੰਮ੍ਰਿਤ ਛਕਾਉਣੇ ਆ ਜੀ ਹਾਂਜੀ ਤੇ ਬੰਦਿਆਂ ਨੂੰ ਵੀ ਅੰਮ੍ਰਿਤ ਛਕਾਉਣੇ ਹਾਂਜੀ ਤੇ ਉਸ ਤੋਂ ਬਾਅਦ ਰਾਈਟ ਦੋਨਾਂ ਦੇ ਬਰਾਬਰ ਹੋ ਗਏ ਨੇ ਖਾਲਸੇ ਦੇ ਤੇ ਪਰ ਅਸੀਂ ਪੰਥ ਦੇ ਵਿੱਚ ਜਿਹੜਾ ਦੇਖਣ ਦੇ ਵਿੱਚ ਆਇਆ ਕੁਝ ਕਾਰਨਾਂ ਕਰਕੇ ਬੀਬੀਆਂ ਦਰਬਾਰ ਸਾਹਿਬ ਸੇਵਾ ਨਹੀਂ ਕਰ ਸਕਦੀਆਂ ਬੀਬੀਆਂ ਪੰਜ ਪਿਆਰਿਆਂ ਦੇ ਵਿੱਚ ਅੰਮ੍ਰਿਤ ਨਹੀਂ ਛਕਾ ਸਕਦੀਆਂ ਕੀ ਅੰਮ੍ਰਿਤ ਦੋ ਤਰ੍ਹਾਂ ਦਾ ਹੈ ਕਿ ਅਸੀਂ ਬੀਬੀਆਂ ਨੂੰ ਹੋਰ ਛਕਾਉਂਦੇ ਆ ਤੇ ਬੰਦਿਆਂ ਨੂੰ ਹੋਰ ਛਕਾਉਂਦੇ ਆ ਤੇ ਉਹਨਾਂ ਦੇ ਰਾਈਟ ਅਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਤਲਬ ਤੁਹਾਡੇ ਮੁਤਾਬਕ ਸਾਨੂੰ ਲਾਈਟ ਗੁਰਬਾਣੀ ਦੇ ਮੁਤਾਬਕ ਦੱਸੋ ਜੀ ਗੱਲ ਥੋੜੀ ਜੀ ਲੰਮੀ ਬਣ ਜਾਂਦੀ ਹੈ ਇਹ ਹਾਂਜੀ ਸਵਾਲ ਜਿਹੜਾ ਹੈ ਸਵਾਲ ਇਹ ਨਹੀਂ ਹੈ ਬੀਬੀਆਂ ਨਾਲ ਕਿਸੇ ਵਿਤਕਰੇ ਦਾ ਸਵਾਲ ਇਸ ਚੀਜ਼ ਦਾ ਹੈ ਵੀ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਨੂੰ ਜਿਹੜੀ ਉਹਨਾਂ ਨੇ ਆਪਣੀ 104 ਸਾਲ ਦਰਬਾਰ ਸਾਹਿਬ ਵਿੱਚ ਚਲਾਈ ਗੁਰੂ ਸਾਹਿਬ ਦੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 104 ਸਾਲ ਬਣਦੇ ਆ ਠੀਕ ਹੈ ਜੀ ਇਹਦੇ ਚ ਬੀਬੀ ਵੀਰੋ ਵਰਗੀਆਂ ਬੜੀਆਂ ਮਹਾਨ ਬੀਬੀਆਂ ਗੁਰੂ ਕੀ ਪੁੱਤਰੀ ਹੋਣ ਦਾ ਜਿਨ੍ਹਾਂ ਨੂੰ ਮਾਣ ਸੀ ਉਹ ਵੀ ਕਦੇ ਦਰਬਾਰ ਸਾਹਿਬ ਦੀ ਸੇਵਾ 'ਚ ਨਹੀਂ ਲੱਗੀ ਕਿਉਂ ਬੀਬੀ ਭਾਨੀ ਮਾਤਾ ਭਾਨੀ ਦੀ ਇੰਨੀ ਲੰਗਰ ਦੀ ਸੇਵਾ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਸੇਵਾ ਦੇ ਵਿੱਚ ਕਦੇ ਨਾ ਲੱਗੀ ਨਾ ਇਹ ਸਵਾਲ ਉੱਠਿਆ ਜਿਹੜੀ ਗੁਰੂ ਸਾਹਿਬ ਦੇ ਵੇਲੇ ਮਰਿਆਦਾ ਬਣ ਗਈ ਉਸ ਮਰਿਆਦਾ ਨੂੰ ਅਦਲਾ ਬਦਲੀ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਠੀਕ ਹੈ ਦੇਖੋ ਇਹਦੇ ਵਿੱਚ ਜੇ ਇੱਕ ਮੈਂ ਛੋਟੀ ਜਿਹੀ ਮਿਸਾਲ ਦਿੰਦਾ ਜੇ ਇਹਨੂੰ ਕੋਈ ਵਿਤਕਰਾ ਸਮਝਦਾ ਹੈ ਨਾ ਤਾਂ ਮੈਂ ਇਹਦੀ ਇੱਕ ਮਿਸਾਲ ਦਿੰਦਾ ਠੀਕ ਹੈ ਅੰਮ੍ਰਿਤ ਬਣਾਉਣ ਵੇਲੇ ਪਤਾਸੇ ਪਾਏ ਜਾਂਦੇ ਨੇ ਕੱਲ ਨੂੰ ਕੋਈ ਇਹ ਕਹਿ ਸਕਦਾ ਵੀ ਚੀਨੀ ਪਾਇਆ ਕਰੋ ਕਿਉਂ ਪਤਾਸਾ ਚੀਨੀ ਤੋਂ ਬਣਦਾ ਹੈ ਮਰਦ ਦਾ ਜਨਮ ਔਰਤ ਦੇ ਪੇਟ ਤੋਂ ਹੈ ਜਿਵੇਂ ਚੀਨੀ ਤੋਂ ਪਤਾਸਾ ਬਣਿਆ ਹੈ ਪਰ ਅੰਮ੍ਰਿਤ ਵਿੱਚ ਚੀਨੀ ਨਹੀਂ ਪਾਈ ਜਾਂਦੀ ਜੇ ਚੀਨੀ ਲੜ ਪਵੇ ਪਤਾਸੇ ਨਾਲ ਕਿ ਤੂੰ ਤਾਂ ਅੰਮ੍ਰਿਤ ਦੇ ਵਿੱਚ ਅਧਿਕਾਰ ਸੰਭ ਲਿਆ ਮੇਰਾ ਹੱਕ ਮਾਰ ਦਿੱਤਾ ਤਾਂ ਮੇਰਾ ਤਾਂ ਖਿਆਲ ਹੈ ਵੀ ਇਹ ਕੋਈ ਬਹੁਤੀ ਬਸ ਬਾਤ ਨਹੀਂ ਠੀਕ ਹੈ ਇਹ ਗੁਰੂ ਦੀ ਮਰਿਆਦਾ ਦੀ ਤੇ ਅੰਮ੍ਰਿਤ ਛਕਾਉਣ ਦੇ ਵਿੱਚ ਵੀ ਉਹਨਾਂ ਨੂੰ ਅੰਮ੍ਰਿਤ ਛਕਾਉਣ ਵਿੱਚ ਵੀ ਗੁਰੂ ਨੇ ਪੰਜ ਪਿਆਰਿਆਂ ਦੀ ਅਰਦਾਸ ਹੈ ਕੱਲ ਨੂੰ ਫਿਰ ਪਿਆਰੀਆਂ ਦੀ ਅਰਦਾਸ ਕਰਿਆ ਕਰਾਂਗੇ ਫਿਰ ਥੋੜਾ ਜਿਹਾ ਗੁਰਮਤਿ ਤੋਂ ਬਾਹਰ ਜਾਂਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਾਂ ਆਉਂਦਾ ਨਾ ਕਿ ਅਸੀਂ ਸਾਰੀਆਂ ਨਾਰਾਂ ਆ ਤੇ ਪੁਰਖ ਇੱਕ ਆ ਪਰਮਾਤਮਾ ਤੇ ਫਿਰ ਅਸੀਂ ਪਿਆਰੀ ਜਾਂ ਪਿਆਰੇ ਜੇ ਇਹ ਸ਼ਬਦ ਹੈ ਤਾਂ ਮੈਂ ਇੱਕ ਤੋਂ ਕੋ ਬੋਲਦਾ ਗੁਰਬਾਣੀ ਤੋਂ ਉਦਾਹਰਣ ਦੱਸੋ ਕੀ ਹੈ ਠੀਕ ਹੈ ਸੀਲ ਸੰਜਮ ਪ੍ਰੈ ਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜ਼ਮਾਨੈ ਕਹੋ ਨਾਨਕ ਜਿਨ ਪ੍ਰਯੋ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਹਿ ਪਰਵਾਨੇ ਇਹਦਾ ਕੀ ਬਣੂਗਾ ਫਿਰ ਇਸਤਰੀ ਰੂਪ ਚੇਰੀ ਕੀ ਨਿਆਈ ਸੋਭਤ ਨਾਹੀ ਬਿਨ ਪਰਤਾਰੇ ਇਹਦਾ ਕੀ ਬਣੂਗਾ ਗੁਰੂ ਸਾਹਿਬ ਦੇ ਜੋ ਨਿਰਾਦਰ ਸੀ ਔਰਤ ਜਾਤਰ ਦਾ ਜੋ ਸ਼ੂਦਰਾਂ ਨੂੰ ਸ਼ੂਦ ਕਹਿ ਕੇ ਇੱਕ ਮਨੁੱਖ ਦੇ ਚੌਥੇ ਹਿੱਸੇ ਨੂੰ ਸ਼ੂਦਰ ਕਹਿ ਕੇ ਭੰਡ ਦਿੱਤਾ ਸੀ ਔਰਤ ਨੂੰ ਭੈੜਾ ਕਹਿ ਕੇ ਭੰਡ ਦਿੱਤਾ ਸੀ ਉਹ ਕਹਿ ਦਿੱਤਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜ਼ਾ ਅੱਛਾ ਇੱਕ ਹੁਣੇ ਤੁਸੀਂ ਗੱਲ ਕੀਤੀ ਵੀ ਗੁਰੂ ਸਾਹਿਬਾਂ ਦੇ 104 ਸਾਲ ਦੇ ਇਤਿਹਾਸ ਦੇ ਵਿੱਚ ਜਿਹੜੀ ਮਰਿਆਦਾ ਬਣ ਚੁੱਕੀ ਹੈ ਪਰ ਛੇਵੇਂ ਪਾਤਸ਼ਾਹ ਤਾਂ ਦਰਬਾਰ ਸਾਹਿਬ ਛੱਡ ਕੇ ਚਲੇ ਗਏ ਨੇ ਕੀਰਤਪੁਰ ਤੇ ਉਸ ਤੋਂ ਬਾਅਦ ਕੋਈ ਵੀ ਪਾਤਸ਼ਾਹ ਇੱਥੇ ਵਾਪਸ ਨਹੀਂ ਆਏ ਇੱਕ ਥੋੜਾ ਜਿਹਾ ਹਿਸਟਰੀ ਦੇ ਵਿੱਚ ਸੁਣਨ ਨੂੰ ਮਿਲਦਾ ਕਿ ਨਵੇਂ ਪਾਤਸ਼ਾਹ ਆਏ ਤਾਂ ਉਦੋਂ ਵੀ ਜਿੰਦਾ ਲਾਤਾ ਸੀ ਤਾਂ ਉਹਨਾਂ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ ਫਿਰ ਉਹ ਮਰਿਆਦਾ ਜਿਹੜੀ ਉਸ ਟਾਈਮ ਦੀ ਸੀ ਕਿ ਉਹ ਗੁਰੂ ਸਾਹਿਬ ਚਲਾ ਰਹੇ ਸੀ ਜਾਂ ਕਿ ਉਹ ਲੋਕ ਚਲਾ ਰਹੇ ਸੀ ਜਿਹੜੇ ਕਾਬਜ ਸੀ ਦੇਖੋ ਗੁਰੂ ਸਾਹਿਬ ਦੇ ਵੇਲੇ ਦੀ ਚਲਾਈ ਜਿਹੜੀ ਮਰਿਆਦਾ ਹੈ ਹਾਂਜੀ ਗੁਰੂ ਕੇ ਸਿੱਖ ਚਲਾ ਰਹੇ ਸੀ ਜੇ ਨੌਵੇਂ ਪਾਤਸ਼ਾਹ ਦੇ ਵੇਲੇ ਜਦੋਂ ਗੁਰੂ ਸਾਹਿਬ ਜੀ ਭੋਰੇ ਦੇ ਵਿੱਚ ਸਮਝੋ 22 ਗੁਰੂ ਬਣ ਬੈਠੇ ਨਾ ਉਸ ਵੇਲੇ ਨੌਵੇਂ ਪਾਤਸ਼ਾਹ ਦੇ ਵੇਲੇ ਕੁਝ ਮਸੰਦ ਜਿਹੜੇ ਸੀ ਉਹਨਾਂ ਨੇ ਬਾਹਰੋਂ ਰੋਕਣ ਦੀ ਬਾਤ ਹੀ ਪੁਜਾਰੀਆਂ ਦੀ ਆਉਂਦੀ ਹੈ ਰੋਕਣ ਦੀ ਬਾਤ ਤਾਂ ਆਉਂਦੀ ਹੈ ਲੇਕਿਨ ਉਹਨਾਂ ਪੁਜਾਰੀਆਂ ਨੇ ਦਰਬਾਰ ਸਾਹਿਬ ਦੀ ਮਰਿਆਦਾ ਬਦਲਣ ਦਾ ਹੌਸਲਾ ਨਹੀਂ ਕੀਤਾ ਮਰਿਆਦਾ ਜਿਵੇਂ ਚੱਲਦੀ ਸੀ ਗੁਰੂ ਸਾਹਿਬ ਦੇ ਵੇਲੇ ਤੋਂ ਗੁਰੂ ਅਰਜਨ ਸਾਹਿਬ ਦੇ ਵੇਲੇ ਤੋਂ ਉਹ ਚੱਲਦੀ ਰਹੀ ਉਹਨਾਂ ਨੂੰ ਇਹ ਖਤਰਾ ਪੈ ਗਿਆ ਆਪਣੀ ਰੋਜੀ ਰੋਟੀ ਵਾਸਤੇ ਵੀ ਜੇ ਗੁਰੂ ਸਾਹਿਬ ਜੀ ਇੱਥੇ ਆ ਗਏ ਵੀ ਸਾਡਾ ਕਿਤੇ ਸਾਰਾ ਕੁਝ ਬੰਦ ਨਾ ਜਾਵੇ ਮਾਇਆ ਦੇ ਲਾਲਚ ਦਾ ਝਗੜਾ ਜਿਹੜਾ ਅੱਜ ਥਾਂ ਥਾਂ ਗੁਰਦੁਆਰਿਆਂ 'ਚ ਹੈ ਇਹਨੂੰ ਮੁੱਖ ਰੱਖ ਕੇ ਉਹਨਾਂ ਨੇ ਪੁਜਾਰੀਆਂ ਨੇ ਥੋੜਾ ਜਿਹਾ ਇੰਨਾ ਕਰ ਲਿਆ ਵੀ ਦਰਵਾਜ਼ੇ ਬੰਦ ਕਰ ਲਏ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈ ਇਹਨਾਂ ਦੇ ਨਾਲ ਕਿਉਂਕਿ ਵੈਸੇ ਜੀ ਮੈਂ ਆਪਣੇ ਤੌਰ ਤੇ ਕਹਿੰਦਾ ਕਿ ਜੋ ਗੁਰੂ ਸਾਹਿਬ ਨੇ ਉਸ ਟਾਈਮ ਤੇ ਸਥਿਤ ਕਰ ਦਿੱਤਾ ਗੁਰੂ ਸਾਹਿਬ ਨੇ ਆਪਣੀ ਕਿਸੇ ਮਾਤਾ ਦਾ ਨਾਂ ਨਹੀਂ ਵਿੱਚ ਗੁਰਬਾਣੀ ਦੇ ਵਿੱਚ ਲਿਖਿਆ ਲੇਕਿਨ ਬੀਬੀ ਖੀਵੀ ਦਾ ਨਾਮ ਲੈ ਕੇ ਆਏ ਆ ਸੋ ਜੋ ਗੁਰੂ ਸਾਹਿਬ ਨੇ ਕਰ ਦਿੱਤਾ ਆਪਾਂ ਕੁਝ ਵੀ ਹੱਕ ਨਹੀਂ ਰੱਖਦੇ ਕਿ ਐ ਦੀ ਐ ਹੋਵੇ ਨਹੀਂ ਮੈਂ ਤੁਹਾਡਾ ਸਹਿਮਤ ਹਾਂ ਗੁਰੂ ਸਾਹਿਬ ਦਾ ਕੀਤੇ ਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਕਰੇ ਨਹੀਂ ਸਕਦਾ ਹਾਂਜੀ ਮੈਂ ਵੀ ਨਹੀਂ ਕਰ ਸਕਦਾ ਹੁਣ ਵੇਖੋ ਜੀ ਸਿੰਪਲ ਆ ਸਰਦਾਰ ਜੀ ਉਸ ਟਾਈਮ ਤੇ ਗੁਰੂ ਸਾਹਿਬ ਕਹਿ ਸਕਦੇ ਜਿਹੜੇ ਪੰਜ ਪਿਆਰੇ ਹਨ ਇਹ ਆਪਣੀਆਂ ਘਰ ਵਾਲੀਆਂ ਨੂੰ ਵੀ ਲੈ ਕੇ ਆਉਣ ਤਾਂ ਅੰਮ੍ਰਿਤ ਛਕਾਇਆ ਜਾਊਗਾ ਨਹੀਂ ਇਹ ਜਿੱਥੇ ਤੱਕ ਮੈਂ ਮਹਿਸੂਸ ਕਰਦਾ ਜੋ ਗੁਰੂ ਸਾਹਿਬ ਨੇ ਕੀਤਾ ਠੀਕ ਕੀਤਾ ਜੀ ਨਹੀਂ ਪਰ ਗੁਰੂ ਸਾਹਿਬ ਨੇ ਕੀਤਾ ਜਿਹੜਾ ਉਹ ਠੀਕ ਕੀਤਾ ਪਰ ਅਸੀਂ ਬਦਲ ਕੇ ਗੁਰੂ ਸਾਹਿਬ ਦੇ ਮੂੰਹ 'ਚ ਪਾਈ ਜਾ ਰਹੇ ਹਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਹੁਣ ਮੇਰਾ ਅਗਲਾ ਸਵਾਲ ਕਿਆ ਤੁਸੀਂ ਇਹ ਸ਼ਬਦ
ਸਾਬਤ ਕਰ ਸਕਦੇ ਹੋ ਵੀ ਕੋਈ ਬੀਬੀ ਉਸ ਵੇਲੇ ਸੇਵਾ 'ਚ ਲੱਗੀ? ਨਹੀਂ ਚਲੋ ਮੈਂ ਉਹ ਤੇ ਬਾਅਦ ਇੱਕ ਤੁਸੀਂ ਹੁਣ ਦਰਬਾਰ ਸਾਹਿਬ ਦੀ ਕੀਤੀ ਹੈ ਗੱਲ ਵੀ ਪਿੱਛੋਂ ਲੰਬੇ ਸਮੇਂ ਤੋਂ ਗੁਰੂ ਸਾਹਿਬ ਦੀ ਇਹ ਮਰਿਆਦਾ ਚੱਲੀ ਆ ਰਹੀ। 1718 ਦੇ ਵਿੱਚ ਕਿਤਾਬ ਛਪਦੀ ਹੈ ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰੂ ਸਾਹਿਬ ਜੀ ਦੇ ਇਸ ਦੁਨੀਆ ਤੋਂ। ਇਤਿਹਾਸ ਦੀ ਤਾਂ ਸਰਦਾਰ ਸਾਹਿਬ ਕੋਈ ਕਿਤਾਬ ਲੈ ਲਓ, ਉਹਦੇ 'ਚ ਬਾਅਦ ਘਾਟਾ ਨਾ, ਇਹ ਤਾਂ ਗੱਲ ਕਰੋ ਨਾ ਕਰੋ, ਉਹਦੇ ਵਿੱਚ ਚੰਗੀਆਂ ਗੱਲਾਂ ਵੀ ਇੰਤਬਾੜ ਜਾਵੇ। ਮੈਨੂੰ ਇੱਕ ਗਲਤ ਕਰਨ ਦਿਓ, ਮੈਂ ਉਹਨੂੰ ਮੈਂ ਪ੍ਰਮਾਣਿਤ ਨਹੀਂ ਮੰਨਦਾ, ਮੈਂ ਉਹਨੂੰ ਜ਼ੀਰੋ ਮੰਨਦਾ ਜੀ। ਨਹੀਂ ਜ਼ੀਰੋ ਵੀ ਨਹੀਂ, ਬਹੁਤ ਕੁਝ ਚੰਗਾ ਵੀ ਉਹਦੇ 'ਚ, ਬਹੁਤ ਕੁਝ ਚੰਗਾ ਹੈ। ਦਰਬਾਰ ਸਾਹਿਬ ਦੀ ਜਿੰਨੀ ਵੀ ਮਰਿਆਦਾ ਆ, ਜਿਹੜਾ ਉਹਦਾ 5ਵਾਂ ਚੈਪਟਰ ਆ, ਸਾਰੀ ਦੀ ਸਾਰੀ ਮਰਿਆਦਾ ਉਹਦੇ ਤੇ ਆਧਾਰਿਤ ਆ, ਤੇ ਉਹਦੇ ਵਿੱਚ ਉਸ ਕਿਤਾਬ ਦੇ ਵਿੱਚ ਮੇਰਾ ਖਿਆਲ ਆ 99% ਸਾਰਾ ਗੁਰਮਤਿ ਵਿਰੋਧੀ ਮਟੀਰੀਅਲ। ਦੇਖੋ ਹੁਣ ਸੁਣੋ ਇਹਦਾ ਉੱਤਰ। ਮਰਿਆਦਾ ਜਿਹੜੀ ਆ ਭਾਈ ਮਨੀ ਸਿੰਘ ਨੇ ਕਲਮਬੰਦ ਕਰ ਦਿੱਤੀ ਸੀ, ਹੱਥ ਲਿਖਤ ਪੋਥੀ ਹੈ। ਹਾਂਜੀ, ਅਗਰ ਆਉਣ ਵਾਲੇ ਸਮੇਂ ਦੇ ਜੇ ਉਹਦੀ ਪੋਥੀ ਦਾ ਸੂਹ ਚੱਲ ਗਈ ਹੈ ਕਿੱਥੇ ਪਈ ਹੈ, ਮੈਂ ਹਾਲੇ ਗੱਲ ਅੱਗੇ ਨਹੀਂ ਕਰਨੀ ਚਾਹੁੰਦਾ ਤਾਂ ਕਿ ਕਿਤੇ ਗੁਰੂ ਘਰ ਦੇ ਚੋਰ ਉੱਥੇ ਤੱਕ ਨਾ ਕੋਈ ਪਹੁੰਚ ਜਾਣ। ਠੀਕ ਹੈ ਜੀ। ਭਾਈ ਮਨੀ ਸਿੰਘ ਨੇ ਇਹ ਸਾਰੀ ਗੁਰੂ ਸਾਹਿਬ ਦੇ ਵੇਲੇ ਤੋਂ ਚਲੀ ਮਰਿਆਦਾ ਦਰਬਾਰ ਸਾਹਿਬ ਦੀ ਕਲਮਬੰਦ ਕਰ ਦਿੱਤੀ ਸੀ। ਭਾਈ ਮਨੀ ਸਿੰਘ ਨੇ ਉਹਦੇ ਤੇ ਪਹਿਰਾ ਦਿੱਤਾ, ਜੇ ਉਹਦੇ 'ਚ ਕੋਈ ਥੋੜੀ ਬਹੁਤ ਮਸੰਦਾਂ ਦੇ ਵੇਲੇ ਗੁਰੂ ਸਾਹਿਬ ਦੇ ਜਿਹੜਾ ਉੱਥੇ ਰੋਕਣ ਦੀ ਬਾਤ ਆਈ, ਭਾਈ ਸਾਹਿਬ ਨੇ ਗੁਰੂ ਆਸ਼ੇ ਅਨੁਸਾਰ ਉੱਥੇ ਉਹ ਪਰੰਪਰਾ ਕਾਇਮ ਕਰ ਦਿੱਤੀ ਭਾਈ ਮਨੀ ਸਿੰਘ ਨੇ। ਉਦੋਂ ਸਿਆਣਾ ਕੋਈ ਸਿੱਖ ਨਹੀਂ ਜਿਹੜਾ ਬੰਦ ਵੀ ਕਟਵਾਇਆ। ਨਹੀਂ ਤੁਹਾਡੀ ਗੱਲ ਠੀਕ ਹੈ ਉਹਦੇ ਤੇ, ਭਾਈ ਮਨੀ ਸਿੰਘ ਤੇ ਕਿੰਤੂ ਨਹੀਂ। ਪਰ ਜਿਹੜੀ ਇਸ ਵੇਲੇ ਮਰਿਆਦਾ ਚੱਲਦੀ ਹੈ ਉਹ 5ਵਾਂ ਚੈਪਟਰ ਜਿਹੜਾ ਹੂਬ ਤੁਸੀਂ ਉਹ ਇੱਕ ਚੀਜ਼ ਮਿਲਾ ਸਕਦੇ ਹੋ। ਨਹੀਂ ਜੇ ਕਿਸੇ ਦੀ ਸ਼ਕਲ, ਮੇਰੀ ਗੱਲ ਸੁਣੋ, ਕਿਸੇ ਦੇ ਪਿਤਾ ਦੀ ਸ਼ਕਲ ਕਿਸੇ ਨਾਲ ਮਿਲ ਜਾਏ ਤਾਂ ਫਿਰ ਇਹਦਾ ਉਹਨੂੰ ਕੀ ਕਹਿੰਦੀ ਵੀ ਇਹਦੀ ਸ਼ਕਲ ਕਿਉਂ ਮਿਲੀ ਹੈ? ਨਹੀਂ ਹੁਣ ਗੁਰਬਿਲਾਸ, ਜੇ ਉਹ ਗੁਰਬਿਲਾਸ 'ਚ ਉਹ ਮਰਿਆਦਾ ਆ ਗਈ ਜਿਹੜੀ ਉੱਥੇ ਚਲੀ ਆ ਰਹੀ ਹੈ ਉਸ ਵੇਲੇ ਦੀ ਥੋੜੀ ਬਹੁਤ, ਤਾਂ ਫਿਰ ਇਹਦਾ ਕੀ ਕਸੂਰ ਹੈ? ਪਰ ਹਿਸਟਰੀ ਇਹ ਕਹਿ ਰਹੀ ਹੈ ਵੀ ਇਹਦੀ ਕਥਾ ਹੁੰਦੀ ਸੀ ਜਦੋਂ ਗੁਰੂ ਸਾਹਿਬ ਇੱਥੇ ਨਹੀਂ ਸੀ। ਜੀ ਲਓ ਜੀ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਲੇਕਿਨ ਮੈਂ ਤਾਂ ਸਮਝਦਾ ਜੀ ਸਿਰਫ ਆਪਣੇ ਕੋਲ ਇੱਕ ਸਭ ਤੋਂ ਵਧੀਆ ਕਸਵੱਟੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਮੁੱਕਦੀ ਗੱਲ। ਇਤਿਹਾਸ ਜਿਹੜਾ ਤੁਹਾਡੇ ਮੇਰੇ ਵਰਗਿਆਂ ਨੇ ਲਿਖਿਆ ਹੁੰਦਾ ਜੀ, ਜਿੱਥੇ ਜਦੋਂ ਵੀ ਇਤਿਹਾਸ ਲਿਖਿਆ ਜਾਂਦਾ ਜੀ ਉਸ ਟਾਈਮ ਤੇ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਜ਼ੋਰ ਹੁੰਦਾ ਹੈ, ਸਰਕਾਰਾਂ ਹੁੰਦੀਆਂ ਹਨ, ਉਹਨਾਂ ਦੇ ਹੱਕ ਦੇ ਵਿੱਚ ਉਹ ਇਤਿਹਾਸ ਲਿਖਿਆ ਜਾਂਦਾ ਹੈ। ਕਦੀ ਵੀ ਇਤਿਹਾਸ ਉਹ ਇਹ ਨਹੀਂ ਚਾਹਣਗੇ ਕਿ ਸਾਡੇ ਜਿਹੜੇ ਵਿਰੋਧੀ ਹਨ ਉਹਨਾਂ ਦੀ ਇਸ ਦੇ ਵਿੱਚ ਵਧੀਆ ਗੱਲ ਲਿਖੀ ਜਾਵੇ। ਤੁਹਾਡੀ ਗੱਲ ਠੀਕ ਹੈ, ਪਰ ਸਾਡੇ ਜਿਹੜੇ ਭਾਈ ਸਾਹਿਬ ਜੀ ਸਾਡੇ ਕੋਲ ਅੱਜ ਬਹੁਤ ਗਿਆਨੀ ਬੈਠੇ ਨੇ, ਜਿੰਨਾ ਵੀ ਗੁਰਬਿਲਾਸ ਦਾ ਮਟੀਰੀਅਲ ਆ ਇਹ ਸਾਡੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੋ ਚੁੱਕਿਆ, ਬਹੁਤ ਜ਼ਿਆਦਾ। ਜਿਹੜੀ ਭਾਈ ਸਾਹਿਬ ਜੀ ਦੱਸ ਸਕਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਵਰ ਦੇਣ ਦੇ ਖਿਲਾਫ ਕਿੰਨੀਆਂ ਗੱਲਾਂ ਨੇ। ਹਾਂਜੀ, ਤੇ ਅਸੀਂ ਜਿਹੜਾ ਬਾਬਾ ਬੁੱਢਾ ਜੀ ਵੱਲੋਂ ਪੰਜਵੇਂ ਪਾਤਸ਼ਾਹ ਦੇ ਘਰ ਬੱਚਾ ਔਲਾਦ ਨਹੀਂ ਹੋਣ ਦੀ ਜਿਹੜੀ ਸਾਖੀ ਆ ਉਹ ਗੁਰਬਿਲਾਸ ਪਾਤਸ਼ਾਹ ਛੇਵੀਂ ਤੋਂ ਤੁਸੀਂ ਗੁਰਬਿਲਾਸ ਦੀ ਸੂਈ ਕਿਉਂ ਰੱਖੀ ਹੈ? ਮੈਂ ਇਸ ਕਰਕੇ ਗੁਰਬਿਲਾਸ ਨੂੰ ਇਸ ਵੇਲੇ ਤੇ ਬਿਲਕੁਲ ਨਹੀਂ, ਗੁਰਬਿਲਾਸ ਛੱਡੋ ਤੁਸੀਂ। ਗੁਰਬਿਲਾਸ ਤੋਂ ਇਲਾਵਾ ਇਹ ਤਾਂ ਸਾਖੀ ਗੁਰਪ੍ਰਤਾਪ ਸੂਰਜ ਗ੍ਰੰਥ ਉਹ ਤਾਂ ਬਾਅਦ ਚ ਆਉਂਦਾ ਨਾ ਜੀ। ਇਹ 1718 ਦੀ ਬਣੀ ਹੈ। ਗੁਰਪ੍ਰਤਾਪ ਸੂਰਜ ਕਦੋਂ ਬਣਿਆ ਜੀ? ਮੈਂ ਤੇ ਸਮਝਦਾ ਜੀ ਜਿਹੜੀਆਂ ਪੜ੍ਹਨਾ ਹੀ ਨਹੀਂ ਚਾਹੀਦਾ ਜੀ। ਜਦੋਂ ਗੁਰਪ੍ਰਤਾਪ ਪੜ੍ਹੋ ਸਹੀ, ਮੱਖੀਆਂ ਕੱਢ ਦਿਓ, ਦੁੱਧ ਨਹੀਂ ਡੋਲਣਾ। ਨਹੀਂ, ਜਦੋਂ ਗੁਰਪ੍ਰਤਾਪ ਸੂਰਜ ਵੀ ਦੇਖੋ ਭਾਈ ਸਾਹਿਬ, ਇਤਿਹਾਸ ਦਾ ਦੁੱਧ, ਮਨਮਤ ਦੀਆਂ ਮੱਖੀਆਂ। ਜੇ ਮਣਾ ਮੂੰਹੀ ਦੁੱਧ ਵਿੱਚ 2-4 ਮੱਖੀਆਂ ਪੈ ਜਾਣ ਫਿਰ ਦੁੱਧ ਡੋਲਦੀ ਹੈ ਸਾਰਾ। ਮੱਖੀਆਂ ਕੱਢ ਦਿਓ ਤੇ ਜਿਹੜੇ ਗੁਰਬਾਣੀ ਨਾਲ ਮਿਲਦਾ ਇਤਿਹਾਸ ਉਹ ਰੱਖ ਲਓ। ਉਹ ਕਿਤਾਬ ਗੁਰਬਾਣੀ ਕਸਵੱਟੀ ਹੈ ਸਾਡੇ ਕੋਲ। ਉਸ ਕਿਤਾਬ ਦੇ ਵਿੱਚ ਐਸੀਆਂ ਗੱਲਾਂ ਲਿਖੀਆਂ ਆ ਗੁਰੂ ਸਾਹਿਬ ਦੀ ਥਾਂ ਦੇ ਉੱਤੇ ਮੁਰਾਦਰ ਆ। ਉਹਦੇ ਵਿੱਚ ਲਿਖਿਆ ਹੈ ਕਿ ਦਰਬਾਰ ਸਾਹਿਬ ਜਿਹੜਾ ਅੰਦਰ ਇੱਥੇ ਵਿਸ਼ਨੂੰ ਦੀ ਪੂਜਾ ਉਹ ਸਾਰੀ ਉਹਦੇ ਵਿੱਚ ਹੋ ਰਹੀ ਹੈ। ਤੇ ਉਸ ਤੋਂ ਇਲਾਵਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸ ਕਿਤਾਬ ਨੂੰ ਪਤਾ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਜੀ। ਹਾਂਜੀ, ਪਰ ਉਹ ਕਿਤਾਬ ਨੂੰ ਅਸੀਂ ਮਤਲਬ ਮੈਂ ਮਹਿਸੂਸ ਕਰਦਾ ਕਿ ਉਸ ਕਿਤਾਬ ਸਰਦਾਰ ਮਨਜੀਤ ਸਿੰਘ ਜੀ ਕਿਤਾਬਾਂ ਦੇ ਬਹੁਤ ਸਾਰੀਆਂ ਕਿਤਾਬਾਂ ਹੋਰ ਵੀ ਬਣਨੀਆਂ ਬੜੀਆਂ। ਨਹੀਂ, ਪਰ ਇਸ ਕਿਤਾਬ ਨੇ ਸਾਡਾ ਪੱਠਾ ਬਿਠਾਲਣ ਦੇ ਵਿੱਚ ਬਹੁਤ ਵੱਡਾ ਯੋਗਦਾਨ। ਨਹੀਂ, ਉਹਦੇ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਨਹੀਂ, ਤੁਸੀਂ ਗਲਤੀ ਤੇ ਹੋ। ਪਰ ਹੁਣ ਦੇਖੋ ਇਸ ਕਿਤਾਬ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਆਪਣਾ ਗੁਰੂ ਨਾਨਕ ਸਾਹਿਬ ਜੀ ਮਤਲਬ ਸੇਲੀ ਟੋਪੀ ਦੇ ਨਾਲ ਪੈਦਾ ਹੋਏ। ਹਾਂ, ਉਸ ਕਿਤਾਬ 'ਚ ਲਿਖਿਆ ਹੈ। ਉਹਦੇ ਉਹ ਬੰਦੇ ਦੀ ਆਪਾਂ ਕਹਿ ਸਕਦੇ ਆ ਵੀ ਉਹਨੂੰ ਇਹਨਾਂ ਗਿਆਨ ਨਹੀਂ ਹੈ। ਇਹ ਕਿਤਾਬ ਹੈ ਹੀ ਸਿੱਖਾਂ ਨੂੰ ਖਤਮ ਕਰ ਰਹੀ ਹੈ। ਉੱਥੇ ਇਹੋ ਜਿਹੀਆਂ ਗੱਲਾਂ ਵੀ ਹੋਣਗੀਆਂ। ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੋਚਾਏ ਪੜਾ ਗ੍ਰੰਥ ਮੰਨਦਾ ਹੈ। ਪਰ ਮੈਂ ਇਹ ਮਹਿਸੂਸ ਕਰਦਾ ਨਹੀਂ ਕਿ ਇਹ ਕਿਤਾਬ ਸਾਰਾ ਕੁਝ ਛੱਡ ਦੇਾਂਗੇ। ਨਹੀਂ, ਚਲੋ ਜਿਹੜੀ ਲਫ਼ਜ਼ ਉਹਦੇ ਚ ਚੰਗੇ ਆ ਸਾਨੂੰ ਸਿੱਖ ਲੈਣੇ। ਨਹੀਂ, ਫਿਰ ਤਾਂ ਇਹ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹ ਚੰਗਾ ਹੈ। ਨਹੀਂ, ਮੈਨੂੰ ਨਹੀਂ ਚੰਗਾ ਲੱਗਾ ਜਿਹੜਾ ਗੁਰਮਤਿ ਨੂੰ ਚੰਗਾ ਲੱਗਾ। ਨਹੀਂ, ਜਿਹੜਾ ਗੁਰਬਾਣੀ ਦੇ ਅਨੁਸਾਰ ਜਿਹੜਾ ਸਾਡਾ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਉਹ ਸਾਡਾ ਹੈ। ਜਿਹੜਾ ਕਸਵੱਟੀ ਤੇ ਨਹੀਂ ਉਤਰਦਾ ਸਾਡਾ ਨਹੀਂ। ਬਸ ਜੀ ਆਪਾਂ ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਵੈਸੇ ਮੈਂ ਤੇ ਇਹ ਸਮਝਦਾ ਜੀ ਜਿਹੜਾ ਵੀ ਇਤਿਹਾਸ ਆਪਾਂ ਲੈ ਕੇ ਉਹਦੇ ਤੇ ਡਿਸਕਸ਼ਨ ਕਰਦੇ ਆ ਉਹ ਕੋਈ ਵੀ ਤੁਕ ਨਹੀਂ ਬਣਦੀ ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਡਲ ਚ ਰੱਖ ਕੇ ਕਰੀਏ ਤੇ ਉਹ ਬੈਟਰ ਹੈ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, 100% ਸਹਿਮਤ। ਹਾਂਜੀ, ਪਰ ਜਿਹੜਾ ਸਾਡਾ ਇਤਿਹਾਸ ਸਾਨੂੰ ਵਿਗਾੜ ਰਿਹਾ ਉਹਦੇ ਤੇ ਗੱਲ ਕਰਨੀ ਬਣਦੀ ਹੈ ਗੁਰਮਤਿ ਦੇ ਚਾਨਣ ਦੇ ਵਿੱਚ।
मैं समझदा कि ਉਹਨੂੰ ਹਮੇਸ਼ਾ ਆਪਾਂ ਮੁਨਕਰ ਰਹੀਏ ਜੇਕਰ ਕੋਈ ਕਿਤਾਬ ਅਜਿਹੀ ਹੈ ਆਪਾਂ ਉਹ ਕਹੀਏ ਕਿ ਉਹ ਸਾਡੇ ਮੁਤਾਬਕ ਫਿੱਟ ਨਹੀਂ ਗੀ ਉਹ ਨਹੀਂ ਪੜ੍ਹਨੀ ਚਾਹੀਦੀ ਅਸੀਂ ਇਹ ਕਹਿ ਨਹੀਂ ਸਾਰੀ ਕਿਤਾਬ ਨੂੰ ਨਹੀਂ ਆਪਾਂ ਕਹਿ ਸਕਦੇ ਉਹਦੇ ਵਿੱਚ ਜੋ ਮਟੀਰੀਅਲ ਸਾਡੇ ਗੁਰਮਤ ਤੋਂ ਕਸਵੱਟੀ ਤੋਂ ਬਾਹਰ ਦਿਖਦਾ ਉਹਨੂੰ ਉਨੀ ਗੱਲ ਨੂੰ ਛੱਡ ਸਕਦੇ ਲਓ ਜੀ ਮੇਰੀ ਤੇ ਆਪਣੀ ਹੈ ਜੀ ਮੈਂ ਅਜੇ ਤੱਕ ਬਗੈਰ ਇੱਕ ਕਿਤਾਬ ਤੋਂ ਇਲਾਵਾ ਹੋਰ ਕਦੀ ਕੋਈ ਕਿਤਾਬ ਨਹੀਂ ਪੜ੍ਹੀ ਕਿਉਂਕਿ ਜਿੰਨਾ ਤੁਸੀਂ ਕਿਤਾਬਾਂ ਪੜੋਗੇ ਕਿਸੇ ਦੂਸਰੀ ਸੋਚ ਆਪਣੇ ਦਿਮਾਗ 'ਚ ਪਾਓਗੇ ਕਿਸੇ ਦੂਸਰੇ ਦੀ ਗੁਰਬਾਣੀ ਪੜ੍ਹਿਆ ਕਰੋ ਠੀਕ ਹੈ ਹਾਂਜੀ ਗੁਰਬਾਣੀ 'ਚ ਰਹੋ ਗੁਰਬਾਣੀ ਪੜੋ ਤੇ ਉਹ ਸੋਚ ਤੁਹਾਡੀ ਵਧੀਆ ਬਣੂਗੀ ਜੇਕਰ ਤੁਸੀਂ ਲੋਕਾਂ ਦੀਆਂ ਕਈਆਂ ਗੱਲਾਂ ਪੜ੍ਹ ਰਹੇ ਹੋ ਇਹਦਾ ਮਤਲਬ ਕਿ ਤੁਸੀਂ ਕਿਸੇ ਦੀ ਗੱਲ ਪੜ੍ਹ ਰਹੇ ਹੋ ਤੁਹਾਡੀ ਆਪਣੀ ਸੋਚ ਨਹੀਂ ਕੰਮ ਕਰ ਰਹੀ ਮੇਰਾ ਤੇ ਇਹ ਖਿਆਲ ਹੈ ਜੀ ਨਿਊਜ਼ਪੇਪਰ ਜ਼ਰੂਰ ਪੜ੍ਹ ਲਈਦਾ ਕਿ ਸੰਸਾਰ 'ਚ ਕੀ ਹੋ ਰਿਹਾ ਦੇਖੋ ਜਿਹੜੇ ਸਾਡੇ ਪ੍ਰਚਾਰਕ ਨੇ ਉਹਨਾਂ ਦੀਆਂ ਗੱਲਾਂ ਅਸੀਂ ਕਿਉਂ ਸਿੱਖਦੇ ਆ ਕਿਉਂਕਿ ਸਾਡੇ ਕੋਲ ਨਹੀਂ ਹੈਗੀਆਂ ਇਸੇ ਤਰੀਕੇ ਜੇ ਸਾਨੂੰ ਕੋਈ ਚੰਗੀ ਕਿਤਾਬ ਮਿਲਦੀ ਹੈ ਉਹ ਪੜ੍ਹ ਲੈਣੀ ਚਾਹੀਦੀ ਹੈ ਤੇ ਉਹਨੂੰ ਗੁਰਬਾਣੀ ਦੀ ਲਾਈਟ ਦੇ ਵਿੱਚ ਵਿਚਾਰ ਲੈਣਾ ਚਾਹੀਦਾ ਕਿ ਕੀ ਇਹ ਕਿਤਾਬ ਸਾਡਾ ਨੁਕਸਾਨ ਤਾਂ ਨਹੀਂ ਕਰ ਰਹੀ ਠੀਕ ਹੈ ਤੇ ਮੈਂ ਇਸ ਕਿਤਾਬ ਨਹੀਂ ਨੁਕਸਾਨ ਕਰਦੀ ਉਹਦੇ ਕੁਝ ਅੱਖਰ ਨੁਕਸਾਨ ਕਰਦੇ ਹੋਣਗੇ ਮੈਂ ਫਿਰ ਤੁਹਾਨੂੰ ਇਹ ਗੱਲ ਉਹਦੇ ਅੱਖਰਾਂ ਨੂੰ ਆਪਾਂ ਨਾ ਮਤਲਬ ਮੈਂ ਤਾਂ 99% ਉਸ ਕਿਤਾਬ ਦੇ ਇਹ ਮਹਿਸੂਸ ਕਰਦਾ ਵੀ ਉਹ ਕਿਤਾਬ ਸਾਡਾ ਆਪਾਂ ਜੀ ਇਹ ਗੱਲ ਦੀ ਉਹਦੀ ਪ੍ਰਮੋਸ਼ਨ ਕਰ ਰਹੇ ਜੀ ਜਿਨ੍ਹਾਂ ਨੇ ਨਹੀਂ ਪੜ੍ਹਨੀ ਉਹਨੇ ਕਹਿਣਾ ਵੀ ਉਹਦੇ 'ਚ ਕੀ ਲਿਖਿਆ ਜੀ ਮੈਂ ਇਸੇ ਕਰਕੇ ਕਹਿੰਦਾ ਉਹ ਚੀਜ਼ ਨੂੰ ਬਿਲਕੁਲ ਸਟਾਪ ਹੀ ਕਰ ਦਿਓ ਉਹਦੀ ਡਿਸਕਸ਼ਨ ਹੀ ਨਾ ਕਰੋ ਜੇਕਰ ਮੇਰੀ ਆਪਣੀ ਪਾਲਿਸੀ ਹੈ ਜੀ ਮੀਡੀਆ ਵਾਲੇ ਵੀ ਜਾਣਗੇ ਜਿਸ ਬੰਦੇ ਨੂੰ ਤੁਸੀਂ ਨਾ ਹੋਵੇ ਉਹਦੇ ਬਾਰੇ ਗੱਲ ਹੀ ਰੋਕ ਦਿਓ ਉਹਦੇ ਬਾਰੇ ਗੱਲ ਹੀ ਨਾ ਕਰੋ ਸਮਾਜ ਦੇ ਵਿੱਚ ਉਹਦੇ ਨਾਲ ਅੱਖ ਨਾ ਅੱਖੀ ਨਾ ਮਿਲਾਓ ਉਹ ਆਪਣੇ ਆਪ ਹੀ ਖੁਦ ਹੀ ਡਿੱਗ ਪਊਗਾ ਨਹੀਂ ਉਹ ਵੱਖਰੀ ਹੈ ਪਰ ਜਿੱਥੇ ਅਸੀਂ ਮਤਲਬ ਜਦੋਂ ਕੌਮ ਦੀ ਗੱਲ ਕਰਦੇ ਹਾਂ ਕੌਮ ਦੀ ਗੱਲ ਦੇ ਵਿੱਚ ਜੇ ਸਾਡੇ 'ਚ ਕੋਈ ਦੁਰਦਾ ਪਈ ਹੈ ਜਾਂ ਸਾਡੇ ਵਿੱਚ ਕੋਈ ਗਲਤਪਨ ਆ ਗਿਆ ਉਹਨੂੰ ਵਿਚਾਰਨ ਦੇ ਲਈ ਜ਼ਰੂਰੀ ਹੈ ਵੀ ਇਹ ਗਲਤਪਨ ਕਿੱਥੋਂ ਆ ਰਿਹਾ ਇਹ ਜ਼ਰੂਰੀ ਹੈ ਵੀ ਉਹਦਾ ਅਸੀਂ ਪਿਨ ਪੁਆਇੰਟ ਕਰੀਏ ਤੇ ਅਸੀਂ ਲੋਕਾਂ ਨੂੰ ਅਵੇਅਰ ਕਰਾਈਏ ਵੀ ਭਾਈ ਇਹ ਗਲਤ ਕੰਮ ਜਿਹੜਾ ਫਲਾਣੇ ਥਾਂ ਤੋਂ ਆ ਰਿਹਾ ਤੇ ਇਹਨੂੰ ਆਪਾਂ ਰੋਕੀਏ ਠੀਕ ਹੈ ਸਰਦਾਰ ਮਨਜੀਤ ਸਿੰਘ ਜੀ ਇੱਥੇ ਤੇ ਬਹੁਤ ਸਾਰੇ ਅਜਿਹੇ ਵੀ ਲੋਕੀ ਆ ਜਿਹੜੇ ਕਿ ਈਵਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਕਹਿ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਇੱਕ ਵਾਰੀ ਆਹ ਗੱਲ ਕਹੀ ਹੈ ਦੂਜੀ ਵਾਰ ਆਹ ਕਹੀ ਹੈ ਕੰਟਰਡਿਕਟ ਕਰ ਰਹੇ ਆ ਕਦੇ ਨਹੀਂ ਇਹਨੂੰ ਕਹਿੰਦੇ ਨੇ ਵਿਰੋਧਾਭਾਸ ਹਾਂਜੀ ਸੋ ਉਹਨਾਂ ਲੋਕਾਂ ਬਾਰੇ ਆਪਾਂ ਕੀ ਸੋਚਾਂਗੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੰਟਰਡਿਕਟ ਉਹਨਾਂ ਨੂੰ ਕਹਿਣ ਲੱਗ ਪੈਂਦੇ ਆ ਜੀ ਇੱਥੇ ਗੁਰੂ ਸਾਹਿਬ ਨੇ ਆਹ ਲਿਖਿਆ ਇੱਥੇ ਹੈ ਇਹ ਕਿਉਂ ਲਿਖਿਆ ਸੋ ਆਪਾਂ ਇਹ ਮਨ ਬਾਰੇ ਸੋਚਣਾ ਮਨ ਦੀ ਕੰਟਰਡਿਕਸ਼ਨ ਹੈ ਨਾ ਗੁਰੂ ਸਾਹਿਬ ਦੀ ਕੰਟਰਡਿਕਸ਼ਨ ਲਓ ਜੀ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਔਰ ਜਾਣ ਤੋਂ ਪਹਿਲਾਂ ਅਸੀਂ ਆਪ ਜੀ ਨੂੰ ਕੁਝ ਆਮ ਸਮਾਜਿਕ ਰੁਚੀਆਂ ਬਾਰੇ ਵੀ ਦੱਸ ਦਈਏ ਕਿ ਮਾਝਾ ਸਪੋਰਟਸ ਕਲੱਬ ਵੱਲੋਂ 10 ਜੂਨ ਨੂੰ ਬੋਟ ਕਰੂਜ਼ ਕੀਤਾ ਜਾ ਰਿਹਾ ਹੈ 12 ਤੋਂ 5 ਵਜੇ ਲੇਕ ਇੰਟੀਰੀਅਰ ਦੇ ਵਿੱਚ ਜੇਕਰ ਆਪਨੇ ਇੰਜੋਏ ਕਰਨਾ ਹੈ ਉਹ ਦਿਨ ਤੇ ਜ਼ਰੂਰ ਤੁਸੀਂ ਟਿਕਟਾਂ ਖਰੀਦ ਸਕਦੇ ਹੋ ਆਪ ਜੀ ਨੂੰ ਬੇਨਤੀ ਹੈ ਕਿ ਚੈਨਲ ਵੱਧ ਤੋਂ ਵੱਧ ਲਵਾਓ ਤਾਂ ਕਿ ਅਜਿਹੀਆਂ ਡਿਸਕਸ਼ਨ ਤੁਸੀਂ ਆਨੰਦ ਮਾਣ ਸਕੋ ਅਤੇ ਮਦਰਸ ਡੇ ਦੀ ਅੱਜ ਅਸੀਂ ਆਪ ਨੂੰ ਫਿਰ ਵਧਾਈ ਦਿੰਦੇ ਹਾਂ ਸੋ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਉਹ ਮਦਰਾਂ ਨੂੰ ਅਸੀਂ ਰੱਬ ਦਾ ਰੂਪ ਨਾ ਦਈਏ ਜਿਹੜੀਆਂ ਘਰਾਂ ਦੇ ਵਿੱਚ ਫਾਟਕ ਪਾਉਂਦੀਆਂ ਹਨ ਉਹਨਾਂ ਨੂੰ ਆਪਾਂ ਰੱਬ ਦਾ ਰੂਪ ਨਹੀਂ ਕਹਿ ਸਕਦੇ ਲੇਕਿਨ ਮਾਂ ਰੱਬ ਦਾ ਰੂਪ ਹੁੰਦੀ ਹੈ ਜੇਕਰ ਉਹ ਆਪਣੇ ਬੱਚਿਆਂ ਪ੍ਰਤੀ ਬੜੀ ਸੁਹਿਰਦ ਹੋਵੇ ਤੇ ਉਸ ਦੀ ਹਮੇਸ਼ਾ ਇਹ ਸੋਚ ਹੋਵੇ ਕਿ ਆਪਣੇ ਬੱਚਿਆਂ ਵਿੱਚ ਚੰਗਾ ਜੀਵਨ ਬਿਤਾਉਣ ਲਈ ਚੰਗੀਆਂ ਗੱਲਾਂ ਉਹਨਾਂ ਨੂੰ ਦੱਸਣੀਆਂ ਹਨ ਨਾ ਕਿ ਘਰਾਂ ਦੇ ਵਿੱਚ ਲੜਾਈ ਪਾਉਣੀ ਹੈ ਘਰਾਂ ਦੇ ਵਿੱਚ ਬਹੁਤ ਸਾਰੀ ਲੜਾਈ ਪਈ ਹੈ ਡਿਵੋਰਸ ਹੋ ਰਹੇ ਹਨ ਉਹਨਾਂ ਬੀਬੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹਨਾਂ ਬੀਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਘਰਾਂ ਦੇ ਵਿੱਚ ਫਾਟਕ ਪਿਆ ਹੈ ਤੇ ਉਸ ਨੂੰ ਮਿਟਾ ਦਿਓ ਕਿਉਂਕਿ ਨਹੀਂ ਤੇ ਕਾਨੂੰਨ ਛੇਤੀ ਬਣ ਜਾਣਾ ਇੰਡੀਆ ਦੇ ਵਿੱਚ ਹੋਰ 2 ਘੰਟਿਆਂ ਨੂੰ ਰੰਜਨ ਲਖਨਪਾਲ ਜੀ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਜਾਣਾ ਹੈ ਸੋ ਨਵਾਂ ਜਿਹੜਾ ਲਾਅ ਬਣਨਾ ਹੈ ਤੁਹਾਨੂੰ ਅਸੀਂ ਬਹੁਤ ਜਲਦ ਦੱਸ ਦਾਂਗੇ ਭਾਰਤ ਦਾ ਕਿ ਜਦੋਂ ਇੱਥੋਂ ਕੋਈ ਵਿਅਕਤੀ ਜਾਂਦਾ ਹੈ ਜਿਹੜਾ ਸਪਾਂਸਰ ਨਹੀਂ ਕਰੇਗਾ ਉਹ ਸਿੱਧਾ ਜੇਲ੍ਹ ਦੇ ਅੰਦਰ ਹੋਵੇਗਾ ਤੇ ਜ਼ਮੀਨ ਜਾਇਦਾਦ ਉਹਦੀ ਵੀ ਜ਼ਬਤ ਸੋ ਆਪ ਜੀ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਜੇਕਰ ਕਿਸੇ ਨੇ ਗੁਰੂ ਮਹਾਰਾਜ ਅੱਗੇ ਲਾਵਾਂ ਲਈਆਂ 4 ਲਾਵਾਂ ਲਈਆਂ ਤੇ ਜ਼ਰੂਰ ਉਹਨਾਂ ਨੂੰ ਅਪਲਾਈ ਕਰੋ ਜੇਕਰ ਗੁਰੂ ਮਹਾਰਾਜ ਅੱਗੇ ਲਾਵਾਂ ਨਹੀਂ ਲਈਆਂ ਫਿਰ ਤੁਹਾਡੀ ਇੱਛਾ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਆਪਣਾ ਉਹ ਪਿਤਾ ਹੈ ਆਪਣਾ ਉਹ ਰੱਬ ਹੈ ਜੇਕਰ ਉਸ ਨੂੰ ਰੱਬ ਮੰਨਦੇ ਹੋਏ ਤੁਸੀਂ ਇਹ ਗੱਲ ਕਸਮ ਖਾਦੀ ਹੈ ਤੇ ਉਹ ਜ਼ਰੂਰ ਨਿਭਾਇਓ ਨਹੀਂ ਤੇ ਤੁਹਾਡਾ ਜੀਵਨ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਸਾਰੀ ਉਮਰ ਦੁਬਦਾ ਦੇ ਵਿੱਚ ਰਹੂਗਾ ਇਦਾਂ ਕਲੇਸ਼ ਦੇ ਵਿੱਚ ਰਹੂਗਾ ਉਹ ਮੇਰੇ ਕੋਲ ਬਹੁਤ ਸਾਰੇ ਲੋਕੀ ਆਉਂਦੇ ਹਨ ਜਿਨ੍ਹਾਂ ਨੇ ਝੂਠੇ ਵਿਆਹ ਕੀਤੇ ਸਨ ਤੇ ਉਹ ਹੁਣ ਕਹਿੰਦੇ ਹਨ ਕਿ ਸਾਡੇ ਦੇ ਬੱਚੇ ਇਸ ਵੇਲੇ ਇੱਕ ਦੂਜੇ ਛਿੱਤਰ ਪੌਲਾ ਕਰਦੇ ਕਿਉਂ ਨਾ ਹੋਊਗਾ ਗੁਰੂ ਅੱਗੇ ਅਰਦਾਸ ਕੀਤੀ ਸੀ ਉਹਦੇ ਅੱਗੇ ਕਸਮ ਖਾਧੀ ਸੀ ਉਸ ਝੂਠੇ ਵਿਆਹ ਦੀ ਲਾਵਾਂ ਲਈਆਂ ਸੀ ਤੇ ਉਹ ਕੁਝ ਹੀ ਹੋਣਾ ਹੈ ਲਓ ਜੀ ਆਗਿਆ ਚਾਹੁੰਦੇ ਹਾਂ ਉਮੀਦ ਰੱਖਦੇ ਫਿਰ ਮਿਲਾਂਗੇ ਅਗਲੇ ਹਫਤੇ ਫਿਰ ਅਸੀਂ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੂੰ ਬੇਨਤੀ ਕਰਾਂਗੇ ਕਿ ਇਸੇ ਸਮੇਂ ਜ਼ਰੂਰ ਆਉਣ ਦੇ ਹਾਂ ਜਿਸ ਦੇ ਕਿ ਰਿਜ਼ਲਟ ਨਤੀਜੇ ਗਲਤ ਨਿਕਲਦੇ ਹਨ ਆਪਾਂ ਨੂੰ ਕਦਾ ਚੇਤੋ ਨਹੀਂ ਕਰਨਾ ਚਾਹੀਦਾ ਸੋ ਲਓ ਪ੍ਰੋਗਰਾਮ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਰਵਿੰਦਰ ਜੀ ਮੇਰੇ ਵੱਲੋਂ ਸਾਡੇ ਸਾਰੇ ਦਰਸ਼ਕ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਗੁਰਚਰਨ ਸਿੰਘ ਜੀ ਜੀਉਣ ਵਾਲੇ ਜੀ ਆਪ ਨੂੰ ਸਤਿ ਸ੍ਰੀ ਅਕਾਲ
ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਸਰਦਾਰ ਹਰੀ ਸਿੰਘ ਰੰਧਾਵਾ ਜੀ ਵਾਲੇ ਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਫਤਿਹ। ਆਪ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਜਿਹੜੇ ਕਿ ਸਵਾਲ ਕੋ ਚੂਜ਼ ਕੀਤੇ ਹਨ, ਜਿਹੜੇ ਕਿ ਇੱਕ ਧਿਰ ਵੱਲੋਂ ਹਨ, ਉਹਨਾਂ ਦੇ ਮੁਤਾਬਕ ਹੀ ਆਪਾਂ ਰਵਾਂਗੇ। ਇਹ ਜਿਹੜੇ 9 ਸਵਾਲ ਹਨ, ਆਪਾਂ 9 ਸਵਾਲਾਂ ਦੇ ਇਰਦ ਗਿਰਦ ਵੀ ਘੁੰਮਦੇ ਰਵਾਂਗੇ। ਸੋ ਇਸ ਸਮੇਂ ਮੈਂ ਬੇਨਤੀ ਕਰਦਾ ਕਿ ਆਪਾਂ ਪਹਿਲਾ ਸਵਾਲ ਰੇਜ਼ ਕਰਦੇ ਹਾਂ। ਰਵਿੰਦਰ ਜੀ, ਇਸ ਤੋਂ ਪਹਿਲਾਂ ਕਿ ਆਪਾਂ ਸਵਾਲ ਕਰੀਏ, ਆਪਾਂ ਥੋੜੀ ਜਿਹੀ ਓਪਨਿੰਗ ਸਟੇਟਮੈਂਟ ਜ਼ਰੂਰ ਦਊਂਗਾ। ਸਰਦਾਰ ਮਨਜੀਤ ਸਿੰਘ ਜੀ, ਅੱਜ ਮੈਂ ਨਹੀਂ ਜੀ, ਇੱਕ ਮਿੰਟ ਜੀ, ਨਹੀਂ ਜੀ, ਅੱਜ ਤੁਸੀਂ ਇੱਕ ਗੱਲਬਾਤ ਕਰਨ ਆਏ ਹੋ, ਤੁਸੀਂ ਕੋਈ ਵੀ ਪ੍ਰੋਗਰਾਮ ਨੂੰ ਹੋਸਟ ਨਹੀਂ ਕਰ ਰਹੇ। ਸੋ ਮੈਂ ਤੁਹਾਨੂੰ ਬੇਨਤੀ ਕਰਦਾ, ਜਦੋਂ ਤੁਹਾਡਾ ਮੈਂ ਸਵਾਲ ਕਰੂੰਗਾ ਉਦੋਂ ਤੁਸੀਂ ਆਪਣੀ ਓਪਨਿੰਗ ਸਟੇਟਮੈਂਟ ਦੇਣਾ। ਬਿਲਕੁਲ ਸਹਿਮਤ ਹਾਂ, ਪਰ ਤੁਸੀਂ ਜਿਹੜੀ ਲਾਈਨਾਂ ਪਹਿਲਾਂ ਬੋਲੀਆਂ ਉਹ ਠੀਕ ਨਹੀਂ ਜੀ, ਉਹ ਮੇਰੀਆਂ ਲਾਈਨਾਂ, ਉਹ ਤੁਹਾਡੀਆਂ ਲਾਈਨਾਂ ਨਹੀਂ ਗੀਆਂ। ਪਲੀਜ਼ ਮੈਂ ਬੇਨਤੀ ਕਰਦਾ, ਨਹੀਂ ਜੀ, ਜ਼ਰੂਰ ਬੋਲਣੀ ਚਾਹੀਦੀ। ਮੈਂ ਇਸ ਵੇਲੇ ਮੀਡੀਏਟਰ ਹਾਂ। ਸੋ ਮੈਂ ਪਲੀਜ਼ ਮੈਂ ਬੇਨਤੀ ਕਰਦਾ ਕਿ ਆਪਾਂ ਆਪਣੇ ਦਾਇਰੇ ਵਿੱਚ ਰਹਿਣਾ। ਤੁਸੀਂ ਆਪਣੀ ਗੱਲ ਦੇ ਵਿੱਚ ਜੋ ਵੀ ਤੁਸੀਂ ਕਹਿਣਾ ਹੋਊਗਾ ਤੁਹਾਨੂੰ ਪੂਰਾ ਕਹਿਣ ਦਾ ਹੱਕ ਹੋਵੇਗਾ, ਇਸੇ ਪ੍ਰਕਾਰ ਇਹਨਾਂ ਨੂੰ ਹੱਕ ਹੋਵੇਗਾ। ਲੇਕਿਨ ਤੁਸੀਂ ਅੱਜ ਹੋਸਟ ਨਹੀਂ ਕਰ ਰਹੇ, ਪ੍ਰੋਗਰਾਮ ਹੋਸਟ ਮੈਂ ਕਰ ਰਿਹਾ, ਮੀਡੀਏਟਰ ਮੈਂ ਹਾਂ। ਸੋ ਜੋ ਵੀ ਗੱਲ ਹੋਵੇਗੀ ਤੁਸੀਂ ਆਪਸ ਵਿੱਚ ਉਸ ਦਾ ਜਵਾਬ ਦਿਓਗੇ। ਤੁਸੀਂ ਕੋਈ ਕਿਸੇ ਨੂੰ ਸਵਾਲ ਰੇਜ਼ ਨਹੀਂ ਕਰ ਸਕੋਗੇ, ਤੁਸੀਂ ਸਿਰਫ ਤੇ ਸਿਰਫ ਇੱਕ ਦੂਜੇ ਦੀ ਗੱਲ ਦਾ ਉੱਤਰ ਦੇ ਸਕਦੇ ਆ। ਸੋ ਮੈਂ ਪਹਿਲਾਂ ਹੀ ਕਲੀਅਰ ਕਰ ਦਵਾਂ ਜੀ। ਠੀਕ ਹੈ ਜੀ। ਹਾਂਜੀ, ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੀਰ ਢਲ ਕੇ ਜਲ ਰੂਪ ਵਿੱਚ ਹੋ ਗਿਆ ਸੀ, ਕੀ ਸਬੂਤ ਹਨ? ਸੋ ਇਸ ਵਾਸਤੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਜੀ, ਜਿਹੜਾ ਤੁਹਾਡੇ ਵੱਲੋਂ ਸਵਾਲ ਇਹ ਰੇਜ਼ ਕੀਤਾ ਗਿਆ ਵਾ, ਇਹਦੇ ਕੀ ਤੱਤ ਹਨ? ਹਾਂਜੀ, ਇਹਨਾਂ ਵੱਲੋਂ ਸੀ, ਇਹਨਾਂ ਵੱਲੋਂ ਮੈਂ ਉਹਦਾ ਉੱਤਰ ਦੇਣਾ ਜੀ। ਇਹਨਾਂ ਦੀ ਮੈਂ ਕਥਾ ਸੁਣੀ 6-7 ਸਾਲ ਪਹਿਲਾਂ। ਇਹਨਾਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਦਾ ਸਰੀਰ ਢਲ ਕੇ ਪਾਣੀ ਬਣ ਗਿਆ ਜੀ। ਮਰਦਾਨਾ ਜੀ ਕਹਿਣ ਲੱਗੇ ਬਾਲੇ ਨੂੰ ਕਿ ਬਾਲਿਆ, ਤੁਹਾਨੂੰ ਤੇ ਬੇਬੇ ਨਾਨਕੀ ਜੀ ਨੂੰ ਵਾਰਾ ਹੈ ਕਿ ਤੁਸੀਂ ਜਦੋਂ ਵੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੋਗੇ, ਗੁਰੂ ਨਾਨਕ ਸਾਹਿਬ ਪ੍ਰਗਟ ਹੋਣਗੇ। ਮੇਰਾ ਸਵਾਲ ਇਹ ਹੈ ਕਿ ਗੁਰਬਾਣੀ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਇੱਕ ਸ਼ਲੋਕ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਜਿਹੜਾ ਇਹ ਸਾਬਤ ਕਰਦਾ ਹੋਵੇ ਕਿ ਬੰਦੇ ਦਾ ਸਰੀਰ ਢਲ ਕੇ ਪਾਣੀ ਬਣ ਜਾਂਦਾ ਹੈ, ਤੇ ਫਿਰ ਉਹ ਪਾਣੀ ਤੋਂ ਪਾਣੀ ਤੋਂ ਫਿਰ ਬੰਦਾ ਬਣ ਸਕਦਾ ਜੀ। ਪਹਿਲਾਂ ਮੈਂ ਪੁੱਛਣਾ ਚਾਹੂੰਗਾ ਜੀ, ਕੀ ਤੁਸੀਂ ਕੋਈ ਇਹੋ ਜਿਹੀ ਸਟੇਟਮੈਂਟ ਦਿੱਤੀ ਹੈ, ਕੀ ਤੁਸੀਂ ਕਥਾ ਦੇ ਵਿੱਚ ਇਹ ਬਿਆਨ ਕੀਤਾ ਹੈ ਜੀ? ਇੱਕ ਵਾਰ ਨਹੀਂ, ਬਹੁਤ ਵਾਰ। ਓਕੇ ਜੀ, ਹਾਂਜੀ, ਤੁਸੀਂ ਇਸ ਦਾ ਦੱਸੋ ਜੀ, ਇਹ ਕਿਉਂ ਕੀਤਾ ਜੀ? ਹਾਂ, ਇਹ ਇਸ ਲਈ ਕੀਤਾ ਹੈ, ਇਹ ਇਤਿਹਾਸ ਦੇ ਜਿਹੜੇ ਹਵਾਲੇ ਨੇ, ਜੇ ਕੋਈ ਇਤਿਹਾਸ ਦੇ ਹਵਾਲਿਆਂ ਨੂੰ ਇਹ ਕਹੇ ਵੀ ਗੁਰਬਾਣੀ ਦੇ ਨਾਲ ਇਹਦਾ ਉੱਤਰ ਦਿਓ, ਚਲੋ ਉੱਤਰ ਗੁਰਬਾਣੀ ਅਨੁਸਾਰ ਵੀ ਆ ਜਾਊ। ਆ ਸਾਡੇ ਕੋਲ ਸੰਪਰਦਾਇ ਟੀਕਾ ਉਹਨਾਂ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ 60 ਕਥਾ ਕੀਤੀਆਂ। ਉਹਨਾਂ ਨੇ ਸਾਰੀ ਜ਼ਿੰਦਗੀ 250 ਵਿਦਿਆਰਥੀ ਪੜ੍ਹਾਏ। ਸੰਤ ਗਿਆਨੀ ਅਮੀਰ ਸਿੰਘ ਜੀ, ਗਲੀ ਸੱਤੋਵਾਲੀ, ਭਾਈ ਮਨੀ ਸਿੰਘ ਦੀ ਸੰਪਰਦਾ ਦੇ ਮਹਾਂਪੁਰਸ਼। ਪੋਥੀ ਨੰਬਰ 10 ਤੇ ਆ ਸਰਦਾਰ ਬਹਾਦਰ ਮੈਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਉਣਾ ਚਾਹੁੰਦਾ ਤੇ ਸਰਦਾਰ ਮਨਜੀਤ ਸਿੰਘ ਵੀ ਇਹ ਸਬੂਤ ਦੇਖ ਲੈਣ ਤਾਂ ਕਿ ਇਹਨਾਂ ਨੂੰ ਤੇ ਇਹ ਵੀ ਦੇਖ ਲੈਣ ਤੇ ਆਪ ਪੜ੍ਹ ਲੈਣ ਕਿ ਇੱਥੇ ਲਿਖਿਆ, ਅਗਰ ਇਹਨਾਂ ਨੂੰ ਇਸ ਲਿਖੀ ਤੇ ਇਹ ਹੈ ਸਬੂਤ ਤੇ ਰੱਖ ਦਿਓ ਜੀ, ਪੜ੍ਹ ਚਾਹਣਗੇ ਤੇ ਪੜ੍ਹ ਲੈਣ, ਆਪਾਂ ਦਿਖਾ ਦਈਏ। ਅਗਰ ਸਰਦਾਰ ਬਹਾਦਰ ਇਸ ਤੇ ਇਹਨਾਂ ਨੂੰ ਕਿੰਤੂ ਹੈ ਤਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ 50 ਤਖਤਾਂ ਦੇ ਕਿਸੇ ਜਥੇਦਾਰ ਦੇ ਜਾ ਕੇ ਇਹ ਸ਼ਿਕਾਇਤ ਕਰਨ ਤੇ ਪੋਥੀ ਤੇ ਬੈਨ ਲਵਾਉਣ। ਇੱਥੋਂ ਪੜ੍ਹ ਕੇ ਕੀਤਾ ਹਵਾਲੇ ਪਲੀਜ਼ ਮੈਨੂੰ ਦਿਓ ਤਾਂ ਕਿ ਮੈਂ ਪੋਥੀ ਪੜਾਂ। ਤੇ ਕੀ ਇਹ ਪ੍ਰਮਾਣਿਤ ਪੋਥੀ ਹੈ? ਹਾਂਜੀ ਹਾਂਜੀ, ਪੂਰੇ ਵਾਸਤੇ ਪ੍ਰਮਾਣਿਤ ਜੀ। ਤੁਹਾਨੂੰ ਜੀ ਇਹਦੇ ਤੇ ਕੋਈ ਸ਼ੰਕਾ? ਮੈਨੂੰ ਇਹਦੇ ਤੇ ਸ਼ੰਕਾ ਪਹਿਲਾਂ ਇਹ ਹੈ ਜੀ ਕਿ ਜਿਹੜੀ ਇਹ ਗੱਲ ਚਲਾਉਂਦੇ ਆ ਕਿ ਦੋਨੋਂ ਜਿਹੜੀਆਂ ਸੰਪਰਦਾਵਾਂ ਹੈਗੀਆਂ ਸਾਹਿਬ ਦੇ ਸੱਤੋ ਦੀ ਗਲੀ ਵਾਲੇ, ਇਹ ਕਿਸੇ ਵੀ ਤਰੀਕੇ ਨਾਲ ਜਾ ਕੇ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨਾਲ ਨਹੀਂ ਜੁੜਦੀਆਂ। ਇਹ ਇਤਿਹਾਸਕ ਤੌਰ ਤੇ ਵੀ ਗਲਤ ਹੈ। ਚਲੋ ਜੀ, ਸੋ ਇਹਦਾ ਭਾਵ ਆ ਕਿ ਜਿਹੜੀ ਪੋਥੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਮੀਰ ਭੰਡਾਰ ਸੈਂਚੀ 10ਵੀਂ, ਇਹ ਗਲਤ ਆ? ਨਹੀਂ, ਮੈਂ ਨਹੀਂ ਕਹਿੰਦਾ ਵੀ ਇਹ ਗਲਤ ਹੈ। ਮੈਂ ਕਹਿੰਦਾ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋਂ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਵੇਲੇ ਤੋਂ ਚੱਲੀ ਆ ਰਹੀ ਹੈ, ਉਹਦੇ ਨਾਲ ਇਹਦਾ ਇਤਿਹਾਸ ਹੀ ਨਹੀਂ ਜੁੜਦਾ। ਸੋ ਇਸ ਦਾ ਭਾਵ ਆ ਕਿ ਅਕਾਲ ਤਖਤ ਸਾਹਿਬ ਨੂੰ ਆਪਾਂ ਨੂੰ ਲਿਖ ਦੇਣਾ ਚਾਹੀਦਾ ਹੈ, ਇਹ ਪ੍ਰਮਾਣਿਤ ਕਰਾਉਣਾ ਚਾਹੀਦਾ। ਮੈਂ ਇਹਦੀ ਗੱਲ ਦਾ ਉੱਤਰ ਦੇਣਾ ਚਾਹੁੰਦਾ। ਹਾਂਜੀ, ਅਗਰ ਇਹ ਗੱਲ ਸੱਚ ਹੈ ਜਿਹੜੀ ਗੱਲ ਕਹਿੰਦੇ ਹਾਂਜੀ, ਤਾਂ ਇਹ 50 ਤਖਤਾਂ ਦੇ ਕਿਸੇ ਜਥੇਦਾਰ ਦੇ ਕੋਲ ਜਾ ਕੇ ਸ਼ਿਕਾਇਤ ਕਰਨ ਤੇ ਸੰਪਰਦਾਇ ਗਿਆਨੀ ਇਹਨਾਂ ਦਾ ਉੱਤਰ ਦੇਣਗੇ। ਹਾਂਜੀ, ਜੇ ਇਹ ਗਲਤ ਹੋਣਗੇ ਉਹ ਫਤਵਾ ਦੇਣਗੇ, ਅਸੀਂ ਗਲਤ ਹੋਣਗੇ ਸਾਨੂੰ ਫਤਵਾ ਦਿਓ, ਇਹ ਗਲਤ। ਸੋ ਇਸ ਦੇ ਬਾਰੇ ਹੁਣ ਬੋਲੋ ਨਹੀਂ ਕੱਲ ਜਾਣਾ 5 ਤਖਤਾਂ ਦੇ ਜਥੇਦਾਰ ਉੱਤੇ ਇਕੱਠੇ ਹੁੰਦੇ ਨੇ, ਇਹ ਆਪਣਾ ਸਵਾਲ ਕਰਨ, ਅਸੀਂ ਉੱਤੇ ਉੱਤਰ ਦੇਵਾਂਗੇ ਨਾ।
ਇਹ ਕਿਹੜੀ ਗੱਲ ਹੈ ਵੀ ਇੱਕ ਬੰਦੇ ਦੇ ਕਹਿਣ ਨਾਲ ਗੱਲ? ਇਹ ਤਾਂ ਹੁਣ ਗੱਲ ਲੰਬੀ ਹੋ ਗਈ ਨਾ ਜੀ। ਤੁਸੀਂ ਨਹੀਂ ਲੰਬੀ ਕੋਈ ਨਹੀਂ, ਥੋੜਾ ਉੱਤਰ ਹੈ ਤਾਂ ਗੱਲ ਹਾਂਜੀ ਇਹ ਤੁਹਾਡੇ ਸਵਾਲ ਦਾ ਉੱਤਰ ਹੈ। ਸਵਾਲ ਹੈ। ਤੁਸੀਂ ਕਿਹਾ ਵੀ ਇਹ ਪ੍ਰਮਾਣ ਵੀ ਕਿੱਥੇ ਲਿਖਿਆ ਹੋਇਆ? ਤੁਸੀਂ ਜੀ ਮੈਂ ਸਰਦਾਰ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਲੋਕ ਦਾ ਹਵਾਲਾ ਦੇ ਕੇ ਕੋਈ ਬੰਦੇ ਦਾ ਸਰੀਰ ਕਰ ਜਾਂਦਾ ਤੇ ਫਿਰ ਪਾਣੀ ਤੋਂ ਬੰਦਾ ਬਣਾਇਆ ਜਾ ਸਕਦਾ। ਦੇਖੋ ਜੀ, ਤੁਹਾਨੂੰ ਬੰਦਾ ਦਿਖਦਾ ਹੋਊਗਾ, ਤੁਹਾਨੂੰ ਉਹ ਬੰਦਾ ਨਹੀਂ ਦਿਸਦਾ ਜਿਹਦੀ ਤੁਸੀਂ ਗੱਲ ਕਰਦੇ। ਆਦ ਨਿਰੰਕਾਰ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ, ਗੁਰ ਅੰਮ੍ਰਿਤ ਪੀਨੀ ਦੋਹਰੀ, ਗੁਰ ਅੰਮ੍ਰਿਤ ਗੁਰ ਕੇ ਗੁਰੂ ਦਾ ਸਰੀਰ, ਗੁਰੂ ਦੀ ਰਸਨਾ, ਗੁਰ ਰਸਨਾ ਅੰਮ੍ਰਿਤ ਬੋਲਦੀ। ਸਰਵ ਸਮਰੱਥ ਜੀ ਉਹ ਸਰਵ ਕਲਾ ਸਮਰੱਥ ਹੈ। ਤੁਸੀਂ ਤੁਹਾਨੂੰ ਬੰਦਾ ਦਿਖਦਾ, ਸਾਨੂੰ ਬੰਦਾ ਨਹੀਂ ਦਿਸਦਾ। ਉਹ ਸਰਦਾਰ ਮਨਜੀਤ ਸਿੰਘ ਜੀ ਤੁਸੀਂ ਹਾਂਜੀ ਸਰਦਾਰ ਮਨਜੀਤ ਸਿੰਘ ਜੀ। ਅੱਛਾ, ਜਿੱਥੇ ਤੱਕ ਮੇਰਾ ਖਿਆਲ ਹੈ ਵੀ ਜਿਹੜਾ ਪਹਿਲਾ ਕੁਐਸਚਨ ਹੈ ਇਹ ਤਾਂ ਅੱਜ ਦੇ ਟਾਪਿਕ ਨਾਲ ਤਾਂ ਸੰਬੰਧ ਨਹੀਂ ਹੈ। ਇਹ ਦਰਅਸਲ ਇਹ ਸਵਾਲ ਉਹ ਹਨ ਜਿਹੜੇ ਜੀ ਤੁਹਾਡੇ ਵੱਲੋਂ ਰੇਜ਼ ਕੀਤੇ ਹੋਏ ਆ ਸਰਦਾਰ ਸਾਹਿਬ ਜੀ। ਇਹ ਮਤਲਬ ਵੀ ਹਾਂ ਸਾਡਾ ਸਵਾਲ ਹੈ, ਤੁਸੀਂ ਕਿਵੇਂ ਕਹਿ ਸਕਦੇ ਹੋ? ਹਾਂਜੀ ਨਹੀਂ, ਉਹ ਮਤਲਬ ਅੱਜ ਦੇ ਟਾਪਿਕ ਨਾਲ ਇਹਦਾ ਸੰਬੰਧ ਨਹੀਂ। ਉਹ ਜੀ ਨਹੀਂ, ਟੌਪਿਕ ਦੇ ਨਾਲ ਸੰਬੰਧ ਇਸ ਕਰਕੇ ਹੈ ਜੀ ਵੀ ਇਹਨਾਂ ਦੇ ਸਵਾਲ ਕੀਤੇ ਹੋਏ, ਇਹਨਾਂ ਨੇ ਉੱਤਰ ਮੰਗੇ ਨੇ, ਇਸ ਲਈ ਕੋਲ ਬੈਠੇ ਨੇ ਮੇਰਾ ਫਰਜ਼ ਬਣਦਾ ਮੈਂ ਉੱਤਰ ਦੇਣਾ। ਠੀਕ ਹੈ, ਠੀਕ ਨਹੀਂ ਫਿਰ ਕੱਲ ਨੂੰ ਇਹਨਾਂ ਦੀ ਸ਼ਿਕਾਇਤ ਹੋਊਗੀ ਵੀ ਇਹਨਾਂ ਉੱਤਰ ਦਿੱਤੇ ਚਲੇ ਗਏ। ਠੀਕ ਹੈ, ਇਹ ਲੈਣ ਉੱਤਰ। ਇਸ ਕਰਕੇ ਉਹ ਤੁਸੀਂ ਇਹਦਾ ਇਤਰਾਜ਼ ਨਾ ਕਰੋ ਵੀ ਇਹ ਮਤਲਬ ਦੇ ਨਾਲ ਸੰਬੰਧ ਨੇ। ਹਾਂਜੀ, ਉਹ ਬਾਅਦ ਵਿੱਚ ਅੱਗੇ ਅਗਲਾ ਸਵਾਲ ਹੋ ਜੀ। ਸਰਦਾਰ ਮਨਜੀਤ ਸਿੰਘ ਜੀ ਤੁਸੀਂ ਕੋਈ? ਹਾਂਜੀ, ਮੈਂ ਇਹ ਕਹਿਣਾ ਚਾਹੂੰਗਾ ਪਹਿਲੀ ਗੱਲ ਤੇ ਜਿਹੜੀ ਤੁਸੀਂ ਪਹਿਲਾਂ ਸਟੇਟਮੈਂਟ ਦਿੱਤੀ ਹੈ ਵੀ ਇੱਕ ਪਾਰਟੀ ਜਿਹੜੀ ਉਹ ਕਹਿੰਦੀ ਹੈ ਵੀ ਜਿਹੜਾ ਮੀਟ ਖਾਣਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ। ਮੈਂ ਇਹ ਕਦੀ ਵੀ ਇਹ ਸਟੇਟਮੈਂਟ ਨਹੀਂ ਦਿੱਤੀ। ਮੇਰੀ ਸਟੇਟਮੈਂਟ ਪਹਿਲਾਂ ਵੀ ਇਹ ਸੀ, ਉਦੋਂ ਭਾਈ ਸਾਹਿਬ ਜੀ ਨਾਲ ਗੱਲ ਹੋਈ ਉਦੋਂ ਵੀ ਮੈਂ ਸਟੇਟਮੈਂਟ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਕਿ ਮੀਟ ਖਾਣਾ ਚਾਹੀਦਾ, ਖਾ ਸਕਦੇ ਆ। ਮੈਂ ਆਪਣਾ ਜ਼ਰੂਰ ਇਹ ਮੇਰੀ ਸਟੇਟਮੈਂਟ ਰਹੀ ਹੈ। ਹਾਂਜੀ, ਤੇ ਦੂਜੀ ਨਾਲ ਮੇਰੀ ਸਟੇਟਮੈਂਟ ਇਹ ਸੀ ਵੀ ਗੁਰੂ ਗ੍ਰੰਥ 'ਚ ਇਹ ਵੀ ਕਿਤੇ ਨਹੀਂ ਲਿਖਿਆ ਕਿ ਮੀਟ ਤੁਸੀਂ ਜਿਹੜਾ ਹੈਗਾ ਖਾਣਾ ਮਨਾ ਆ। ਤੇ ਇਸ ਗੱਲ ਦੇ ਉੱਤੇ ਉਦੋਂ ਡਿਸਕਸ਼ਨ ਥੋੜੀ ਸੀ ਕਿਉਂਕਿ ਤੁਸੀਂ ਤੋਰੀ ਸੀ ਤੇ ਫਿਰ ਨੈਚੁਰਲੀ ਕੁਦਰਤੀ ਥੋੜੀ ਜਿਹੀ ਪ੍ਰੋਸੀਜਰ। ਸੋ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਸੀ। ਜੇ ਮੈਂ ਗਲਤ ਨਹੀਂ ਗਾ ਤੇ ਮੈਂ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਹੇ ਨਹੀਂ ਲਿਖਿਆ ਕਿ ਮੀਟ ਖਾਣਾ ਜਾਂ ਨਹੀਂ ਖਾਣਾ, ਲੇਕਿਨ ਇੱਕ ਧਿਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਜੇਕਰ ਨਹੀਂ ਲਿਖਿਆ ਤੇ ਸਾਨੂੰ ਦਿਖਾਇਆ ਜਾਵੇ ਕਿ ਕਿੱਥੇ ਲਿਖਿਆ ਹੈ। ਸੋ ਗੱਲ ਇੱਕੋ ਹੀ ਹੋ ਜਾਂਦੀ। ਨਹੀਂ, ਇੱਕ ਗੱਲ ਰਵਿੰਦਰ ਜੀ ਨਹੀਂ ਹੁੰਦੀ ਇਹ, ਕਿਉਂਕਿ ਜਦੋਂ ਇਸ਼ੂ ਜਦੋਂ ਵੀ ਤੁਸੀਂ ਡਿਸਕਸ ਕਰਨਾ ਉਹਦੀ ਜ਼ਰੂਰੀ ਹੈ ਕਿ ਜਿਹੜੀ ਗੱਲ ਤੇ ਅਸੀਂ ਸਹਿਮਤ ਹਾਂ। ਹੁਣ ਭਾਈ ਸਾਹਿਬ ਜੀ ਨਾਲ ਉਦੋਂ ਗੱਲ ਹੋਈ ਆ, ਇਹ ਗੱਲ ਇਹਨਾਂ ਨੇ ਵੀ ਕਹੀ ਆ, ਮੈਂ ਵੀ ਕਹੀ ਆ ਕਿ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਲਿਖਿਆ ਵੀ ਮੀਟ ਖਾਣਾ ਜਿਹੜਾ। ਮੈਂ ਇਹ ਵੀ ਕਹਿ ਰਿਹਾ ਨਹੀਂ ਮੇਰੇ ਜੋ ਮੈਨੂੰ ਲਾਓ, ਮੈਂ ਤਾਂ ਇਹ ਕਿਹਾ ਵੀ ਗੁਰੂ ਗ੍ਰੰਥ ਸਾਹਿਬ 'ਚ ਇਹ ਲਿਖਿਆ ਵੀ ਮੀਟ ਨਹੀਂ ਖਾਣਾ ਚਾਹੀਦਾ। ਇਸੇ ਪ੍ਰਕਾਰ ਤੁਸੀਂ ਇਹ ਕਿਹਾ, ਆਪਾਂ ਉਹਨੂੰ ਸਿੱਧ ਕਰਾਂਗੇ ਅੱਜ। ਇਹ ਤਾਂ ਚਲੋ ਬਾਅਦ ਚਲੋ ਜੀ ਅੱਗੇ ਚੱਲ ਗਏ। ਬੇਬੇ ਨਾਨਕੀ ਤੇ ਭਾਈ ਬਾਲੇ ਨੂੰ ਵਰ ਪ੍ਰਾਪਤ ਸੀ ਕਿ ਜਦੋਂ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੋਵਾਂਗੇ। ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਵਰ ਸਰਾਪ। ਇਹ ਤੁਹਾਡੇ ਵੱਲੋਂ ਸਰਦਾਰ ਸਾਹਿਬ ਜੀ ਮੇਰੇ ਵੱਲ ਠੀਕ ਹੈ ਜੀ। ਸਰ ਮਨਜੀਤ ਸਿੰਘ ਜੀ ਕੁਝ ਇਹਦੇ ਵਿੱਚ ਤੁਸੀਂ ਹੁਣੇ ਐਡ ਕਰਨਾ ਚਾਹੋ? ਓਕੇ। ਤੇ ਇਹਨਾਂ ਨੇ ਕਿਹਾ ਵੀ ਭਾਈ ਬਾਲੇ ਤੇ ਬੇਬੇ ਨਾਨਕੀ ਨੂੰ ਜਿਹੜਾ ਮੈਂ ਕਿਹਾ ਸੀ ਵੀ ਉਹਨਾਂ ਨੂੰ ਵਰ ਪ੍ਰਾਪਤ ਹੈ ਵੀ ਉਹ ਜਦੋਂ ਬੁਲਾਉਣ ਆ ਜਾਣ। ਅੱਜ ਮੈਂ ਨਾਲ ਇਹ ਵੀ ਕਹੂੰਗਾ ਕਈ ਹੋਰ ਭਗਤਾਂ ਨੂੰ, ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ, ਪ੍ਰਹਲਾਦ ਭਗਤ ਦੇ ਆਵਾਜ਼ ਮਾਰੇ ਤੋਂ ਤੱਤੇ ਥੰਮ ਚੋਂ ਰੱਬ ਪ੍ਰਗਟ ਹੋ ਸਕਦਾ ਹੈ। ਤੇ ਭੈਣ ਨਾਨਕੀ ਦੇ ਵਿੱਚ ਪ੍ਰਹਲਾਦ ਵਰਗੀ ਭਗਤੀ ਨਹੀਂ ਸੀ। ਇਹਦਾ ਮਤਲਬ ਭੈਣ ਨਾਨਕੀ ਦੇ ਕਹਿਣ ਤੋਂ ਗੁਰੂ ਨਾਨਕ ਨਹੀਂ ਸੀ ਪ੍ਰਗਟ ਹੋ ਸਕਦਾ। ਇਹਦਾ ਮਤਲਬ ਇੱਕ ਦੇਵਤਾ ਅਵਤਾਰ ਭਗਵਾਨ ਵਿਸ਼ਨੂੰ ਹੀ ਇੱਕ ਆਪਣੀ ਭਗਤ ਦੀ ਰੱਖਿਆ ਕਰਨ ਵਾਸਤੇ ਉਹਦੇ ਯਾਦ ਕਰੇ ਤੇ ਆ ਸਕਦਾ ਹੈ। ਲੇਕਿਨ ਗੁਰੂ ਨਾਨਕ ਜੇ ਸਮਰੱਥਾ ਨਹੀਂ ਕਿ ਦੇਵਤੇ ਜਿੰਨੀ ਵੀ ਉਹ ਆਪਣੇ ਭਗਤ ਦੇ ਜਾਂ ਆਪਣੇ ਸਿੱਖ ਦੇ ਬੁਲਾਏ ਤੋਂ ਪ੍ਰਗਟ ਹੋ ਸਕਦਾ ਹੈ। ਇਹ ਨਾਮੁਮਕਿਨ ਬਾਤ ਹੈ ਸਰਦਾਰ ਸਾਹਿਬ ਜੀ। ਇਹਨੂੰ ਗੌਰ ਨਾਲ ਦੇਖੋਗੇ। ਸਤਿਗੁਰੂ ਨੇ ਕਿਤੋਂ ਨਹੀਂ ਆਉਣਾ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਏ, ਉੱਥੋਂ ਹੀ ਪ੍ਰਗਟ ਹੋਣਾ। ਉਹ ਪਰਮੇਸ਼ਰ ਹੈ। ਅੱਗੇ ਚਲੋ ਜੀ। ਹਾਂ, ਮੇਰਾ ਸਵਾਲ ਇਹ ਸੀਗਾ ਜੀ, ਪਹਿਲੀ ਗੱਲ ਤਾਂ ਕੋਈ ਭਾਈ ਦੀ ਗੱਲ ਰਹੇਗੀ, ਉਹ ਮੈਂ ਕਹਿੰਦਾ ਜਵਾਬ ਦੇਣਾ ਇਹ ਕਹਿ ਲੈਣ, ਫਿਰ ਮੈਂ ਬਾਰ-ਬਾਰ ਇਹ ਅਰਸਰਾਬ ਵਾਲੇ ਬੋਲਣਾ। ਠੀਕ ਹੈ ਜੀ। ਪਹਿਲੀ ਗੱਲ ਤਾਂ ਜੀ ਕੋਈ ਸਿੱਖ ਹਿਸਟਰੀ ਦੇ ਵਿੱਚ ਭਾਈ ਬਾਲਾ ਨਾਂ ਦਾ ਬੰਦਾ ਹੀ ਨਹੀਂ ਹੋਇਆ। ਉਹ ਅਗਲਾ ਸਵਾਲ ਹੈ। ਆਪਾਂ ਗਾਂ ਜਾਵਾਂਗੇ। ਉਹ ਗਾਂ ਅਗਲਾ ਸਵਾਲ ਹੈ ਜੀ। ਮੈਂ ਉੱਤਰ ਦੂੰਗਾ ਜੀ। ਉਹ ਅਗਲਾ ਸਵਾਲ ਹੈ। ਤੁਸੀਂ ਫਿਰ ਵਰਸਰਾਪਾਂ ਬਾਰੇ ਦੱਸੋ ਜੀ। ਕੋਈ ਗੁਰੂ ਗ੍ਰੰਥ ਸਾਹਿਬ ਦਾ ਸ਼ਲੋਕ ਦਾ ਮੈਂ ਸ਼ਲੋਕ ਦਾ ਹਵਾਲਾ ਦੇਣਾ। ਹਾਂਜੀ। ਜੋ ਜੋ ਸੰਤ ਸਰਾਫਿਆ ਫਿਰੈ ਪਵੰਦੇ, ਇਹਦੇ ਕੀ ਅਰਥ ਕਰੋਗੇ? ਇਹ ਸਾਰਾ ਸ਼ਲੋਕ ਦੇਖੋ ਜੀ, ਰਹਾਉ ਦੀ ਕੋ ਕੱਢ ਕੇ ਦੇਖੋ ਇਹ ਸ਼ਲੋਕ ਦਾ ਮਤਲਬ ਕੀ ਬਣਦਾ ਹੈ। ਪੰਨਾ ਨੰਬਰ ਅੰਕ ਨੰਬਰ ਕਿੰਨਾ? ਮੈਂ ਦੱਸਦਾ ਜੀ, ਹੁਣੇ ਦੱਸਦਾ। ਹਾਂਜੀ। ਇਹ ਸਾਰੇ ਸ਼ਲੋਕ ਦਾ ਮਤਲਬ ਇਹ ਨਹੀਂ ਹੈ ਜੀ ਜਿਹੜੇ ਸੰਤ ਸ਼ਰਾਬ ਦੇ ਨੇ ਉਹ ਬੰਦੇ ਸੁੱਕ ਜਾਂਦੇ ਹਨ। ਜੋ ਜੋ ਸੰਤ ਸਰਾਪਿਆ, ਖੈਰ ਗੁਰੂ ਗ੍ਰੰਥ ਸਾਹਿਬ ਦਾ ਇਸ ਜੋ ਸੰਤ ਸਰਾਪਿਆ ਹਾਂ ਆ ਦੇਖੇ 315 ਅੰਗ 15 ਤੇ 16 ਤੇ ਆਇਆ। ਜੋ ਜੋ ਸੰਤ ਸਰਾਪਿਆ 315
ਹਾਂ ਠੀਕ ਹੈ ਤੁਹਾਡੀ ਓਕੇ ਜੀ ਇਹ ਦੇਖੋ ਇਹ ਪੰਕਤੀ ਹੈਗੀ ਜਿਹੜੀ ਮੇਰੀ ਬੋਲੀ ਹਾਂਜੀ ਪੰਕਤੀ ਤੁਸੀਂ ਰਹਾਉ ਦੀ ਤੁਕ ਦੇਖੋ ਜੀ, ਰਹਾਉ ਦੀ ਤੁਕ ਆਪਾਂ ਸਾਰੀ ਦੀ ਸਾਰੀ ਰਹਾਉ ਦੀ ਤੁਕ ਦੇ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਜੀ। ਇੱਕ ਇੱਕ ਤੁਕ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਵਿਗਾੜ ਛੱਡੇ। ਇਹ ਕਿੱਥੇ ਕਰਕੇ ਖੈਰ ਇਸ ਲਈ ਲੱਗਦਾ ਸਰਦਾਰ ਸਾਹਿਬ ਗੁੱਸਾ ਨਹੀਂ ਕਰਨਾ ਆਪਾਂ ਨੇ, ਨਹੀਂ, ਗੁੱਸਾ ਨਹੀਂ ਕਰਨਾ। ਆਪਾਂ ਬੜੇ ਧੀਰਜ ਭਾਵ ਦੇ ਨਾਲ, ਕਿਉਂਕਿ ਦੇਖੋ ਜਿਹੜਾ ਬਾਦ ਸੰਵਾਦ ਹੈ ਇਹਦੇ 'ਚ ਕੋਈ ਹਰਜ ਨਹੀਂ ਹੁੰਦਾ। ਬਾਦ ਵਿਵਾਦ ਦੇ ਵਿੱਚ ਬਹੁਤ ਨੁਕਸਾਨ ਹੁੰਦਾ। ਬਾਦ ਸੰਵਾਦ ਕਰੀਏ, ਬਾਦ ਸੰਵਾਦ ਹੁੰਦਾ ਤੁਸੀਂ ਪ੍ਰਸ਼ਨ ਕਰੋ ਮੈਂ ਉੱਤਰ ਦਿਆਂਗਾ ਜੀ। ਆਪਾਂ ਨੂੰ ਵਰ ਤੱਕ ਦੀ ਇੱਥੇ ਤੁਸੀਂ ਪ੍ਰਸ਼ਨ ਵਰਦਾ ਕੀਤਾ ਵੀ ਗੁਰਬਾਣੀ ਦੇ ਵਿੱਚ ਇਨਸਰਾਫ ਦਾ ਵਰ ਸਰਾਫ ਨੂੰ ਗੁਰਬਾਣੀ ਨਹੀਂ ਮੰਨਦੀ ਜੀ। ਮੈਂ ਇਹ ਮੰਨਦਾ। ਤੁਸੀਂ ਕਹਿੰਦੇ ਹੋ ਗੁਰਬਾਣੀ ਨਹੀਂ ਮੰਨਦੀ, ਆ ਸੰਤ ਤੇ ਸਰਾਫ ਨੂੰ ਕਿਉਂ ਮੰਨਦੀ ਆ ਬਾਣੀ? ਇਹ ਇਸ ਜਿਹੜੀ ਪੰਕਤੀ ਇਹ ਬਾਣੀ ਦੀ ਪੰਕਤੀ ਇਹ ਬਾਣੀ ਦੀ ਪੰਕਤੀ ਹੈ। ਮੈਂ ਕਹਿੰਦਾ ਸੈਂਟਰਲ ਆਈਡੀਆ ਜਿਹੜਾ ਸ਼ਲੋਕ ਦਾ ਸੈਂਟਰਲ ਆਈਡੀਆ ਇਹਦੇ ਰਹਾਉ ਦੀ ਤੁਕ ਦੇ ਨਾਲ ਹੁੰਦਾ ਜੀ। ਉਹ ਤੁਸੀਂ ਵਰਤੇ ਸਰਾਫ ਨਹੀਂ, ਇਹਦਾ ਅਰਥ ਕੀ ਹੈ? ਇਹਦਾ ਅਰਥ ਇਹ ਹੈ ਸੰਤ ਸਰਾਫ ਦਾ ਅਰਥ ਤੁਸੀਂ ਕਰਦੇ ਹੋ, ਜੇ ਮੈਨੂੰ ਅਰਥ ਗਲਤ ਆਉਂਦਾ ਇਹਦਾ ਤੁਸੀਂ ਇਹਨੂੰ ਸੁਧ ਕਰਦੇ ਹੋ। ਜੋ ਪੇੜ ਸੁਕੰਦੇ ਜਿਹੜੇ ਪਾਣੀ ਪੇੜ ਨਾਲ ਵੱਢੇ ਜਾਂਦੇ ਉਹ ਹੈਗੇ ਸੁੱਕ ਜਾਂਦੇ। ਇਸੇ ਤਰ੍ਹਾਂ ਜਿਹੜਾ ਬੰਦਾ ਰੱਬ ਨਾਲੋਂ ਜਿਹੜਾ ਸੱਚਾ ਰੱਬ ਜੀ ਹੈ ਜਾਂ ਯੂਨੀਵਰਸਲ ਟਰੂਥ ਹੈ, ਜਿਹੜੇ ਉਹਦੇ ਨਾਲੋਂ ਟੁੱਟ ਜਾਂਦੇ ਉਹ ਸੁੱਕ ਜਾਂਦੇ। ਠੀਕ ਹੈ। ਕਿਸੇ ਦੇ ਸ਼ਰਾਬ ਦੇਣ ਤੇ ਬੰਦਾ ਨਹੀਂ ਸੁੱਕਦਾ। ਮੈਨੂੰ ਤਾਂ ਕਦੀ ਹਿਸਟਰੀ ਚੋਂ ਕਦੇ ਇਹ ਨਹੀਂ ਮਿਲਿਆ ਵੀ ਗੁਰੂ ਨਾਨਕ ਸਾਹਿਬ ਨੂੰ ਜਿਨ੍ਹਾਂ ਨੇ ਕੁੜਾਈਆ ਕਿਹਾ, ਇੱਟਾਂ ਰੋੜੇ ਮਾਰੇ, ਉਹਨਾਂ ਨੂੰ ਜੁਨਾ ਵਿੱਚ ਪਾਉਂਦੇ ਆ ਗੁਰੂ ਨਾਨਕ ਸਾਹਿਬ ਜੂਨਾ ਪਵੰਦੇ ਦੀ ਗੱਲ ਹੈ ਜੀ। ਗੁਰੂ ਨਾਨਕ ਸਾਹਿਬ ਨੇ ਕਹਿੰਦੇ ਨਾਨਕ ਏਵ ਨਾ ਜਾਪੇ, ਕਿੱਥੇ ਜਾਏ ਸਮਾਈ। ਮਰਨ ਤੋਂ ਬਾਅਦ ਬੰਦਾ ਜਾਂਦਾ ਕਿੱਥੇ? ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਕਿਤੇ ਨਹੀਂ ਜਾਂਦਾ ਬੰਦਾ, ਕਿਤੇ ਨਹੀਂ ਆਉਂਦਾ, ਨਹੀਂ ਜਾਂਦਾ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਕਿੱਥੇ ਨਹੀਂ ਜਾਂਦਾ ਉਹ? ਇਹ ਜਿਉਂਦੇ ਜੀ ਮਰਨ ਕਿਉਂ ਕਿੱਥੇ ਜਾਂਦਾ ਹੈ? ਉਹ ਕਿੱਥੋਂ ਦੱਸੋਗੇ? ਸਵਾਜੀ ਗੱਲ ਇਹ ਹੈ ਕਿ ਅੰਮ੍ਰਿਤਸਰਾਨੋਂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਰ ਦੀਵਾਨ ਬੁਲਾਇਆ। ਇਹ ਕਿੱਥੇ ਨੂੰ ਜਾ ਰਿਹਾ? ਇਹ ਇੱਥੇ ਹੀ ਜਾਂਦਾ। ਆਖਿਆ ਸੁਣ ਰਹੇ ਮਨ ਇਹ ਆਖਾਂ ਜੀਵਾਂ ਵਿਸਰਾ ਮਰ ਜਾਓ। ਜਿੰਨਾ ਚਿਰ ਬੰਦਾ ਸੱਚ ਦਾ ਜੁੜਿਆ ਗੁਰਬਾਣੀ, ਮੈਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵਿਚਾਰਿਆ ਜੀ ਚੰਗੀ ਤਰ੍ਹਾਂ। ਗੁਰਬਾਣੀ ਮਰਨ ਤੋਂ ਬਾਅਦ ਕਿਸੇ ਜ਼ਿੰਦਗੀ ਦੀ ਗੱਲ ਹੀ ਨਹੀਂ ਕਰਦੀ। ਫਿਰ ਤਾਂ ਗੱਲੇ ਨਿਬੜ ਗਈ ਜੀ। ਤੁਸੀਂ ਅਗਲਾ ਜੀਵਨ ਨਹੀਂ ਮੰਨਦੇ, ਤੁਸੀਂ ਆਪਣਾ ਪ੍ਰੈਜ਼ੈਂਟ ਫਿਕਸ ਕਰੋ। ਤੁਸੀਂ ਅਗਲਾ ਜੀਵਨ ਨਹੀਂ ਮੰਨਦੇ, ਮੈਂ ਪ੍ਰੈਜ਼ੈਂਟ ਫਿਕਸ ਕਰੋ, ਤੁਹਾਡਾ ਫਿਊਚਰ ਆਪਣੇ ਆਪ ਫਿਕਸ ਹੋਏਗਾ। ਸਰਦਾਰ ਸਾਹਿਬ ਜਿਹੜਾ ਆਪਣਾ ਸਵਾਲ ਆਪਾਂ ਉਹਦੇ ਦੁਆਲੇ ਰੱਖੀਏ, ਉਸੇ ਤਰ੍ਹਾਂ ਹਾਂ ਇਹਨੂੰ ਆਲੇ ਦਾ ਤੇ ਤੁਮਕੋ ਸਮਾਂ ਜਿਹੜਾ ਹੈ ਸੀਮਿਤ ਹੈ ਜੀ। ਜਿਹੜਾ ਅਹਿਮ ਸਵਾਲ ਹੈ ਕਿਤੇ ਉਹਦੀ ਗੱਲ ਰਹਿ ਨਾ ਜਾਵੇ। ਆਪਾਂ ਉਹ ਅੱਜ ਜਿਹੜੀ ਆਪਾਂ ਅਗਲੇ ਹਫ਼ਤੇ ਕਰਾਂਗੇ। ਨਹੀਂ ਮੈਂ ਨਹੀਂ ਜੀ ਆਪਾਂ ਕਰਕੇ ਆਪਾਂ ਅੱਜ ਹੀ ਮੁਕਾ ਲਈਏ ਗੱਲ। ਓਕੇ ਜੋ ਕਾਲ ਕਲੰਤਾ ਇਹਦੀ ਰਹਾਉ ਦੀ ਨਾਨਕ ਦੇ ਵਿਚਾਰਾ ਸੰਤ ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਇੱਥੇ ਰੁਕ ਜਾਓ ਇੱਕ ਮਿੰਟ ਥੋੜਾ ਜਿਹਾ। ਸੇ ਵਚਨ ਹੋਵੰਦੇ, ਜੋ ਵਚਨ ਕਹਿਣ ਉਹ ਵਰ ਰੂਪ ਹੁੰਦੇ ਨੇ ਤੇ ਪੂਰੇ ਹੋ ਜਾਂਦੇ ਨੇ। ਵਰ ਰੂਪ ਦਾ ਵਰ ਤੁਸੀਂ ਕਿਸ ਚੀਜ਼ ਦਾ ਇਹਦਾ ਅਰਥ ਕੱਢੋਗੇ ਜੀ? ਜੋ ਉਹਦੀ ਸ਼ਕਤੀ ਹੈ ਕਰਮਖੰਡ ਦੀ ਬਾਣੀ ਜੋਰ ਜੋ ਕਹਿ ਦੇਣ ਮੂੰਹ ਤੇ ਉਹ ਵਚਨ ਹੁੰਦੇ ਨੇ ਪੂਰੇ। ਸੱਚ ਹੈ। ਓਕੇ ਸਰਦਾਰ ਜੀ ਤੁਸੀਂ ਇੱਕ ਸਾਧ ਵਚਨ ਨਹੀਂ ਚਲਾਦਾ, ਜੋ ਵਚਨ ਕਹਿਣ ਪੂਰੇ ਹੁੰਦੇ ਨੇ ਉਹ। ਇੱਕ ਮਿੰਟ ਕਰਨਾ ਸੀ ਜੇ ਮੈਂ ਸਿਹਤ ਉਤਪੀ ਇਸ ਪੰਕਤੀ ਦਾ ਸਾਰਾ ਕੁਝ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਵਰ ਦੀ ਗੱਲ ਇਹਦੇ ਵਿੱਚ ਵੀ ਨਹੀਂ ਹੈ। ਓਕੇ ਜੀ ਲਓ ਜੀ, ਮੈਂ ਸਾਰੇ ਇਹਦੀ ਤੁਸੀਂ ਟੀਕਾ ਕਿਹੜਾ ਸਮਝਦੇ ਹੋ ਕਿ ਠੀਕ ਹੈ ਜੀ? ਅੱਜ ਦੀ ਡੇਟ ਤੱਕ ਟੀਕਾ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਓਕੇ ਇਹ ਉਹੋ ਹੀ ਆਈ। ਲਓ ਆਪਾਂ ਇਹਦਾ ਪੜ੍ਹੋ ਜੀ। ਹਾਂਜੀ ਇਹਦਾ ਪੜ੍ਹ ਦਿੰਦੇ ਆ ਜੀ। ਜਿਹੜਾ ਵੀ ਅੰਤਰੀ ਭਾਵ ਲਿਖਿਆ ਜੀ, ਇਹ ਨਾਨਕ ਸੰਤ ਤੇ ਮੁਨੀ ਜਨ ਆਪਣੀ ਵਿਚਾਰ ਦੱਸਦੇ ਹਨ ਤੇ ਚਾਰੇ ਵੇਦ ਭਾਵ ਪੁਰਾਤਨ ਧਾਰਮਿਕ ਪੁਸਤਕ ਹਾਂਜੀ ਵੀ ਇਹੀ ਗੱਲ ਆਖਦੇ ਹਨ ਕਿ ਭਗਤ ਜਨ ਜੋ ਬਚਨ ਮੂੰਹ ਬੋਲਦੇ ਹਨ ਉਹ ਸਹੀ ਹੁੰਦੇ ਹਨ। ਸਹੀ ਹੁੰਦੇ ਹਨ ਹਾਂਜੀ। ਭਗਤ ਸਾਰੇ ਸੰਸਾਰ ਵਿੱਚ ਪ੍ਰਤੱਖ ਪ੍ਰਸਿੱਧ ਹੁੰਦੇ ਹਨ ਤੇ ਉਹਨਾਂ ਦੀ ਸੋਭਾ ਸਾਰੇ ਲੋਕ ਜਾਣਦੇ ਹਨ। ਕੀ ਤੁਸੀਂ ਪੁਰਾਤਨ ਪੁਸਤਕਾਂ ਨੂੰ ਮੰਨਦੇ ਹੋ? ਤੁਸੀਂ ਅੱਗੇ ਪੜ੍ਹ ਲਓ ਕਿਉਂਕਿ ਉਹਦੇ ਵਿੱਚ ਆਇਆ ਨਾ ਤੁਸੀਂ ਪੜ੍ਹੋ। ਜੋ ਮੂਰਖ ਮਨੁੱਖ ਅਜਿਹੇ ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁੱਖ ਨਹੀਂ ਪਾਉਂਦੇ, ਉਹ ਦੋਖੀ ਸੜਦੇ ਜਾਂ ਹੰਕਾਰ ਵਿੱਚ ਹਨ, ਪਰ ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ। ਇਹਨਾਂ ਦੋਖੀ ਮਨੁੱਖਾਂ ਦੇ ਵਸ ਵੀ ਕੀ ਹੈ, ਕਿਉਂਕਿ ਮੁੱਢ ਤੋਂ ਮੰਦੇ ਕੰਮ ਕਰਨ ਕਰਕੇ ਮੰਦੇ ਸੰਸਕਾਰ ਹੀ ਉਹਨਾਂ ਦਾ ਹਿੱਸਾ ਹੈ। ਜੇ ਮਨੁੱਖ ਰੱਬ ਵੱਲੋਂ ਮੋਏ ਹੋਏ ਹਨ ਉਹ ਕਿਸੇ ਦੇ ਸਕੇ ਨਹੀਂ, ਨਿਰਵੈਰਾਂ ਨਾਲ ਵੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ।
ਜੋ ਮਨੁੱਖ ਸੰਤਾਂ ਵੱਲੋਂ ਫਿਟਕਾਰੇ ਹੋਏ ਹਨ ਉਹ ਜਨਮ ਮਰਨ ਵਿੱਚ ਭਟਕਦੇ ਫਿਰਦੇ ਹਨ। ਫਿਟਕਾਰ ਦਾ ਹਾਂਜੀ, ਸੋ ਤੁਹਾਡਾ ਜਨਮ ਮਰਨ ਦੇ ਵਿੱਚ ਫਿਟਕਾਰ ਦਾ ਮਤਲਬ ਸ਼ਰਾਪ ਨਹੀਂ ਹੁੰਦਾ। ਇੱਕ ਮਿੰਟ, ਇਹ ਸਪਸ਼ਟ ਗੱਲ ਹੈ ਕਿ ਸਪਸ਼ਟ ਗੱਲ ਹੈ ਕਿ ਜੋ ਰੁੱਖ ਮੁੱਢ ਕੱਟਿਆ ਜਾਵੇ ਉਸ ਦੇ ਟਹਿਣ ਵੀ ਸੁੱਕ ਜਾਂਦੇ ਹਨ। ਇਹੋ ਹੀ ਮੈਂ ਗੱਲ ਕਹੀ ਸੀ। ਫਿਟਕਾਰ ਦਾ ਮਤਲਬ ਕੋਈ ਵੀ ਬੰਦਾ, ਮੈਨੂੰ ਇੱਥੇ ਜਿੰਨੇ ਵੀ ਪੰਜਾਬੀ ਸੁਣਦੇ ਆ, ਸ਼ਰਾਪ ਕਰ ਦੇਵੇ ਮੈਂ ਮੰਨ ਜਾਵਾਂ। ਫਿਟਕਾਰ ਦਾ ਸੰਤਾਂ ਵੱਲੋਂ ਫਿਟਕਾਰੇ ਹੋਏ ਉਹ ਜਨਮ ਮਰਨ ਹਨ। ਨਹੀਂ, ਸ਼ਰਾਪ ਦਾ ਮਤਲਬ ਇੱਕ ਮਿੰਟ ਗੱਲ ਸੁਣੋ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿੰਨੀਆਂ ਕਥਾ ਕੀਤੀਆਂ ਗੁਰੂ ਗ੍ਰੰਥ ਸਾਹਿਬ? ਇੱਕ ਮਿੰਟ ਮਹਾਨਕੋਸ਼ ਹੈਗਾ ਜੀ ਤੁਹਾਡੇ ਕੋਲ, ਜੋ ਮਨੁੱਖ ਮਹਾਨਕੋਸ਼ ਦੇ ਵਿੱਚ ਵੀ ਦੇਖ ਸਕਦੇ ਹੋ ਆਪਾਂ। ਇੱਕ ਮਿੰਟ ਜੀ, ਜੋ ਮਨੁੱਖ ਸੰਤਾਂ ਵੱਲੋਂ ਫਿਟਕਾਰੇ ਹੋਏ ਹਨ ਉਹ ਜਨਮ ਮਰਨ ਵਿੱਚ ਭਟਕਦੇ ਹਨ। ਤੁਸੀਂ ਕਹਿੰਦੇ ਜਨਮ ਮਰਨ ਹੈ ਨਹੀਂਗਾ, ਆਹ ਦੇਖੋ ਕਹਿ ਰਹੇ ਨੇ, ਇਹ ਕਹਿ ਰਹੇ ਆ ਜੀ ਜੰਮਣ ਮਰਨ ਹੁੰਦਾ ਜੀ, ਆਖਾਂ ਨੀਵਾਂ ਵਿਸਰਾ ਮਰ ਜਾਓ। ਤੁਸੀਂ ਉਹਦੀ ਪੰਕਤੀ ਲਈ ਬੈਠੇ ਹੋ। ਹੋਰ ਬੜੀਆਂ ਹੈਗੀਆਂ ਜੀ, ਹੋਰ ਬੜੀਆਂ ਹੈਗੀਆਂ, ਹੋਰ ਲਿਆਓ ਜਿਹੜੀ ਹੈਗੀ ਇਹ ਤਾਂ ਹੋਗੀ। ਹੋਰ ਬੜੀਆਂ ਪੰਕਤੀਆਂ ਹੈਗੀਆਂ। ਤੁਸੀਂ ਜੰਮਣ ਮਰਨ ਦਾ ਇੱਕ ਅਲੱਗ ਵਿਸ਼ਾ ਹੈਗਾ, ਤੁਸੀਂ ਮੀਟ ਦੇ ਜੇ ਚੱਲੋਗੇ ਤਾਂ ਹਾਂਜੀ ਉਹ ਅੱਗੇ ਆਇਆ। ਉਹ ਵੀ ਗੱਲ ਇੱਥੇ ਸ਼ਰਾਬ ਤੇ ਵਾਦੀ ਚੱਲਦੀ ਪਈ ਸੀ, ਕੋਈ ਵਾਰ ਸ਼ਰਾਬ ਦੀ ਇੱਥੇ ਗੱਲ ਹੀ ਨਹੀਂ ਆਈ। ਸੰਤ ਸਾਹਿਬ ਇੱਕ ਮਿੰਟ, ਉਹ ਜਿਹੜੇ ਜਨਮ ਮਰਨ ਵਿੱਚ ਭਟਕਦੇ ਫਿਰਦੇ ਹਨ ਸੰਤਾਂ ਦੇ ਕਹਿਣ ਤੇ ਜਨਮ ਮਰਨ ਵਿੱਚ ਭਟਕਦੇ ਫਿਰਦੇ ਹਨ, ਕੀ ਤੁਸੀਂ ਉਹਨੂੰ ਸ਼ਰਾਪ ਨਹੀਂ ਮੰਨਦੇ? ਬਿਲਕੁਲ ਨਹੀਂ। ਸ਼ਰਾਪ ਕਾਹਦਾ ਜੀ? ਕਿਉਂ ਨਹੀਂ ਮੰਨਦੇ? ਜਿਹੜਾ ਨਾਮ ਮੰਨਣਾ ਇਹਨਾਂ ਦੀ ਆਪਣੀ ਗੱਲ ਹੈ, ਪਰ ਸਹੀ ਗੱਲ ਇਹ ਆ ਵੀ ਸੰਤਾਂ ਦਾ ਸ਼ਰਾਪ ਹੁੰਦਾ ਹੈ। ਜਿਹੜਾ ਲਫ਼ਜ਼ ਫਟਕਾਰ ਆ ਉਹਨੂੰ ਅਸੀਂ ਮਹਾਨਕੋਸ਼ ਚ ਵੀ ਦੇਖ ਸਕਦੇ ਹਾਂ ਤੇ ਉਹਦਾ ਅਰਥ ਹੈਗਾ ਕਿ ਸ਼ਰਾਪ ਨਹੀਂ ਹੈ, ਬਲਕਿ ਫਟਕਾਰਿਆ ਹੋਇਆ ਕਿਸੇ ਵੱਲੋਂ ਉਹਨੂੰ ਦੁਰਲਾਂਘ ਪਾਈ ਗਈ। ਫਟਕਾਰ ਹੋਰ ਲਫ਼ਜ਼ ਦਾ, ਸ਼ਰਾਪ ਇਹ ਸਾਹਿਬ ਸਿੰਘ ਦਾ ਟੀਕਾ ਤੁਹਾਡੇ ਕੋਲ, ਪ੍ਰੋਫੈਸਰ ਸਾਹਿਬ ਦਾ, ਵਿਦਵਾਨ ਸੀ, ਵਿਆਕਰਨ ਵਾਲੇ ਸੀ। ਹਾਂਜੀ। ਸਭ ਤੋਂ ਪਹਿਲਾ ਟੀਕਾ ਕਿਹੜਾ ਹੈ? ਮੈਂ ਸਰਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ। ਫਰੀਦਕੋਟੀਆ ਦਾ ਟੀਕਾ ਹੈ। ਫਰੀਦਕੋਟੀਆ ਦਾ ਟੀਕਾ ਦੇਖੋ ਉਹਦੇ ਕੀ ਅਰਥ ਹੈ। ਫਰੀਦਕੋਟੀਆ ਟੀਕਾ ਲਿਖਣ ਵਾਲੇ ਪੰਡਤ ਕਰਤਾਰ ਸਿੰਘ ਦਾਖਾ ਤੇ ਬਦਨ ਸਿੰਘ ਦਾਖਾ ਮੋਢੀ ਸੀ। ਪੰਡਤਾਂ ਦੀ ਕੀਤੀ ਹੋਈ ਚੀਜ਼, ਪੰਡਤ ਦਾ ਅਰਥ ਬ੍ਰਾਹਮਣ ਨਹੀਂ ਹੁੰਦਾ ਸਰਦਾਰ ਸਾਹਿਬ, ਵਿਦਵਾਨ ਉਹ ਬਾਹਮਣ ਨਹੀਂ ਸੀ, ਵਿਦਵਾਨ ਸੀ। ਉਹਨਾਂ ਦੇ ਨਾਂ ਨਾਲ ਪਿੰਡ ਵੀ ਜਾ ਕੇ ਪੁੱਛੋ, ਦਾਖਿਆਂ ਦੇ ਬੰਦੇ ਇੱਥੇ ਸੁਣਦੇ ਹੀ ਹੋਣਗੇ, ਉਹ ਪੰਡਤ ਸੀ ਜੀ ਜਾਤ ਦੇ ਵੀ। ਕੌਣ? ਉਹ ਕਰਤਾਰ ਸਿੰਘ ਦਾਖਾ। ਮੈਨੂੰ ਪਤਾ ਨਹੀਂ, ਜਿਹੜਾ ਬਦਨ ਸਿੰਘ ਹੈ ਇਹ ਤਾਂ ਬਾਹਮਣਾਂ ਦੇ ਨਹੀਂ ਸੀ। ਮੈਂ ਤੁਹਾਨੂੰ ਇਹਦੀ ਹਿਸਟਰੀ ਦੱਸਦਾ ਜੀ। ਪੰਡਤ ਪੜਿਆ ਲਿਖਿਆ ਜਿਹੜਾ ਹੁੰਦਾ ਜੀ ਜਿਹੜਾ ਅਸਲੀ ਹੈ ਉਹ ਨਾ ਆਪਣਾ ਰਹਿ ਜਾਂਦਾ। ਫਰੀਦਕੋਟੀਏ ਰਾਜੇ ਨੇ ਇਹ ਮਤਾ ਪਕਾਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਕੀਤੇ ਜਾਣ, ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹਦੇ ਵਿੱਚ ਲਿਖਿਆ ਕੀ ਹੈ, ਬਣਦਾ ਕੀ ਹੈ। ਫਰੀਦਕੋਟੀਏ ਰਾਜੇ ਨੇ ਇਹਨਾਂ ਦੋਨਾਂ ਬੰਦਿਆਂ ਨੂੰ ਸੱਦ ਕੇ, ਇਹਨਾਂ ਨਾਲ ਨਿਰਮਲੇ ਵੀ ਸੀ, ਇਹਨਾਂ ਨੇ ਇੱਕ ਖਰੜਾ ਤਿਆਰ ਕਰ ਲਿਆ। ਜਿਹੜਾ ਆਪਣਾ ਕਪੂਰਥਲੇ ਦਾ ਰਾਜਾ ਸੀ ਉਹਦਾ ਰਿਪਰੈਜ਼ੈਂਟੇਟਿਵ ਬਣ ਕੇ ਪ੍ਰੋਫੈਸਰ ਗੁਰਮੁਖ ਸਿੰਘ ਆਏ ਹੈ। ਉਹਨਾਂ ਨੇ ਇਹਨਾਂ ਦਾ ਖਰੜਾ ਵੇਖ ਕੇ ਇਹ ਜਵਾਬ ਦਿੱਤਾ ਹੈਗਾ, ਹਿਸਟਰੀ ਦੀਆਂ ਬੁੱਕਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਤੁਹਾਡਾ ਖਰੜਾ ਮੈਂ ਉਹਦੇ ਨਾਲ ਸਹਿਮਤ ਨਹੀਂ, ਇਸ ਕਰਕੇ ਮੈਂ ਹਿੱਸਾ ਨਹੀਂ ਲਵਾਂਗਾ। ਬਦਨ ਸਿੰਘ ਕਹਿਣ ਲੱਗੇ ਅਸੀਂ ਸਾਡੀ ਮੈਜੋਰਟੀ ਆ, ਹੁਣ ਤੈਨੂੰ ਹਿੱਸਾ ਲੈਣਾ ਪਏਗਾ। ਉਹ ਕਹਿੰਦਾ ਮੈਂ ਇਹ ਆਪਣੇ ਮੱਥੇ ਤੇ ਕਲੰਕ ਨਹੀਂ ਲਵਾਵਾਂਗਾ ਕਿ ਮੈਂ ਸਿੱਖਾਂ ਨੂੰ ਪੰਡਤ ਬਣਾ ਦੇਵਾਂ। ਭਾਜੀ ਹਿਸਟਰੀ ਹੈ। ਵੇਖੋ ਜੀ, ਇਹਦਾ ਮਤਲਬ ਟੀਕਾ ਤੁਸੀਂ ਪੰਡਤਾਂ ਦਾ ਟੀਕਾ ਮੰਨਦੇ, ਦਾ ਟੀਕਾ ਮੰਨਦੇ। ਪੰਡਤ ਜਿਹੜਾ ਪੜਿਆ ਲਿਖਿਆ ਦੇ ਹੱਕ 'ਚ ਨਹੀਂ ਜਾਂਦਾ। ਇੱਕ ਮਿੰਟ ਬਾਬਾ ਜੀ, ਇਹ ਸਿੱਖਾਂ ਦੇ ਹੱਕ 'ਚ ਨਹੀਂ ਜਾਂਦਾ ਜੀ। ਇਹ ਸਾਰੀਆਂ ਹਿੰਦੂ ਦੇਵਤਿਆਂ ਦੀਆਂ ਕਥਾ ਕਹਾਣੀ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਨੂੰ, ਗੁਰਬਾਣੀ 'ਚ ਤਾਂ ਨਹੀਂ ਹਿੰਦੂ ਦੇ ਦੇਵਤੇ ਦਾ ਕੀ ਨਾਮ ਆਇਆ ਜੀ? ਉਹਨਾਂ ਦਾ ਕਹਾਣੀਆਂ ਦਾ ਜ਼ਿਕਰ ਕਰਕੇ ਗੁਰੂ ਗ੍ਰੰਥ ਸਾਹਿਬ ਮੈਨੂੰ ਗੱਲ ਕਰਨ ਦੇ ਪੂਰੀ ਜ਼ਿਕਰ ਕਰਕੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਪ੍ਰਹਿਲਾਦ ਦੀ ਜਾਂ ਕਿਸੇ ਹੋਰ ਦੀ, ਗਨਕਾ ਦੀ ਜਾਂ ਅਜਾਮਲ ਦੀ ਕਹਾਣੀ ਸੱਚੀ ਹੈ, ਸਿਰਫ ਉਹਦਾ ਰੈਫਰੈਂਸ ਦਿੱਤਾ ਹੈ। ਰੈਫਰੈਂਸ ਦੇਣ ਦਾ ਮਤਲਬ ਹੁੰਦਾ ਕਿ ਅੱਛਾ ਇੱਕ ਗੱਲ ਮੈਂ ਥੋੜੀ ਮੈਨੂੰ ਗੱਲ ਕਰ ਲੈਣ। ਰੈਫਰੈਂਸ ਦੇਣ ਦਾ ਮਤਲਬ ਹੁੰਦਾ ਜਿਵੇਂ ਇੱਥੇ ਸਾਈਨ ਬੋਰਡ ਲੱਗਾ ਵੀ ਇਹ ਪਿੰਡ ਨੂੰ ਰਸਤਾ ਆ ਜਾਂਦਾ ਹੈ। ਅੱਗੇ ਇਹ ਨਹੀਂ ਕਿਹਾ ਜਾਂਦਾ ਕਿ ਉਹ ਪਿੰਡ ਚੰਗਾ ਹੈ ਜਾਂ ਮਾੜਾ ਹੈ, ਜਾਂ ਚੰਗਿਆਂ ਬੰਦਿਆਂ ਦਾ ਜਾਂ ਮਾੜਿਆਂ ਬੰਦਿਆਂ ਦਾ। ਨਹੀਂ ਸਰਦਾਰ ਸਾਹਿਬ, ਜਦੋਂ ਕੋਈ ਵੀ ਪਿੰਡ ਦਾ ਆਪਾਂ ਉਹਦੇ ਨਾਲ ਤੁਲਨਾ ਨਾ ਕਰੀਏ। ਜੇਕਰ ਕੋਈ ਬਿਆਨ ਕਰਨ ਵਾਸਤੇ ਕਿਸੇ ਉਦਾਹਰਨ ਦਾ ਕੋਈ ਨਾ ਕੋਈ ਉਹਦੇ ਤੁਕ ਦਾ ਮਤਲਬ ਵਿੱਚ ਲਿਖਿਆ ਹੁੰਦਾ, ਇਹਦਾ ਮਤਲਬ ਕਿ ਪਾਸ ਦੇ ਵਿੱਚ ਸੀ। ਵੇਖੋ ਕੋਈ ਵੀ ਜਦੋਂ ਆਪਾਂ ਉਦਾਹਰਨ ਦੇਣੀ ਹੁੰਦੀ ਆ ਨਾ ਜੀ, ਉਹ ਜੇਕਰ ਹੋਣ ਦੇ ਵਿੱਚ ਨਹੀਂ ਹੋਵੇ ਤੇ ਉਹ ਉਦਾਹਰਨ ਨਹੀਂ ਦਿੱਤੀ ਜਾਂਦੀ ਸਰਦਾਰ ਜੀ। ਨਹੀਂ ਰਵਿੰਦਰ ਸਿੰਘ ਜੀ, ਜਿਹੜਾ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਜਿਹੜੇ ਵਿਦਵਾਨ ਸੱਜਣਾ ਜੇ ਉਹਨਾਂ ਨੇ ਪ੍ਰਸ਼ਨ ਚਿੰਨ੍ਹ ਕਿਸੇ ਬੁੱਕ ਦੇ ਉੱਤੇ ਲਾਤਾ ਤੇ ਉਹ ਬੁੱਕ ਹਮੇਸ਼ਾ ਹੀ ਉਹਦੇ ਤੇ ਪ੍ਰਸ਼ਨ ਚਿੰਨ੍ਹ ਲੱਗਿਆ ਰਹੇ। ਇੱਕ ਬੰਦੇ ਦੇ ਕਿਸੇ ਦੇ ਸਰਦਾਰ ਸਾਹਿਬ, ਇੱਕ ਬੰਦੇ ਦੇ ਕਿਸੇ ਦੇ ਪ੍ਰਸ਼ਨ ਚਿੰਨ੍ਹ ਲਾਉਣ ਦੇ ਨਾਲ ਉਹ ਬੁੱਕ ਇਹ ਨਹੀਂਗਾ ਕਿ ਉਹ ਨਹੀਂ, ਅਸੀਂ ਇਹ ਨਹੀਂ ਅਸੀਂ ਇਹ ਨਹੀਂ ਕਿਹਾ ਸਾਰਾ ਗਲਤ ਆ, ਪਰ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਗੁਰਮਤਿ ਦੇ ਮੁਤਾਬਕ ਠੀਕ ਨਹੀਂ। ਪਟਨਾ ਸਾਹਿਬ ਦੇ ਜ਼ਿੰਮੇਵਾਰ ਸੱਜਣ ਸਿੰਘ ਸਾਹਿਬ, ਬਾਬਾ ਸਮੀਰ ਸਿੰਘ ਜੀ, ਇਸ ਇੱਕ ਕਮੇਟੀ ਬਣਾਈ ਗਈ ਵਿਦਵਾਨਾਂ ਦੀ, ਜਿਹੜੀ ਇਸ ਟੀਕੇ ਨੂੰ ਸੋਧੇ ਤੇ ਗੁਰਮਤਿ ਦੇ ਅਨੁਕੂਲ ਹੈ ਜਾਂ ਅਨੁਕੂਲ ਹੈ।
ਉਹਨਾਂ ਨੇ ਅੰਤਮ ਰੂਪ ਉਹ ਅੱਗੇ ਚਲੋ ਜਿਹੜਾ ਟਾਈਮ ਬਹੁਤ ਹੋ ਗਿਆ ਹਾਂਜੀ ਤਾਂ ਅੱਗੇ ਚਲੋ ਮਾਖਲਾ ਮੈਂ ਵਿਚਾਰ ਰਾਜ ਫਿਰ ਜੀ ਅਗਲਾ ਜੀ ਸਵਾਲ ਭਾਈ ਬਾਲਾ ਜੀ ਹੈ ਹੀ ਨਹੀਂ। ਅੱਛਾ ਜੀ, ਭਾਈ ਬਾਲੇ ਤੇ ਇਹ ਤੁਹਾਡੇ ਵੱਲੋਂ ਸਵਾਲ ਹੈ। ਅੱਛਾ, ਮੈਂ ਇੱਕ ਗੱਲ ਇਸ ਨੂੰ ਪੁੱਛਣੀ ਚਾਹੂੰਗਾ ਜੀ ਵੀ ਭਾਈ ਬਾਲੇ ਤੇ ਇਤਰਾਜ਼ ਕਿਉਂ ਹੋ ਗਿਆ ਤੁਹਾਨੂੰ ਵੀ ਹੈ ਨਹੀਂ? ਕਿਉਂਕਿ ਗੁਰੂ ਗ੍ਰੰਥ ਸਾਹਿਬ 553 ਪੰਨੇ ਤੇ 3 ਸ਼ਲੋਕ ਦੇ ਕੇ ਗਵਾਹੀ ਭਰਦੇ। ਗੁਰੂ ਨਾਨਕ ਸਾਹਿਬ ਦੇ ਸ਼ਲੋਕ ਹੈ, ਸ਼ਲੋਕ ਮਰਦਾਨਾ ਪਹਿਲਾ। ਜੇ ਬਾਲਾ ਕਿਤੇ ਹੋਇਆ ਹੁੰਦਾ, ਜੇ ਉਹਨਾਂ ਦੇ ਸਾਥ ਵਿਚਰਿਆ ਹੁੰਦਾ ਜਿੰਨਾ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਹੈਗੇ ਆ, ਤਾਂ ਗੁਰੂ ਨਾਨਕ ਸਾਹਿਬ ਆਪ ਜਾਂ ਦੂਜੇ ਗੁਰੂ ਜਾਂ ਤੀਜੇ ਪੰਜਵੇਂ ਨੌਵੇਂ ਗੁਰੂ ਤੱਕ ਤੇ ਪਲੱਸ ਭਾਈ ਗੁਰਦਾਸ ਜੀ ਕਿਤੇ ਆਪਣੀਆਂ ਵਾਰਾਂ 'ਚ ਭਾਈ ਬਾਲੇ ਦਾ ਜ਼ਿਕਰ ਕਰਦੇ। ਇੱਕ ਮਿੰਟ, ਇੱਕ ਮੇਰਾ ਸਵਾਲ ਹਜੇ ਜਵਾਬ ਨਹੀਂ ਪੂਰਾ ਹੋਇਆ। ਸਿੱਖਾਂ ਦੀ ਬੰਸਾਵਲੀ ਦੀ ਗੱਲ, ਜਾਂ ਪਹਿਲੀ ਵਾਰ ਦੇ ਵਿੱਚ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਪਹਿਲੀ ਵਾਰ, ਤੇ 11ਵੀਂ ਵਾਰ ਦੀ 13ਵੀਂ ਪੌੜੀ ਤੋਂ ਲੈ ਕੇ 20ਵੀਂ 22ਵੀਂ ਪੌੜੀ ਤੱਕ ਸਿੱਖਾਂ ਦੀ ਬੰਸਾਵਲੀ ਚੱਲਦੀ ਹੈ ਜੀ। 13ਵੀਂ 14ਵੀਂ ਪੌੜੀ 'ਚ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਬੰਸਾਵਲੀ, ਉੱਥੇ ਬਾਲੇ ਨਾਂ ਦਾ ਕੋਈ ਜ਼ਿਕਰ ਨਹੀਂ। ਜਿਹੜੀ ਤੁਸੀਂ ਹੁਣ ਬਾਲੇ ਵਾਲੀ ਸਾਖੀ ਦੀ ਗੱਲ ਕਰੋਗੇ, ਉਹ 5ਵੀਂ ਪਾਤਸ਼ਾਹੀ ਦੇ ਸਿੱਖਾਂ ਦੇ ਵਿੱਚ ਪੈੜਾ ਮੌਕਾ ਤੇ ਬਾਲਾ ਇਕੱਠੇ ਹੋ ਜਾਂਦੇ। ਜਿਹੜੀ ਬਾਲੇ ਵਾਲੀ ਸਾਖੀ ਹੈ ਉਹਦੇ ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹੈਗਾ। ਅੱਜ ਆਪਣਾ ਟਾਪਕ ਨਹੀਂ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 5 ਗੁਰੂ ਬਾਲੇ ਦੀ ਕੋਈ ਜ਼ਿਕਰ ਨਹੀਂ ਕਰਦੇ। ਭਾਈ ਗੁਰਦਾਸ ਕਿਧਰੇ ਜ਼ਿਕਰ ਨਹੀਂ ਕਰਦੇ। ਬਾਲਾ ਕੋਈ ਨਹੀਂ ਹੋਇਆ, ਇਹ ਕਲਪਤਾ ਹੈਗਾ। ਤੇ ਜਿਹੜੀ ਬਾਲੇ ਵਾਲੀ ਸਾਖੀ ਲਿਖੀ ਗਈ ਹੈ ਉਹ ਵੀ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦਿਖਾਉਣ ਵਾਸਤੇ ਲਿਖੀ ਗਈ ਹੈ, ਉੱਚਾ ਚੁੱਕਣ ਵਾਸਤੇ ਨਹੀਂ। ਕਰਾਮਾਤੀ ਸਾਹਿਬ ਮੇਰੀ ਪੂਰੀ ਹੁਣ ਮੈਨੂੰ ਅੱਗੇ ਗੱਲ ਕਰਨੀ। ਹਾਂਜੀ, ਇੱਕ ਤਾਂ ਗੱਲ ਇਹ ਹੈ ਜੀ ਵੀ ਮਹਾਨ ਕੋਸ਼ ਦੇ ਪੰਨਾ ਲਓ ਜੀ ਆ ਫੜੋ ਜੀ 858 ਤੇ ਜਿਹੜੀ ਪੁਸਤਕ ਨੂੰ ਇਹ ਵੀ ਮੰਨਦੇ ਆ, ਉਹਦੇ ਤੇ ਭਾਈ ਬਾਲੇ ਦਾ ਹਵਾਲਾ ਪੜੋ ਤੇ ਸੰਗਤਾਂ ਨੂੰ ਪੜ੍ਹ ਕੇ ਸੁਣਾ ਦਿਓ। ਆ ਪੜੋ ਇੱਥੇ ਬਾਲਾ ਆਲਾ, ਬਾਲਾ ਆਲਾ ਦੇਖੋ ਓਕੇ ਜੀ, ਹਾਂਜੀ ਆ ਦੇਖੋ ਓਕੇ ਜੀ। ਬਾਲਾ, ਹਾਂਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸਿੱਖ, ਚੰਦਰਪਾਨ ਦਾ ਪੁੱਤਰ, ਹਾਂਜੀ, ਸੰਧੂ ਜੱਟ ਦਾ ਸੁਪੁੱਤਰ ਭਾਈ ਬਾਲਾ, ਜੋ ਤਲਵੰਡੀ ਨਨਕਿਆਣੇ ਦਾ ਵਸਨੀਕ ਸੀ। ਜਨਮ ਸਾਖੀ ਅਤੇ ਗੁਰੂ ਨਾਨਕ ਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫ਼ਰਾਂ ਵਿੱਚ ਰਿਹਾ। ਔਰ ਗੁਰੂ ਅੰਗਦ ਦੇਵ ਜੀ ਨੂੰ ਇਸ ਨੇ ਹੀ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ। ਇੱਥੇ ਪੋਥੀ ਦਾ ਨਾਮ ਭਾਈ ਬਾਲੇ ਵਾਲੀ ਸਾਖੀ ਹੈ, ਜਿਸ ਦਾ ਹੁਣ ਵਿਗੜਿਆ ਹੋਇਆ ਰੂਪ ਅਨੇਕ ਵਾਰ ਛਪਿਆ ਹੈ। ਭਾਈ ਬਾਲੇ ਦੀ ਉਮਰ ਗੁਰੂ ਨਾਨਕ ਦੇਵ ਜੀ ਤੋਂ 3 ਵਰੇ ਵੱਡੀ ਲਿਖੀ ਹੈ। ਬਸ ਇਹ ਨਹੀਂ ਕਾਫੀ ਹੈ। ਹਾਂਜੀ, ਕੱਲ ਨੂੰ ਟਾਈਮ ਨਾ ਖਰਾਬ ਕਰੀਏ। ਕੋਈ ਗੱਲ ਨਹੀਂ ਹੋਊਗੀ ਤਾਂ ਬਹੁਤ ਕੁਝ ਲਿਆ। ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਸੀ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ, ਹਾਂਜੀ, ਜਿਹੜੀ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਮੈਂ ਗੱਲ ਤੁਹਾਨੂੰ ਪਹਿਲਾਂ ਕਹਿ ਗਿਆ ਜੀ, ਪੰਜਵੇਂ ਪਾਤਸ਼ਾਹੀ ਦੇ ਸਿੱਖਾਂ ਦੀ ਬੰਸਾਵਲੀ 'ਚ ਪੈੜਾ ਮੌਕਾ ਨਾਲ ਆ ਗਿਆ। ਸਰਦਾਰ ਸਾਹਿਬ ਇੱਥੇ ਗੱਲ ਹੈ। ਹਾਂਜੀ, ਬਾਲਾ ਆਇਆ। ਤੁਸੀਂ ਸਬੂਤ ਦਿਓ ਵੀ ਬਾਲਾ ਕਿਉਂ ਨਹੀਂ ਹੈ। ਇਹ ਤਾਂ ਅਸੀਂ ਸਬੂਤ ਦੇਤਾ ਵੀ ਆ ਮਹਾਨ ਕੋਸ਼ ਦੇ ਵਿੱਚ ਲਿਖਿਆ, ਜਿਹਨੂੰ ਤੁਸੀਂ ਵੀ ਮੰਨਦੇ ਹੋ। ਇਹ ਜਿਹੜੇ ਅਸੀਂ ਨਹੀਂ ਲਿਖਿਆ ਮਹਾਨ ਕੋਈ, ਭਾਈ ਕਾਹਨ ਸਿੰਘ ਨਾਭਾ ਨੇ ਜਿਹੜਾ ਪੰਥ ਦਾ ਪ੍ਰਮਾਣਿਤ ਗ੍ਰੰਥ ਹੈ, ਮੈਂ ਉਹਦੇ ਚ ਦਿੱਤਾ ਹੈ। ਭਾਈ ਕਾਹਨ ਨਾਭਾ ਰੈਫਰੈਂਸ ਦੇ ਰਿਹਾ ਜੀ ਜਨਮ ਸਾਖੀ ਦਾ। ਕੱਢੋ ਜਰਾ। ਉਹ ਇਹ ਨਹੀਂ ਕਹਿ ਰਹੇ ਵੀ ਮੈਂ ਕਹਿ ਰਿਹਾ ਸੱਚ ਹੈ ਝੂਠ। ਮੈਂ ਇਸ ਜਨਮ ਸਾਖੀ ਤੋਂ ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਦੀ ਰੈਫਰੈਂਸ, ਮੈਂ ਭਾਈ ਗੁਰਦਾਸ ਦੀ ਉਹੀ ਬਾਤ ਕੱਢਣ ਜਿਹੜੀ ਤੁਸੀਂ ਲੈ ਲਓ। ਹਾਂਜੀ, ਜਿਹੜਾ ਮੈਂ ਪੈੜੇ ਮੌਕੇ ਦਾ ਨਾਂ ਆਇਆ ਲਿਖਾਰੀ ਦਾ, ਉਹ ਭਾਈ ਗੁਰਦਾਸ ਲਿਖਦੇ ਆ 5ਵੇਂ ਪਾਤਸ਼ਾਹੀ ਦਾ ਸਿੱਖ ਹੈ। ਜਿਹੜਾ ਲਿਖਾਰੀ, ਮੰਨ ਲਓ ਜੇਕਰ ਉਹ ਨਹੀਂ ਸੀਗੇ ਤੇ ਹੁਣ ਕਿਹਾ ਜਾ ਰਿਹਾ ਕਿ ਹੈ, ਆਪਾਂ ਨੂੰ ਕੋਈ ਉਹਦੇ ਨਾਲ ਨੁਕਸਾਨ ਹੋ ਰਿਹਾ। ਨੁਕਸਾਨ ਹੈ। ਹਾਂਜੀ, ਜਿੰਨੀ ਦੇਰ ਤੱਕ ਭਾਈ ਬਾਲੇ ਨੂੰ ਮੁਕਰਿਆ ਨਾ ਜਾਵੇ, ਇਤਿਹਾਸ ਦਾ ਮੁੱਢ ਵੱਢਿਆ ਨਹੀਂ ਜਾ ਸਕਦਾ। ਇਤਿਹਾਸ ਨੂੰ ਖਤਮ ਕਰਨ ਲਈ ਪਹਿਲੀ ਇਹ ਬਹੁਤ ਵੱਡੀ ਇੱਕ ਨੁਕਸਾਨ ਵਾਲੀ ਬਾਤ ਹੈ। ਜੇ ਭਾਈ ਬਾਲੇ ਨੂੰ ਨਹੀਂ ਮੁਕਰਦੇ ਤੇ ਫਿਰ ਉਹ ਗੱਲ ਕਹਾਂ ਬਣਦੀ ਨਹੀਂ। ਹੁਣ ਆ ਲੋ ਜੀ ਤੁਹਾਡੇ ਭਾਈ ਗੁਰਦਾਸ ਦੀ, ਮੈਂ ਪੜ੍ਹਨਾ ਨਹੀਂ, ਮੈਂ ਤੁਹਾਨੂੰ ਸੁਣਾਉਣਾ। ਮੈਂ ਤਾਂ ਤੁਹਾਨੂੰ ਜ਼ੁਬਾਨੀ ਪੜ੍ਹ ਕੇ ਸੁਣਾਦਾ। ਪਹਿਲਾ ਮੌਕਾ ਤੇ ਬਾਲਾ ਇੱਕ ਤਾਂ ਇਕੱਠੇ ਆਉਂਦੇ। ਚਲੋ ਆ ਦੇਖੋ, ਜਦੋਂ ਤੁਹਾਨੂੰ ਇਤਰਾਜ਼ ਹੋਇਆ ਮੈਂ ਵੀ ਜ਼ੁਬਾਨੀ ਪੜ੍ਹ ਕੇ ਸੁਣਾਉਣਾ, ਤੁਸੀਂ ਜ਼ੁਬਾਨੀ ਪੜ੍ਹ ਕੇ ਸੁਣਾਓ। ਤਾਰੂ ਪੋਪਟ ਤਾਰਿਆ, ਹਾਂਜੀ, ਬਾਲ ਸਭਾਏ ਗੁਰਮੁਖ ਬਾਲ ਸਭਾਏ ਅਦਾਸੀ। ਇਹਦਾ ਅਰਥ ਹੈ, ਮੈਂ ਕਿਸੇ ਟੀਕੇ ਮਗਰ ਨਹੀਂ ਜਾਣਾ, ਮੈਂ ਭਾਈ ਗੁਰਦਾਸ ਦੀ ਰਚਨਾ ਮਗਰ ਜਾਣਾ ਹੈ। ਇਹਦੇ 'ਚ 2 ਸਿੱਖਾਂ ਦਾ ਨਾਮ ਹੈ, ਤਾਰੂ ਪੋਪਟ ਤੇ ਬਾਲ ਭਾਈ ਬਾਲਾ, ਜਿਹੜਾ ਗੁਰਮੁਖ ਜਨਮ ਤੋਂ ਹੀ ਬਹੁਤਾ ਨਹੀਂ ਸੀ ਬੋਲਦਾ, ਉਦਾਸ ਹੀ ਰਹਿੰਦਾ ਸੀ, ਬੈਰਾਗ ਵਿੱਚ ਰਹਿੰਦਾ ਸੀ। ਆ ਭਾਈ ਗੁਰਦਾਸ ਦੀ ਪੜ੍ਹ ਕੇ ਦੇਖੋ। ਆ ਦਿਖਾ ਦਿਓ ਸੰਗਤਾਂ ਨੂੰ ਜਰਾ। ਹਾਂਜੀ, ਆ ਸੰਗਤਾਂ ਨੂੰ ਮੜ ਕੇ ਦਿਖਾ ਦਿਓ। ਹਾਂਜੀ, ਆ ਲਓ ਜੀ। ਹਾਂਜੀ, ਕਿ ਆ ਓਕੇ, ਆ ਜਿਹੜਾ ਜੀ ਉੱਪਰਲੀ, ਹਾਂਜੀ ਉੱਪਰਲਾ ਲਿਆਓ। ਹਾਂਜੀ, ਹੁਣ ਤੁਸੀਂ ਉਹਦੇ ਵਿੱਚ ਦੇਖੋ ਜੀ, ਉਹਨਾਂ ਨੇ ਲਿਖਿਆ ਹੈਗਾ, ਹਾਂਜੀ, ਮਾਨਕੋਸ਼ ਵਾਲੇ ਲਿਖਦੇ ਆ ਵੀ ਬਾਲੇ ਨੇ ਲਿਖਵਾਈ ਤੇ ਪੈੜੇ ਮੌਕੇ ਨੇ ਲਿਖੀ।
ਹੁਣ ਤੁਸੀਂ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਬੰਸਾਵਲੀ ਕੱਢ ਕੇ ਵੇਖੋ, ਇਹ ਦੋਨੋਂ ਉੱਥੇ ਜਾ ਕੇ ਇਕੱਠੇ ਹੋ ਜਾਂਦੇ ਆ। ਮੈਂ ਇੱਕ ਕਿਤਾਬ ਹੋਰ ਦਿਖਾਉਣੀ ਚਾਹੁੰਦਾ, 71 ਕੇ ਵਿਸਾਖ। ਭਾਜੀ ਇਸੇ ਗੱਲ ਦਾ ਉੱਤਰ ਹੈ। ਹਾਂਜੀ, ਇਸੇ ਤਰ੍ਹਾਂ ਇੱਕ ਕਿਤਾਬ ਹੋਰ ਵੀ ਚੁੱਕੋਗੇ, ਵਿਸਾਖ ਕੇ 71। ਹਾਂਜੀ ਹਾਂਜੀ, ਹੁਣ ਕਿਹੜਾ ਵਿਸਾਖ ਕੇ 71 ਵੀ ਹੈ ਕਿਤਾਬ, ਉਹ ਵੀ ਲਾਉਣ ਵਾਲੇ। ਇਹਦੇ ਵਿੱਚ ਉਹਨਾਂ ਨੇ ਪੱਤੇ ਹਵਾਲੇ ਦੇ ਕੇ ਪਲੀਜ਼ ਬੇਨਤੀ ਆ ਕਿ ਇਹ ਕਿਤਾਬਾਂ ਨੂੰ ਆਪਾਂ ਕੋਈ ਨਹੀਂ ਮੰਨਦੇ, ਆਪਾਂ ਜੇ ਗ੍ਰੰਥ ਹੈ ਜੀ ਮੰਨ ਕੇ, ਜੇ ਤੁਸੀਂ ਮਹਾਂਪੁਰਸ਼ ਨੂੰ ਲੈ ਲਓ, ਭਾਈ ਗੁਰਦਾਸ ਦੀਆਂ ਵਾਰਾਂ ਨੂੰ ਲੈ ਲਓ, ਜੇਕਰ ਇਹੋ ਜਿਹੀ ਕਿਤਾਬ ਆ ਬਿਲਕੁਲ ਭਾਈ ਗੁਰਦਾਸ ਦੀਆਂ ਵਾਰਾਂ ਉਹਨੂੰ ਵੀ ਛੱਡ ਦਿਓ ਜੀ। ਭਾਈ ਗੁਰਦਾਸ ਦੀਆਂ ਵਾਰਾਂ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਬੰਸਾਵਲੀ ਕੱਢੋ, ਉੱਥੇ ਪੈੜਾ ਮੌਕਾ ਤੇ ਭਾਈ ਬਾਲਾ। ਇੱਕ ਮਿੰਟ, ਮੈਂ ਇੱਕ ਗੱਲ ਹੋਰ ਕਰਨੀ। ਪਰ ਇੱਕ ਮਿੰਟ ਹੋਰ, ਨਹੀਂ ਬਾਲੇ ਦੀ ਗੱਲ ਮੈਂ ਜਵਾਬ ਦੇ ਰਿਹਾ ਨਾ ਜੀ। ਹਾਂਜੀ, ਜਿਹੜੀ ਬਾਲੇ ਵਾਲੀ ਸਾਖੀ ਉਹਦੇ ਪਹਿਲੇ ਪੰਨੇ ਤੇ ਇਹ ਲਿਖਿਆ ਹੈਗਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਕੋਈ ਐਸਾ ਸਿੱਖ ਲੱਭ ਕੇ ਲਿਆਓ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਵਰਤਾਂਤ ਸੁਣਾ ਸਕਦਾ ਹੋਵੇ। ਤੇ ਜਦੋਂ ਬਾਲਾ ਆਪਣੇ ਪਿੰਡ ਤੋਂ ਚੱਲ ਕੇ ਗੁਰੂ ਅੰਗਦ ਦੇਵ ਜੀ ਕੋਲੇ ਆਉਂਦਾ ਹੈ, ਉਦੋਂ ਇਹ ਕਿਹਾ ਜਾਂਦਾ ਹੈ ਪੁਰਖਾ ਤੂੰ ਕੌਣ ਹੈ। ਇਹਦਾ ਮਤਲਬ ਬਾਲੇ ਨੂੰ ਗੁਰੂ ਅੰਗਦ ਦੇਵ ਜੀ ਪਛਾਣਦੇ ਨਹੀਂ। ਗੁਰੂ ਅੰਗਦ ਦੇਵ ਜੀ 7 ਸਾਲ ਮੁਕੰਮਲ, 7 ਸਾਲ ਜਾਂ 7.5 ਸਾਲ, 8 ਸਾਲ ਕਹਿ ਲਓ, 7-8 ਸਾਲ ਗੁਰੂ ਨਾਨਕ ਦੇਵ ਜੀ ਦੇ ਸੰਪਰਕ 'ਚ 24 ਘੰਟੇ ਰਹਿੰਦੇ ਆ ਤੇ ਆਉਣ ਜਾਣ ਹੁੰਦਾ ਪਹਿਲਾਂ ਯੁੱਗ। ਇਹਦਾ ਮਤਲਬ ਗੁਰੂ ਅੰਗਦ ਦੇਵ ਜੀ ਨੂੰ 100% ਪਤਾ ਹੈਗਾ ਹੈ ਕਿ ਉਹਨਾਂ ਦਾ ਸਾਥੀ ਕੌਣ ਹੈ। ਕਿ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਬਾਲਾ ਸੀ ਕਿ ਨਹੀਂ। ਤੇ ਜੇ ਬਾਲਾ ਹੁੰਦਾ ਉੱਤਰ ਨਹੀਂ ਲੈਣਗੇ ਤਾਂ ਇਹ ਗੱਲ ਪਲੀਜ਼, ਕਿਉਂਕਿ ਗੁਰੂ ਨਾਨਕ ਦੀ ਪਿਛਲੀ 10 ਵਰਿਆਂ ਦੀ ਉਮਰ, ਹਾਂਜੀ, ਜਿਹੜੀ ਕਰਤਾਰਪੁਰ ਠਹਿਰੇ, ਭਾਈ ਬਾਲੇ ਨੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਆਪਣੇ ਟਿਕਾਣੇ ਬਹਿ ਕੇ ਮੈਨੂੰ ਆ ਗਿਆ ਤੇ ਮੈਂ ਤਲਵੰਡੀ ਚਲਾਇਆ। ਓਕੇ, ਭਾਈ ਬਾਲਾ ਤਲਵੰਡੀ ਚਲੇ ਗਏ। ਉਹ 10 ਸਾਲ ਦੇ ਪੀਰੀਅਡ ਦੇ ਵਿੱਚ ਭਾਈ ਲਹਿਣਾ ਜੀ ਆਉਂਦੇ ਨੇ, ਜੋ ਗੁਰੂ ਅੰਗਦ ਬਣਦੇ ਨੂੰ ਉਹਨਾਂ ਦਾ ਮਿਲਾਪ ਹੀ ਕੋਈ ਨਹੀਂ ਸੀ ਹੋਇਆ। ਲਿਆਓ ਕਿਹੜੀ ਹਿਸਟਰੀ ਲਿਖਿਆ ਉਹਨਾਂ ਦਾ ਮਿਲਾਪ ਕਿੱਥੇ ਲਿਖਿਆ? ਕਿਉਂਕਿ ਇਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਖੇਤੀ ਕਰਨ ਲੱਗ ਪਏ ਸਨ, ਉਸ ਟਾਈਮ ਤੇ ਨਾ ਹੀ ਮਰਦਾਨਾ ਔਰ ਨਾ ਹੀ ਬਾਲਾ ਉਹਨਾਂ ਦੇ ਸੰਗੀ ਹੋਣਗੇ। ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਆਪਣੇ ਹੱਥੀਂ ਸੰਸਕਾਰ ਕਰਦੇ। ਕਿਹੜੀ ਜਗ੍ਹਾ ਤੇ ਜੀ? ਜਿੱਥੇ ਵੀ ਮਰਦਾਨੇ ਦਾ ਮੈਂ ਜਗ੍ਹਾ ਦਾ ਨਾਮ ਮੈਂ ਲਿਖਿਆ ਨਾਲ ਗੁਰੂ ਨਾਨਕ ਸਾਹਿਬ। ਚਲੋ ਮੈਂ ਦੱਸ ਦਿੰਦਾ ਜੀ, ਖਡੂਰ ਸਾਹਿਬ ਜੀ। ਉਹ ਕੋਈ ਨਹੀਂ, ਖੁਰਮ ਸ਼ਹਿਰ ਦੇ, ਕੋਈ ਬਾਤ ਨਹੀਂ, ਖੁਰਮ ਸ਼ਹਿਰ ਹੋਇਆ ਜੀ, ਕੋਈ ਨਹੀਂ, ਖੁਰਮ ਦੇ ਵਿੱਚ ਹੋਇਆ, ਖੁਰਮ ਸ਼ਹਿਰ ਉੱਥੇ ਹੋਇਆ, ਜ਼ਰੂਰੀ ਨਹੀਂ ਹੈ, ਕੋਈ ਬਾਤ ਨਹੀਂ। ਕਿਉਂਕਿ ਜਿਹੜਾ ਭਾਈ ਬਾਲੇ ਵਾਲੀ ਸਾਖੀ ਵਾਲਾ ਕਹਿੰਦਾ ਉਹ ਉਹਨੂੰ ਬਾਅਦ ਵਿੱਚ ਅਹਿਮ ਗੱਲ ਹੈ ਨਾ ਆਪਾਂ ਇਹਨੂੰ ਦੇਖੋ, ਇਹਨੂੰ ਜਿਹੜੀ ਅਹਿਮ ਗੱਲ ਸਰੋਤੇ ਬੈਠੇ ਆ ਇਸ ਵੇਲੇ ਤੁਹਾਨੂੰ ਸੁਣ ਰਿਹਾ ਸਾਨੂੰ ਜੀ। ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਅਨੁਸਾਰ ਆਪਾਂ ਮਸਲਾ ਹੱਲ ਕਰਨਾ ਮਾਸ ਵਾਲਾ, ਇਹਦੇ ਤੇ ਥੋੜਾ ਟਾਈਮ ਲਾਈਏ। ਹੁਣ ਮੈਂ ਇੱਕ ਗੱਲ ਪੁੱਛਦਾ ਹਾਂ, ਜਿਹੜੀ ਗੱਲ ਭਾਈ ਗੁਰਦਾਸ ਨੇ ਕਿਹਾ ਭਾਈ ਲਾਲੋ ਦਾ ਨਾਮ ਲਿਖਿਆ, ਤੁਸੀਂ ਭਾਈ ਲਾਲੋ ਨੂੰ ਮੰਨਦੇ ਹੋ ਵੀ ਸਿੱਖ ਸੀ? ਭਾਈ ਲਾਲੋ ਨੂੰ ਲਿਆਓ, ਭਾਈ ਗੁਰਦਾਸ ਦੀਆਂ 12 ਚੁੱਕੋ, ਇਹਦੇ ਚ ਭਾਈ ਲਾਲੋ ਮੈਨੂੰ ਕੱਢ ਕੇ ਦਿਖਾਓ ਕਿੱਥੇ। ਕਿਆ ਉਹਨੂੰ ਮੰਨ ਲਈ ਵੀ ਸਿੱਖ ਨਹੀਂ ਸੀ? ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਲਾਲੋ, ਭਾਈ ਲਾਲੋ ਸਿੱਖ ਨਹੀਂ ਸੀ? ਜੇ ਸਿੱਖ ਸੀ ਭਾਈ ਗੁਰਦਾਸ ਦੀ 12 ਕਿਉਂ ਨਹੀਂ ਆਇਆ? ਇਹ ਉਹਨਾਂ ਨੂੰ ਪੁੱਛੋ ਨਾ ਕਿਉਂ ਨਹੀਂ ਲਿਖਿਆ। ਫਿਰ ਮੈਂ ਤੁਹਾਨੂੰ ਪੁੱਛਿਆ, ਤੁਸੀਂ ਸਵਾਲ ਕਰ ਰਹੇ ਹੋ। ਮੈਂ ਸਵਾਲ ਕਰ ਰਿਹਾ। ਸੱਤਾ ਬਲਵੰਡਾ ਆਏ, ਸੱਤਾ ਬਲਵੰਡਾ ਭਾਈ ਸੁੰਦਰ ਜੀ ਆਏ, ਇਹ ਸਾਰੇ ਇਹਨਾਂ ਚ ਕੋਈ ਵੀ ਨਹੀਂ ਆਇਆ। ਭਾਈ ਆਦਮ ਨਹੀਂ ਆਇਆ, ਭਗਤ ਨਹੀਂ ਆਇਆ। ਤੁਸੀਂ ਸੱਤਾ ਬਲਵੰਡੇ ਦੀ ਭਾਈ ਭਗਤ ਨਹੀਂ ਆਇਆ, ਸੁੰਦਰ ਜੀ ਇਹਨਾਂ ਦੇ ਇਹਨਾਂ ਦਾ ਤਾਂ ਨਾ ਹੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਚ ਨਹੀਂ ਹੋਇਆ, ਇਹ ਵੀ ਮਰਦਾਨੇ ਦਾ ਹੀ ਕੱਲਾ ਨਾਮ ਦਰਜ ਹੈ, ਬਾਲੇ ਦਾ ਨਹੀਂ। ਇਹਦੇ ਚ ਉਹਨਾਂ ਦਾ ਵੀ ਨਾਮ ਦਰਜ ਹੈ। ਮਰਦਾਨਾ ਪਹਿਲਾ ਇੱਕ ਮਿੰਟ ਮੈਂ ਜ਼ਰੂਰ ਕੋਈ ਤਲਕ ਹੈ ਜੀ? ਹਾਂਜੀ, ਇਹ ਸੀ ਜਿਹੜੀ ਗੱਲ ਭਾਈ ਸਾਹਿਬ ਜੀ ਨੇ ਕੀਤੀ। ਅੱਛਾ, ਪਹਿਲੀ ਗੱਲ ਤਾਂ ਇਹ ਕਿ ਜਿੱਥੇ ਤੱਕ ਭਾਈ ਗੁਰਦਾਸ ਜੀ ਨੇ 12 ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਸ ਵਿੱਚ ਸੰਬੰਧ ਆ, ਉਹਦੇ ਵਿੱਚ ਜੇ ਅਸੀਂ ਮਤਲਬ ਥੋੜਾ ਜਿਹਾ ਬਰੀਕੀ ਨਾਲ ਦੇਖੀਏ ਤੇ ਜਿੱਥੇ ਤੱਕ ਮੈਨੂੰ ਥੋੜੀ ਜਿਹੀ ਸਮਝ ਆਈ ਆ ਛੋਟੀ ਜਿਹੀ ਤੁਸ਼ ਬੁੱਧੀ ਦੇ ਨਾਲ, ਉਹਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੈਫਰੈਂਸ ਆ ਗਏ ਉਹ ਭਾਈ ਗੁਰਦਾਸ ਜੀ ਦੇ 12 ਦੇ ਵਿੱਚ ਨਹੀਂ ਮਿਲਣਗੇ। ਜਿਹੜੇ ਗੁਰੂ ਉਹਦੇ ਵਿੱਚ ਰੈਫਰੈਂਸ ਨਹੀਂ ਸੀ ਉਹ ਭਾਈ ਗੁਰਦਾਸ ਜੀ ਨੇ ਆਪਣੇ 12 ਦੇ ਵਿੱਚ ਰੱਖ। ਠੀਕ ਹੈ ਗੱਲ। ਫਿਰ ਜਿਹੜੇ ਬਾਕੀ ਦੇ ਸਿੱਖਾਂ ਦੇ ਕਈ ਨਾਮ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਤੇ ਇੱਧਰ ਨਹੀਂ ਹੈ, ਤੇ ਉਹਨਾਂ ਨੂੰ ਕੀ ਕਹਾਂਗੇ? ਨਹੀਂ, ਠੀਕ ਹੈ, ਕੋਈ ਜ਼ਰੂਰੀ ਨਹੀਂ ਹੈ। ਨਹੀਂ, ਦੇਖੋ ਸਿੱਖ ਮੰਨਣਗੇ ਕਿ ਨਹੀਂ? ਕਿ ਆਪ ਨਹੀਂ ਸਿੱਖ ਦਾ ਇੱਕ ਮਿੰਟ ਸਿੱਖ ਤਾਂ ਗੁਰੂ ਨਾਨਕ ਦੀ ਜ਼ਿੰਦਗੀ 'ਚ 13 ਹੀ ਸਿੱਖ ਸੀ, 13 ਦੀ ਲਿਸਟ ਹੈ। ਨਹੀਂ ਭਾਈ ਸਾਹਿਬ ਜੀ, ਦੇਖੋ ਖਾਸ ਸਿੱਖਾਂ ਦੀ ਲਿਸਟ ਹੈ। ਹਾਂ, ਹਿਸਟਰੀ ਦੇ ਵਿੱਚ ਗੁਰੂ ਨਾਨਕ ਦੀ ਦ੍ਰਿਸ਼ਟੀ 'ਚ ਖਾਸ ਆਮ ਨਹੀਂ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਇੱਕੋ ਜੀ ਦ੍ਰਿਸ਼ਟੀ ਹੈ। ਨਹੀਂ, ਸਤਿਗੁਰੂ ਦੀ ਸਮ ਦ੍ਰਿਸ਼ਟ ਹੈ। ਅਸੀਂ ਮਤਲਬ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਤੇ ਅਸੀਂ ਜਿਹੜੀ ਵਿਚਾਰ ਤੋਰੀ ਸੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਘੁਮਾਣੇ ਆ। ਚਲੋ, ਫਿਰ ਅਸੀਂ ਭਾਈ ਗੁਰਦਾਸ ਦੀਆਂ 12 ਇਨਕਲੂਡ ਕੀਤੀਆਂ ਕਿਉਂਕਿ ਇਹਦੀ ਬੜੀ ਮਹਾਨਤਾ ਹੈ। ਪਰ ਜਿਹੜੇ ਜਿੱਦਾਂ ਭਾਈ ਸਾਹਿਬ ਨੇ ਸਵਾਲ ਪੁੱਛਿਆ ਵੀ ਜਿਹੜੇ ਬਾਕੀ ਆ ਸਿੱਖ ਨਹੀਂ ਹੈ, ਦੇਖੋ ਇਤਿਹਾਸ ਬਹੁਤ ਸਾਈਡਾਂ ਤੇ ਪਿਆ।
ਜਿਹਨੂੰ ਅਸੀਂ ਡਿਸਕਸ ਨਹੀਂ ਕੀਤਾ, ਨਾ ਅਸੀਂ ਇਹਦੇ ਵਿੱਚ ਇਨਵੋਲਵ ਕਰ ਰਹੇ ਹਾਂ। ਇਸ ਕਰਕੇ ਹਰ ਇੱਕ ਨਾਂ ਜਿਹੜੇ ਆਉਂਦੇ ਨੇ ਉਹ ਕਿਤੇ ਨਾ ਕਿਤੇ ਸੋਰਸ ਦੇ ਵਿੱਚ ਹੈਗੇ ਨੇ। ਚਲੋ ਜੀ, ਇੱਕ ਬੇਨਤੀ, ਕੌਣ ਐਸਾ ਇਹ ਮਤਲਬ ਕਹਿ ਦੇਣਾ ਵੀ ਅਸੀਂ ਇਤਿਹਾਸ ਨੂੰ ਸਟੱਡੀ ਨਹੀਂ ਕੀਤਾ, ਇਹ ਤਾਂ ਪ੍ਰਸ਼ਨ ਦਾ ਤੁਹਾਡੇ ਦਾ ਉੱਤਰ ਉਸ ਤਰੀਕੇ ਨਾਲ ਮੈਂ ਭਾਈ ਸਾਹਿਬ ਜੀ ਸਟੱਡੀ ਕਰ ਲਿਓ। ਨਹੀਂ, ਮੈਂ ਭਾਈ ਸਾਹਿਬ ਜੀ ਇਹ ਨਹੀਂ ਕਿਹਾ, ਮੈਂ ਇਹ ਕਿਹਾ ਵੀ ਅੱਜ ਦੀ ਜਿਹੜੀ ਸਾਡੀ ਡਿਸਕਸ਼ਨ ਹੈ ਉਹਦੇ ਵਿੱਚ ਅਸੀਂ ਇਤਿਹਾਸ ਇਨਵੋਲਵ ਨਹੀਂ। ਲਓ ਜੀ, ਕੌਣ ਐਸਾ ਸੰਤ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ? ਇਹ ਤੁਹਾਡਾ ਸਵਾਲ ਹੈ ਜੀ। ਨਹੀਂ, ਮੈਂ ਗੁਰਬਾਣੀ ਦੇ 2 ਸ਼ਲੋਕ ਲਿਖੇ ਆ ਜੀ। ਹਾਂਜੀ, ਵੀ ਕੋਈ ਸੰਤ ਐਸਾ ਹੈਗਾ ਜਿਹੜਾ ਇਹਨਾਂ ਡੈਫੀਨੇਸ਼ਨ ਤੇ ਇਹਨਾਂ ਪਰਿਭਾਸ਼ਾ ਤੇ ਪੂਰਾ ਉਤਰ ਸਕਦਾ। ਓਕੇ ਜੀ, ਮੈਂ ਉਹ ਨਹੀਂ ਕਿਹਾ ਹੈਗਾ ਜਿਹੜੀ ਤੁਸੀਂ ਜਿਸ ਤਰ੍ਹਾਂ ਤੁਸੀਂ ਪੜ੍ਹੀ। ਮੈਂ ਹੁਣ ਆਪ ਜੀ ਨੂੰ ਪੁੱਛੂੰਗਾ ਤੇ ਇਕੱਠੇ ਨਾਂ ਦੱਸਦੇ ਹਾਂ, ਉਸ ਤੋਂ ਬਾਅਦ ਤੁਸੀਂ ਇਕੱਠਾ ਉੱਤਰ ਦਿਓ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਬਾਰੇ ਤੁਹਾਡੇ ਕੀ ਵਿਚਾਰ ਹਨ, ਇਹ ਮੈਂ ਤੁਹਾਡੇ ਕੋਲ ਇਹ ਪੁੱਛਣਾ ਹੈ। ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖੋ ਵਾਲੀਏ, ਇਹ ਮਹਾਪੁਰਸ਼ ਹੋਤੀ ਮਰਦਾਨ ਸੰਪਰਦਾ ਦੇ ਸੰਤ ਬਾਬਾ ਕਰਨ ਸਿੰਘ ਜੀ, ਇਹ ਸਿੱਖ ਜਗਤ ਦੇ ਮਹਾਪੁਰਸ਼ਾਂ ਨੂੰ ਤੁਸੀਂ ਕੀ ਸਮਝਦੇ, ਤੁਹਾਡੀ ਦ੍ਰਿਸ਼ਟੀ 'ਚ ਕੀ ਨੇ? ਮੈਂ ਪੁੱਛਣਾ। ਇੱਕ ਮਿੰਟ, ਮੈਂ ਇਹਦੇ ਤੇ ਪਹਿਲਾਂ ਥੋੜਾ ਜਿਹਾ ਕਮੈਂਟ ਲਵਾਂਗਾ। ਜਿਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਪਿਛਲੇ ਹਫਤੇ ਵੀ ਵਿਚਾਰ ਕੀਤੀ ਸੀ ਵੀ 1900 ਤੋਂ ਬਾਅਦ ਜਿਹੜਾ ਸੰਤ ਸਿੱਖ ਕੌਮ ਦੇ ਵਿੱਚ ਸ਼ਬਦ ਜਿਹੜੇ ਸਿੱਖਾਂ ਦੇ ਵਿੱਚ ਲੱਗਿਆ, ਤੇ ਸਭ ਤੋਂ ਪਹਿਲਾਂ ਉਹ ਜਿਹੜੇ ਸਾਡੇ ਸਿੱਖ ਹੋਏ ਨੇ ਉਹ ਬਾਬਾ ਅਤਰ ਸਿੰਘ, ਉਹਨਾਂ ਦੇ ਨਾਲ ਦੇ ਨਾਲ ਸੰਤ ਲੱਗਾ। ਉਸ ਤੋਂ ਪਹਿਲਾਂ ਸੰਤ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਲੈ ਕੇ ਭਾਈ, ਇਹੀ ਤੁਹਾਡਾ ਸਵਾਲ। ਹਾਂਜੀ, ਬਾਬਾ ਤੇ ਭਾਈ ਰਿਹਾ, ਤੇ ਇਹ ਸੰਤ ਇੱਥੋਂ ਲਫ਼ਜ਼ ਸ਼ੁਰੂ ਹੁੰਦਾ। ਤੇ ਹੁਣ ਤੁਸੀਂ ਇਹ ਸੰਤਾਂ ਦਾ ਜਿਹੜਾ ਅੱਜ ਜਿਹੜਾ ਸਾਡੇ ਵਿੱਚ ਸੰਤ ਸਮਾਜ ਹੋਇਆ, ਸੰਤ ਜਿਹੜੇ ਮਤਲਬ ਹਰ ਪਿੰਡ ਦੇ ਵਿੱਚ ਅਸੀਂ ਸੰਤ ਦੇਖਣ ਨੂੰ ਮਿਲਦੇ। ਉੱਤਰ ਸੋਤਾ ਜੀ ਮੈਂ ਤੁਹਾਡਾ, ਕਿਉਂਕਿ ਤੁਸੀਂ ਪ੍ਰਸ਼ਨ ਕੀਤਾ ਹੈ ਸਰਦਾਰ ਸਾਹਿਬ ਨੇ, ਚਲੋ ਹੈ ਭਾਵੇਂ ਕੋਈ ਤੁਹਾਡਾ ਜਵਾਬ ਵੀ ਸੂਰਜ ਪ੍ਰਕਾਸ਼ ਇਹ ਕਿਹੜੇ ਸੰਤ ਦੇ ਵਿੱਚ ਲਿਖਿਆ ਗਿਆ, ਇਹਨੂੰ ਕਦੋਂ ਮੰਨਦੇ ਹੋ? ਇਹ ਜਿਹੜਾ ਸੰਤ ਤੁਸੀਂ ਦੱਸਿਆ ਵੀ ਉਦੋਂ ਤੋਂ ਸੰਤ ਕਹਿਣ ਦਾ ਰਿਵਾਜ ਚੱਲਿਆ, ਗੁਰਪ੍ਰਤਾਪ ਸੂਰੀ ਗ੍ਰੰਥ ਤੋਂ ਪਹਿਲਾਂ ਲਿਖਿਆ ਗਿਆ। ਹੁਣ ਭਾਈ ਰਾਮ ਕੌਰ ਜੀ ਅੰਮ੍ਰਿਤ ਸੰਚਾਰ ਹੁੰਦੇ ਨੂੰ ਵੇਖ ਕੇ ਉੱਥੇ ਜਿਸ ਤਰੀਕੇ ਦਾ ਵਾਤਾਵਰਨ ਹੈ, ਚਿੜੀਆਂ ਤੋਂ ਆਵਾਜ਼ ਤਰਾਉਣ ਦੀ ਜਾਂ ਅੰਮ੍ਰਿਤ ਦੀ ਸ਼ਕਤੀ ਜੋ ਉਹਨੇ ਦੇਖੀ, ਜੋ ਇਤਿਹਾਸ ਲਿਖਿਆ ਹੈ, ਭਾਈ ਰਾਮ ਕੌਰ ਜੀ ਕਹਿੰਦੇ ਨੇ, ਰਾਮ ਕੌਰ ਜੀ ਕਹਿੰਦੇ ਨੇ, ਰਾਮ ਕੌਰ ਕਹਿ ਸੰਤੋ ਸੁਣੀਐ। ਉਹ ਸੰਤ ਕਿਹਨੂੰ ਕਹਿੰਦੇ ਸੀ? ਰਾਮ ਕੌਰ ਜੀ। ਸੰਤ ਦਾ ਪਦ ਚੱਲਿਆ ਇੱਥੇ ਬਹੁਵਚਨ ਸੰਤੋ ਆਇਆ ਜੀ, ਜਿਹੜੇ ਬੰਦੇ ਸੱਚ ਦੀ ਵਿਚਾਰ ਕਰ ਰਹੇ ਉਹਨਾਂ ਵਾਸਤੇ ਆਇਆ ਹੈ। ਸੰਤਾਂ ਵਾਸਤੇ ਨਹੀਂ ਆਇਆ, ਇੱਕ ਇੰਡੀਵਿਜੂਅਲ ਬੰਦਾ, ਸਿੰਗੂਲਰ ਨਹੀਂ ਹੈ। ਮੈਨੂੰ ਇਹ ਬਹੁਤ ਭਾਈ ਗੁਰਦਾਸ ਸਾਹਿਬ ਜੀ ਉਹ ਕਹਿੰਦੇ ਨੇ ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ, ਇਹਦੇ ਬਾਰੇ ਕੀ ਕਹੋਗੇ? ਤੁਸੀਂ ਕਹੋ ਨਾ। ਨਹੀਂ, ਭਾਈ ਸਾਹਿਬ ਮੰਨਦੇ ਨੇ ਵੀ ਜਿੰਨੇ ਗੁਰਸਿੱਖ ਨੂੰ ਸੰਤ ਨੇ ਸਾਰੇ। ਤੀਰਥ ਨਾਤੇ ਪਾਪ ਜਾਣ ਪਤਤ ਉਦਾਹਰਨ ਨਾਉ ਧਰਾਇਆ, ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਪਾਇਆ, ਸਾਧ ਹੋਏ ਮਨ ਸਾਧ ਕੇ ਚਰਨ ਕਮਲ ਗੁਰ ਚਿੱਤ ਵਸਾਇਆ, ਉਪਮਾ ਸਾਧ ਅਗਾਧ ਬੋਧ ਕੋਟ ਮਦੇ ਕੋਈ ਸਾਧ ਸੁਣਾ ਕਹਾਇਆ ਸੁਨਾਇਆ, ਗੁਰਸਿੱਖ ਸਾਧ ਅਸੰਖ ਜਗ। ਅਸੰਖ ਦਾ ਅਰਥ ਹੈ ਜਿਹਦੀ ਗਿਣਤੀ ਨਾ ਹੋ ਸਕੇ। ਸਿਰਫ ਲੋਕ ਜਿਨ੍ਹਾਂ ਦੇ ਕੱਪੜੇ ਸੰਤਾਂ ਵਰਗੇ ਹੁੰਦੇ ਨੇ ਸੰਤ ਕਹਿਣ ਲੱਗ ਜਾਂਦੇ ਨੇ, ਜਿਨ੍ਹਾਂ ਦੇ ਤੁਹਾਡੇ ਵਰਗੇ ਹੁੰਦੇ ਨੇ ਉਹਨਾਂ ਨੂੰ ਸੰਤ ਨਹੀਂ ਕਹਿੰਦੇ। ਪਰ ਭਾਈ ਗੁਰਦਾਸ ਕਹਿੰਦੇ ਸਾਰੀ ਗੁਰਸਿੱਖ ਸੰਤ ਨੇ। ਆ ਚੱਕੋ ਮਹਾਨ ਕੋਈ ਸੰਤ ਦੀ ਚੱਕੋ ਪਰਿਭਾਸ਼ਾ। ਭਾਈ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦੇ ਸਿੱਖ ਦੀ ਸੰਗਿਆ ਸੰਤ ਹੈ। ਭਾਈ ਕਾਇਆ ਸਾਹਿਬ ਦੀ ਗੱਲ ਹੋਵੇ, ਇਸ ਲਈ ਆ ਕੁਐਸਚਨ ਦਾ ਇਹਦਾ ਆਨਸਰ ਹੋ ਗਿਆ। ਨਹੀਂ, ਜਿਹੜੇ ਤੁਸੀਂ ਉਸ ਦਾ ਨਹੀਂ ਕੀਤਾ, ਜਿਹੜਾ ਪਿਛਲੇ ਇਤਿਹਾਸ ਤੋਂ ਲੈ ਕੇ ਗੁਰੂ ਸਾਹਿਬ ਦੇ ਟਾਈਮ ਤੋਂ ਲੈ ਕੇ ਭਾਈ ਅਤਰ ਸਿੰਘ ਜੀ ਦੇ ਟਾਈਮ ਤੱਕ ਜਿਹੜਾ ਸੰਤ ਲਫ਼ਜ਼ ਨਹੀਂ ਵਰਤਿਆ ਗਿਆ, ਤੇ ਦੂਜੀ ਉਹਦੇ ਨਾਲ ਹੀ ਇੱਕ, ਕਿਉਂਕਿ ਤੁਸੀਂ ਹੁਣ ਐਗਜ਼ਾਮਪਲ ਦੇ ਰਹੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਾਈ ਗੁਰਦਾਸ ਦੀਆਂ ਵਾਰਾਂ 'ਚ ਕਿਤੇ ਨਹੀਂ ਆਉਂਦਾ ਕਿ ਮਨੁੱਖ ਦੇ ਨਾਲ ਸੰਤ ਆਪਾਂ ਲਾ ਸਕਦੇ। ਅੱਛਾ, ਹੁਣ ਤੁਸੀਂ ਇਹ ਦੱਸੋ, ਉਦਾਂ ਠੀਕ ਹੈ ਤੁਹਾਡੀ ਗੱਲ, ਬਿਲਕੁਲ ਤੁਸੀਂ ਜਾਇਜ਼ ਕੀਤੀ ਹੈ ਕਿ ਗੁਰਸਿੱਖ ਜਿਹੜੇ ਉਹਨਾਂ ਦਾ ਗੁਣ ਨੇ ਸੰਤਾਂ ਵਾਲਾ ਜੀ। ਤੁਹਾਡਾ ਜਿਹੜਾ ਸਵਾਲ ਹੈ ਜਿਸ ਭਾਵਨਾ ਦੇ ਨਾਲ, ਉਹਦੇ ਵਿੱਚ ਕੁਝ ਥੋੜੀ ਜੀ ਜਿਹਨੂੰ ਕਹਿੰਦੇ ਆਸਤਿਕ ਭਾਵਨਾ ਵੀ ਝਲਕ ਮਾਰਦੀ ਹੈ। ਮੈਂ ਇਹਦਾ ਉੱਤਰ ਮੈਂ ਤਾਂ ਅਣਜਾਣ ਬੰਦਾ ਜੀ ਹੋ ਸਕਦਾ। ਨਹੀਂ, ਅਣਜਾਣ ਨਹੀਂ, ਤੁਹਾਡਾ ਸਵਾਲ ਵਿੱਚ ਭਾਵਨਾ ਵਾਲਾ ਵੀ। ਗੁਰੂ ਨਾਨਕ ਦੀ ਬਾਣੀ ਸਾਰੀ ਪੜ੍ਹ ਕੇ ਦੇਖੋਗੇ, ਤੁਹਾਨੂੰ ਪਤਾ ਚੱਲੇਗਾ ਵੀ ਸੰਤ ਪਦ ਕਿੰਨੀ ਵਾਰ ਕਿਹਨੂੰ ਆਇਆ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰੂ ਆਪਣੀ ਅੰਮ੍ਰਿਤ ਦ੍ਰਿਸ਼ਟੀ ਜਿਹਦੇ ਵੱਲ ਦੇਖਦਾ ਉਹ ਸੰਤ ਬਣ ਜਾਂਦਾ ਹੈ। ਇੱਕ ਗੁਰੂ ਅਰਜਨ ਸਾਹਿਬ ਜੀ ਨੂੰ ਮਾਤਾ ਭਾਨੀ ਜੀ ਨੇ ਅਸੀਸ ਦਿੱਤੀ, ਬੇਟਾ ਤੂੰ ਸੋਢ ਵੰਸ਼ ਦੀ ਰੱਖ ਵਿਖਾਈ, ਪਿਤਾ ਦੀ ਆਗਿਆ ਮੰਨ ਕੇ ਮੈਂ ਤੈਨੂੰ ਅਸੀਸ ਦੇਣੀ ਆ। ਗੁਰਤਾ ਗੱਦੀ ਤੇ ਬਹਿ ਕੇ ਆਪਣੀ ਮਾਤਾ ਦੀ ਅਸੀਸ ਨੂੰ ਕਲਮ ਚੁੱਕਦੇ ਨੇ, ਰੱਬੀ ਬਾਣੀ ਚ ਦਾਰੇ ਕਰਦੇ ਨੇ। ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੇ ਤੁਮ ਕੋ, ਹਰ ਹਰ ਸਦਾ ਭਜੋ ਜਗਦੀਸ਼। ਹੁਣ ਦੋ ਪਦ ਇਕੱਠੇ ਆਉਣਗੇ, ਇੱਕ ਸਤਿਗੁਰੂ ਇੱਕ ਸੰਤ। ਗੌਰ ਰੱਖਣੀ ਉਹਦੀ, ਸਾਥ ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖੋ।
अगली तुक वे सतगुरु तुमको होए दयाला, तेरा गुरु तेरे तो दयालु रहे पुत्र, संत संग तेरी प्रीत। दसो संत जे है ही नहीं सी, आ संत क्यों लिख दिता गुरबाणी च? मैं ਤੁਹਾਨੂੰ ਇਹਦੇ ਬਾਰੇ ਇੱਕ ਸਵਾਲ ਕਰ ਸਕਦਾ? जिन्हें मर्जी करो। नहीं कोई गल। हाँ जी, ਇਹ ਸ਼ਲੋਕ ਤੁਸੀਂ पर ये मास वाली ਜਿਹੜੀ ਆ ਉਹਦੇ ਲਈ ਸਮਾਂ ਜਾ ਰਹੇ ਹੋ ਕਿ ਇਹ ਨਾ ਹੋਵੇ ਛੱਡ ਲਓ ਮਾਸ ਤੇ ਯਾਰ ਮਾਸ ਤੇ ਨਹੀਂ ਤੁਹਾਡੇ ਸਵਾਲ ਕਿਉਂ ਠੀਕ ਤੁਹਾਡੇ ਕਾਫੀ ਪਿੰਡਾਂ ਦੇ ਵਿੱਚ ਬਾਰ-ਬਾਰ ਸਵਾਲ ਆਉਂਦੇ ਰਹਿੰਦੇ ਆ। ਟਾਈਮ ਦੀ ਗੱਲ ਉਹਨਾਂ ਦੀ ਠੀਕ ਹੈ, ਟਾਈਮ ਜਾ ਰਿਹਾ ਛੱਡ ਲਓਗੇ ਇਹ ਵੀ ਗੱਲ ਤੁਹਾਡੀ ਠੀਕ ਹੈ, ਜਿਹੜੀ ਗੱਲ ਠੀਕ ਆ ਆਪਾਂ ਮੰਨਦੇ ਹੋ ਵੀ ਅੱਗੇ ਟਾਈਮ ਘਟਦਾ ਤਾਂ ਮਾਸ ਵਾਲੀ ਗੱਲ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਵੀ ਇਹਦਾ ਕੋਈ ਸਬੂਤ ਹੈ ਕਿ ਇਹ ਬੀਬੀ ਭਾਨੀ ਜੀ ਗੁਰੂ ਅਰਜਨ ਦੇਵ ਦੀ ਮਾਤਾ ਜੀ ਬਚਨ ਕਹਿ ਰਹੇ ਕਿ ਉਹ ਇੱਕ ਮਿੰਟ ਇਹ ਸਵਾਲ ਇਹ ਬਾਦਸ਼ਾਹ ਨੂੰ ਕਿਰਪਾ ਹੀ ਕਰੀ ਇਹ ਗੁਰੂ ਅਰਜਨ ਦਾ ਉਧਰ ਬੀਬੀ ਭਾਨੀ ਦਾ ਵੀ ਸਬੂਤ ਦੇਣਾ ਤੂੰ ਵੀ ਹੈਗੀ ਸੀ ਕਿ ਗੱਲ ਮੇਰਾ ਸਵਾਲ ਤਾਂ ਪਾਇਆ ਨਹੀਂ ਦਿੱਤਾ ਜੀ। ਮੈਂ ਕਹਿੰਦਾ ਗੁਰੂ ਅਰਜਨ ਦੇਵ ਜੀ ਬਾਣੀ ਆਪਣੀ ਉਚਾਰਦੇ ਆ, ਹਾਂ ਕਿਤੇ ਉਹ ਕਹਿੰਦੇ ਨਹੀਂ ਵੀ ਮੇਰੇ ਮਾਤਾ ਜੀ ਨੇ ਮੈਨੂੰ ਇਹ ਉਪਦੇਸ਼ ਦਿੱਤਾ। ਅੱਛਾ ਉਹ ਸਾਡੇ ਸਮਰੱਥ ਗੁਰੂ ਹੈ। ਅੱਛਾ ਚਲੋ ਇਹੀ ਛੱਡੋ, ਮਾਤਾ ਜੀ ਦੀ ਨਹੀਂ ਅਸੀਸ ਹੈਗੀ, ਇਹ ਕਿਹੜੀ ਮਾਤਾ ਦੀ ਹੈ ਉਹ ਦੱਸ ਦਿਓ। ਇਹ ਹੁਣ ਗੁਰੂ ਜੀ ਇਹ ਤੁਸੀਂ ਦੱਸੋ। ਚਲੋ ਮਾਤਾ ਭਾਨੀ ਦੀ ਮੈਂ ਮੰਨ ਲੈਣਾ ਵੀ ਨਹੀਂ ਹੈ, ਜਿਹੜੀ ਮਾਤਾ ਦੀ ਹੈ ਤੁਸੀਂ ਦੱਸੋ। ਤੂੰ ਹੈ ਮੇਰਾ ਮਾਤਾ, ਤੂੰ ਹੈ ਮੇਰਾ ਪਿਤਾ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਲੋਕ ਆਉਂਦਾ ਹੈ। ਗੁਰੂ ਅਰਜਨ ਦੇਵ ਜੀ ਇਹ ਰੱਬ ਜੀ ਚਲੋ ਇੱਕ ਮਿੰਟ ਬਾਬਾ ਜੀ, ਬਾਣੀ ਬਹੁਤ ਸਮੇਂ ਤੇ ਰਚਨਾ ਕੀਤੀ ਗਈ ਹੈ ਜਦੋਂ ਕੋਈ ਦੁਬਿਧਾ ਆਉਂਦੀ ਸੀਗੀ। ਜੇਕਰ ਤੁਸੀਂ ਵੇਖੋ ਜਿਸ ਟਾਈਮ ਤੇ ਛੇਵੇਂ ਪਾਤਸ਼ਾਹ ਜੀ ਦਾ ਬਚਾਅ ਹੋਇਆ ਸੀ, ਉਸ ਟਾਈਮ ਤੇ ਜਦੋਂ ਉਹਨਾਂ ਨੂੰ ਬੁਖਾਰ ਚੜਿਆ ਹੋਏਗਾ, ਮੈਂ ਬਾਬਾ ਜੀ ਨੂੰ ਕਹੂੰਗਾ ਕਿ ਉਹ ਵੀ ਪੜ੍ਹ ਦਿੱਤਾ ਜਾਵੇ। ਬਹੁਤ ਵਾਰੀ ਬਾਬਾ ਜੀ ਭਾਜੀ ਇੱਕ ਮਿੰਟ, ਬਹੁਤ ਵਾਰੀ ਗੁਰਬਾਣੀ ਦੀ ਰਚਨਾ ਉਦੋਂ ਹੋਈ ਹੈ ਜਦੋਂ ਗੁਰੂ ਸਾਹਿਬਾਂ ਨੇ ਹਾਲਾਤ ਵੇਖ ਕੇ ਉਹਦੀ ਫਿਰ ਰਚਨਾ ਕੀਤੀ ਆ। ਜਿੱਦਾਂ ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਜਦੋਂ ਬਾਬਰ ਨੇ ਹਮਲਾ ਕੀਤਾ, ਉਸ ਟਾਈਮ ਦਾ ਵੀ ਹਵਾਲਾ ਆਉਂਦਾ। ਸੋ ਹਾਲਾਤ ਇੱਕ ਮਿੰਟ ਹਾਲਾਤਾਂ ਨੂੰ ਵੇਖ ਕੇ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਕੀਤੀ ਸੀਗੀ ਜੀ। ਇਸ ਕਰਕੇ ਇਹਦੇ ਵਿੱਚ ਕੋਈ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਮਾਤਾ ਜੀ ਦੇ ਕਹਿਣ ਤੇ ਨਹੀਂ ਹੋਇਆ। ਅਰਥ ਠੀਕ ਹੈ, ਆਪਣੇ ਸ਼ਲੋਕ ਹੈ ਤੂੰ ਹੈ ਮੇਰਾ ਮਾਤਾ, ਤੂੰ ਹੈ ਮੇਰਾ ਪਿਤਾ। ਪਰਮਾਤਮਾ ਨੂੰ ਕਿਹਾ ਜੀ, ਉਹਨਾਂ ਦੀ ਗੱਲ ਹੈ, ਉਹਨਾਂ ਦੀ ਅਸੀਸ ਹੈ, ਨਾ ਕਿ ਕਿਸੇ ਹੋਰ ਬੰਦੇ ਦੀ ਅਸੀਸ ਨਹੀਂ ਹੈ ਜੀ। ਨਹੀਂ ਜੀ, ਉਹ ਪਰਮਾਤਮਾ ਨੂੰ ਕਿਹਾ ਗਿਆ ਇਸ ਟਾਈਮ ਤੇ। ਇਹਦਾ ਹੱਲ ਕੱਢ ਲਓ ਤੇ ਸ਼ਬਦ ਕੱਢ ਲਓ, ਤੁਸੀਂ ਸ਼ਬਦ ਕੱਢ ਕੇ ਪੂਰਾ ਸ਼ਬਦ ਪੜ੍ਹ ਲਓ। ਕੋਈ ਗੱਲ ਹੈ, ਇਹਦੇ ਮੁਕਾਬਲੇ ਫਰੀਦਕੋਟ ਵਾਲੇ ਟੀਕੇ ਮੰਗਾਓ ਇੱਥੇ। ਦੇਰ ਲੱਗੂਗੀ ਜੀ, ਦੇਰ ਲੱਗੂ। ਅਗਲੀ ਗੱਲ ਰਵਿੰਦਰ ਸਿੰਘ ਨੂੰ ਲਓ ਜੀ, ਕਿਹਾ ਇੱਕ ਵਾਰੀ ਮਾਨੇ ਭਾਈ ਪਾਰੋ ਜੀ ਨੇ ਕਿਹਾ ਇੱਕ ਵਾਰੀ ਤਾਂ ਚਾਹੁੰਦਾ ਹੈ ਭਾਈ ਪਾਰੋ ਉਹ ਤੋਂ ਸਾਧ ਭਲਾ ਸਿੱਖਾਂ ਵਿੱਚ ਕਈ ਵਾਰੀ ਇਤਿਹਾਸ ਵਿੱਚ ਹੀ ਪੰਕਤੀਆਂ ਹੋਈਆਂ ਨੇ, ਸਿੱਖਾਂ ਦਾ ਵੀ ਸਾਧ ਪਦ ਆਇਆ ਹੈ। ਅੱਛਾ ਫਿਰ ਜੱਲਣ ਬਾਰੇ ਕਿਹਾ ਗੁਸ਼ੇਵੇਂ ਪਾਤਸ਼ਾਹ ਉਹ ਜੱਲਣ ਤੋਂ ਸਾਧ ਮਹਾਨਾ ਕਿਉਂ ਕਿਹਾ? ਇਹ ਤਾਂ ਦੇਖੋ ਹੈ ਕੋਈ ਸਬੂਤ ਰਸੋਤਾ ਜਿਹਦੇ ਆਪਾਂ ਮੁੱਕਰ ਨਹੀਂ ਸਕਦੇ ਨਾ। ਅੱਗੇ ਚਲੋ। ਓਕੇ, ਤੁਸੀਂ ਇੱਕ ਜੀ ਅਨਾਜ ਤੇ ਪਾਣੀ ਵਿੱਚ ਵੀ ਜੀ ਹਨ, ਕੀ ਇਹ ਪਾਪ ਨਹੀਂ ਹੈ ਜੀ? ਇਹ ਤੋਂ ਪਹਿਲਾਂ ਰਹਿ ਗਿਆ। ਓਕੇ ਜੀ, ਆਦਮ ਨੂੰ ਕੱਚਾ ਮਾਸ ਖਾਂਦਾ ਸੀਗਾ। ਓਕੇ ਲਓ ਜੀ, ਆਦਮੀ ਦੇ ਦੰਦਾਂ ਦੀ ਬਣਤਰ ਬਘਿਆੜ ਬਿੱਲੀ। ਆਦਮੀ ਇੱਥੇ ਹਾਂਜੀ, ਆਦਮੀ ਦੇ ਦੰਦਾਂ ਦੀ ਬਣਤਰ ਬਘਿਆੜ ਬਿੱਲੀ ਆਦ ਮਾਸਖੋਰੇ ਜਾਨਵਰਾਂ ਵਰਗੀ ਹੈ। ਇਹ ਤੁਸੀਂ ਕਿਹਾ ਸਰ ਜੀ, ਮੇਰਾ ਸਵਾਲ ਹੈ। ਤੁਸੀਂ ਚੰਗੀ ਤਰ੍ਹਾਂ ਦੇਖਿਆ ਇਹਨਾਂ ਜਾਨਵਰਾਂ ਨੂੰ ਜੀ? ਹਾਂਜੀ। ਉਹਨਾਂ ਦੇ ਦੰਦ ਬੰਦੇ ਵਰਗੇ? ਹਾਂਜੀ। ਉਹਨਾਂ ਨੂੰ ਕਦੇ ਪਾਣੀ ਪੀਂਦਿਆਂ ਦੇਖਿਆ? ਮੈਂ ਕਿ ਸ਼ੇਰ ਦੇ ਕੋਲ ਕਦੇ ਖੜਿਆ ਨਹੀਂ। ਅੱਛਾ ਚਲੋ ਕੋਈ ਨਹੀਂ, ਤੁਸੀਂ ਕੁੱਤੇ ਦੇ ਕੋਲ ਖੜੋ, ਹਾਂਜੀ, ਬਿੱਲੀ ਕੋਲ ਖੜੋ। ਬਿੱਲੀ ਕੋਲ ਤਾਂ ਖੜ ਸਕਦੇ ਹੋ। ਹਾਂਜੀ, ਚਲੋ ਬਿੱਲੀ ਕੋਲ ਖੜ ਜਾਓ ਕਿਤੇ। ਸੇਮ ਸਟਾਈਲ ਹੈ। ਬਿੱਲੀ ਕੋਲ ਖੜ, ਕੋਈ ਸ਼ੇਰ ਕੋਲ ਖੜਨਾ ਦੇਖੋ, ਸ਼ੇਰ ਦਾ ਸ਼ਿਕਾਰ ਕਰਨਾ, ਉਹ ਛੋਟੇ ਜਾਨਵਰ ਮਾਰੇ ਜਾ ਸਕਦੇ, ਬੜੀ ਔਖੀ ਗੱਲ ਹੈ। ਸ਼ੇਰ ਨੂੰ ਕੌਣ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ, ਬੜੀ ਔਖੀ ਗੱਲ। ਤੁਸੀਂ ਇਹ ਦੇਖਿਓ ਜਾਨਵਰਾਂ ਵਿੱਚ ਚਾਰ ਦੇਖੋ ਖਾਣੀਆਂ ਨੂੰ ਮੈਂ ਗੱਲ ਕਰਨੀ ਚਾਹੁੰਦਾ। ਅੰਡਜ, ਜੇਰਜ, ਸੇਤਜ, ਉਤਪਜ। ਠੀਕ ਹੈ ਨਾ? ਸਿੱਖ ਧਰਮ ਦਾ ਸਟਾਪ ਨਹੀਂ ਹੈ। ਕਿਉਂ ਜੀ? ਗੁਰਬਾਣੀ ਲਿਖਿਆ ਇੱਕ ਮਿੰਟ ਜਪਜੀ ਸਾਹਿਬ ਕੇਤੀਆ ਖਾਣੀ ਕੇਤੀਆ ਬਾਣੀ ਕਿਤੇ ਪੱਤ ਨਹੀਂ ਰਹਿੰਦੇ, ਇਹਦਾ ਕੀ ਕਰੋਗੇ ਜੀ? ਇਹ ਤਾਂ ਕਿੰਨੇ ਮੁਲਕ ਨੇ ਜਿਨ੍ਹਾਂ ਵਿੱਚ ਇਹ ਖਾਣੀਆਂ ਨੇ, ਉਹਨਾਂ ਦੀ ਗੱਲ ਹੈ। ਕੇਤੀਆ ਖਾਣੀ ਕੇਤੀਆ ਬਾਣੀ ਕਿਤੇ ਮੁਲਕਾਂ ਦੀ ਗੱਲ ਨਹੀਂ ਹੈ ਜੀ। ਉਹ ਜਿਹੜੀਆਂ ਚਾਰ ਬਾਣੀਆਂ ਖਾਣੀਆਂ ਦੀ ਤੇ ਬਾਣੀਆਂ ਦੀ ਚੱਲ, ਇਹ ਹਿੰਦੂ ਮਤ ਦਾ ਸਟਾਪ ਹੈ। ਜੈ ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ। ਗੁਰੂ ਨਾਨਕ ਸਾਹਿਬ ਆਪਣੀ ਗੱਲ ਕਰਦੇ, ਉਹ ਕਹਿੰਦੇ ਕੇਤੀਆ ਖਾਣੀ ਕੇਤੀਆ ਬਾਣੀ ਕਿਤੇ ਪੱਤ ਨਹੀਂ ਰਹਿੰਦੇ। ਜਪਜੀ ਸਾਹਿਬ ਦੀ ਮੈਂ ਪੰਕਤੀ ਤੁਹਾਨੂੰ ਦੇ ਕੇ, ਜੇ ਤੁਸੀਂ ਇਹ ਕਹੋ ਕਿ ਚਾਰ ਹੀ ਬਾਣੀਆਂ ਚਾਰ ਹੀ ਖਾਣੀਆਂ, ਤਾਂ ਇਹ ਹਿੰਦੂ ਮਤ ਦਾ ਸਵਾਲ। ਚਲੋ ਤੁਸੀਂ ਨਾ ਮੰਨੋ, ਇੱਕ ਮਿੰਟ ਗੱਲ ਸੁਣੋ। ਤੁਸੀਂ ਇਹ ਗੱਲ ਲੈ ਲਓ, ਮਾਨਕੋਟ ਚੋਂ ਕੱਢ ਵੀ ਕਾਇ ਖਾਣੀਆਂ, ਤੂੰ ਇਹਨੇ ਇਹ ਗੱਲ ਕੱਢ। ਉਹਨਾਂ ਨੇ ਉਹੀ ਰੈਫਰੈਂਸ ਦਿੱਤਾ ਹੋਇਆ ਹਿੰਦੂ ਮਤ ਵਾਲਾ, ਇਹਦਾ ਮਤਲਬ ਪਾਕਿਸਤਾਨ ਸੰਘ ਨਾਭਾ ਵੀ ਹਿੰਦੂ ਹੈ ਤੁਹਾਡੀ ਨਜ਼ਰਾਂ 'ਚ। ਉਹਨਾਂ ਨੇ ਇਹ ਜਿਹੜੀ ਥੋਤੋਂ ਵਿਰੋਧ ਜਾਂਦੀ ਗੱਲ, ਉਹ ਤੁਸੀਂ ਮੰਨਣ ਨੂੰ ਤਿਆਰ? ਜਿੱਥੇ ਚਾਰ ਖਾਣੀਆਂ ਦੀ ਗੱਲ ਆਉਂਦੀ, ਉਹਨਾਂ ਨੇ ਚਾਰ ਖਾਣੀਆਂ ਦਾ ਵਰਣਨ ਕੀਤਾ, ਹਿੰਦੂ ਮਤ ਮੰਨਦਾ ਹੈ, ਸਿੱਖ ਧਰਮ ਨਹੀਂ ਮੰਨਦਾ। ਸਰਦਾਰ ਜੀ ਅੱਜ ਸਾਇੰਸ ਇਹ ਮੰਨਦੀ ਹੈ 6 ਤਰੀਕਿਆਂ ਨਾਲ ਜੀਵ ਪੈਦਾ ਹੋ ਰਿਹਾ ਹੈ। ਫਿਰ ਗੁਰੂ ਸਾਹਿਬ ਦੀ ਬਾਣੀ ਆ ਕੇ ਗਲਤ ਹੋ ਗਈ ਇੱਥੇ। ਤੁਸੀਂ ਦੱਸੋ ਕਿਹੜੇ ਬਾਣੀ ਹੈਗੇ ਉਹ? ਦੂਜੇ 6 ਤਰੀਕੇ ਗੁਰਬਾਣੀ 'ਚ ਹੈਗੇ?
ਨਹੀਂ ਗੁਰਬਾਣੀ ਦਾ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਇਹ ਬਾਣੀ ਤੇ ਕਿੰਤੂ ਹੈ ਤੁਹਾਡਾ ਸਿੱਧਾ ਬਾਣੀ ਤੇ ਕਿੰਤੂ ਨਹੀਂ, ਮੈਂ ਤੁਹਾਨੂੰ ਇਹ ਕਹਿਣਾ ਹੈ ਜੀ ਕਿਹੜੇ ਆ ਜੀ ਦੂਜੇ ਦੋ ਕਿਹੜੇ ਆ ਜੀ ਤੁਸੀਂ ਜੇ ਤੁਹਾਨੂੰ ਚਾਹੀਦਾ ਹੋਇਆ ਨਾਮ ਮੈਂ ਲਿਖ ਕੇ ਲੈ ਦੂੰਗਾ। ਨਹੀਂ ਜੀ ਹੁਣ ਦੱਸੋ ਨਾ ਜੀ, ਇੱਕ ਖੜਾ ਕਰਕੇ ਸਵਾਲ ਬਾਅਦ ਚ ਕਹਿ ਦੇਣਾ ਮੈਂ ਦੱਸੂਗਾ। ਇਹ ਸਾਇੰਸ ਦੇ ਨਾਂ ਹੈ, ਮੈਨੂੰ ਜ਼ੁਬਾਨੀ ਨਹੀਂ ਯਾਦ 6 ਮੈਂ ਤੁਹਾਨੂੰ ਨੈਕਸਟ ਟਾਈਮ ਆਪਾਂ ਨਹੀਂ ਫਿਰ ਤੁਸੀਂ ਕਹਿਣਾ ਨਹੀਂ ਸੀ ਮੈਂ ਅਖਬਾਰ ਵੀ ਲੈ ਕੇ ਪਾਉਂਗਾ। ਮੈਂ ਅਖਬਾਰ ਦੇਖੋ ਮੇਰੇ ਕੋਲ ਅੱਜ ਹੀ ਟਾਈਮ ਹੈ, ਗੱਲ ਅੱਜ ਨਹੀਂ ਬਣਨੀ ਹੈ। ਗੱਲ ਸਰਦਾਰ ਸਾਹਿਬ ਗੱਲ ਇਹ ਹੈ ਵੀ ਜੇ ਤੁਹਾਡੇ ਯਾਦ ਨਹੀਂ ਸੀ ਤੁਸੀਂ ਗੱਲ ਹੀ ਨਹੀਂ ਸੀ ਕਰਨੀ। ਮੈਨੂੰ ਪਤਾ ਹੈਗਾ ਇਸ ਗੱਲ ਦਾ, ਮੈਂ ਪੜ੍ਹ ਨਹੀਂ ਤੁਹਾਡੇ ਪਤੇ ਨੂੰ ਨਹੀਂ ਅਸੀਂ ਕੋਈ ਵੀ ਅਸੀਂ ਚਾਹੁੰਦੇ ਹਾਂ ਜਿਹੜੀ ਗੱਲ ਤੁਸੀਂ ਕਰਦੇ ਹੋ ਅੱਗੇ ਸਬੂਤਾਂ ਦੇ ਆਧਾਰ ਅੱਗੇ ਜਿਹੜੀ ਮੈਂ ਗੁਰੂ ਨਾਨਕ ਸਾਹਿਬ ਆਪਣੀਆਂ ਖਾਣੀਆਂ ਆਪਣੀ ਮਤ ਦੀ ਗੱਲ ਕਰਦੇ ਹੋ, ਕਿਤੀਆਂ ਖਾਣੀ ਕੇਤੀਆਂ ਬਾਣੀ ਕਿਤੇ ਪਾਤ ਨੇ। ਚਲੋ ਇਹਦਾ ਮੈਨੂੰ ਦੱਸੋ ਕਿੰਨੀਆਂ ਬਾਣੀਆਂ ਦੀ ਗੱਲ, ਕਿੰਨੀਆਂ ਖਾਣ ਦੀ ਗੱਲ? ਤੁਸੀਂ 10 ਬਾਣੀਆਂ ਖਾਣੀਆਂ ਮੰਨ ਲਓ ਮੇਰੇ ਨਾਲ, ਇਹਦਾ ਗੱਲ ਦਾ ਕੋਈ ਤਲਕ ਨਹੀਂ। ਮੈਂ ਤਾਂ ਉਹ ਮੈਨੂੰ ਜਿਹੜੇ ਗੁਰਬਾਣੀ ਦੇ ਵਿੱਚ ਨਾ ਇਹ ਜਪਜੀ ਸਾਹਿਬ ਦੀ ਪੰਕਤੀ ਨਹੀਂ ਹੈ, ਤੁਸੀਂ ਇਹ ਜਪਜੀ ਸਾਹਿਬ ਦੀ ਪੰਕਤੀ ਹੈ। ਬਾਣੀ ਕੇਤੀਆਂ ਖਾਣੀ ਕੇਤੀਆਂ ਬਾਣੀ ਕਿਤੇ ਪਾਤ ਨੇ। ਗੁਰੂ ਨਾਨਕ ਸਾਹਿਬ ਸਵਾਏ ਇੱਕ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਧਰੇ ਗਿਣਤੀ ਫਿਕਸ ਨਹੀਂ ਕਰਦੇ, ਕਿਉਂਕਿ ਗਿਣਤੀ ਵੱਧ ਵੱਧ ਹੋ ਸਕਦੀ ਹੈ ਸਮੇਂ ਮੁਤਾਬਕ। ਅੱਜ ਦੇਖੋ ਮੈਂ ਤੁਹਾਨੂੰ ਜੇ ਤੁਸੀਂ 84 ਲੱਖ ਜੂਨਾਂ ਦੀ ਗੱਲ ਕਰੋ ਸਰਦਾਰ ਜੀ ਇੱਕ ਮਿੰਟ ਜੀ, ਜਿਹੜੇ 4 ਤਰੀਕੇ ਦੱਸੇ ਗਏ ਹਨ ਉਹ ਗੁਰੂ ਮਹਾਰਾਜ ਦੇ ਅਨੁਸਾਰ ਉਹ 4 ਤਰੀਕੇ ਹਨ। ਗੁਰੂ ਮਹਾਰਾਜ ਇੱਕ ਮਿੰਟ ਮਤ ਦਾ ਰੈਫਰੈਂਸ ਦਿੰਦੇ ਕਰਦੇ ਆ, ਆਪਣਾ ਮਤ ਹੈ ਕਿਤੇ ਖਾਣੀ ਕਿਤੇ ਬਾਣੀ। ਮੈਂ ਤੁਹਾਨੂੰ ਦੱਸਦਾ ਜੀ 4 ਤਰੀਕੇ ਉਹਨਾਂ ਨੇ ਦੱਸੇ ਆ। ਹੁਣ ਇੱਕ ਤਰੀਕੇ ਨਾਲ ਕਿੰਨੇ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਆ? ਕੇਤੀਆਂ ਬਾਣੀ ਕੇਤੀਆਂ ਖਾਣੀ, ਜੇਰਿਜ ਦੇ ਨਾਲ ਬੰਦਾ ਵੀ ਪੈਦਾ ਹੁੰਦਾ, ਜੇਰਿਜ ਦੇ ਨਾਲ ਕੁੱਤਾ ਵੀ ਪੈਦਾ ਹੁੰਦਾ ਵਾ, ਜੇਰਿਜ ਦੇ ਨਾਲ ਬਿੱਲੀ ਵੀ ਪੈਦਾ ਹੁੰਦੀ ਆ, ਜੇਰਿਜ ਦੇ ਨਾਲ ਇੱਕ ਕਬੂਤਰ ਆਂਡੇ ਤੋਂ ਪੈਦਾ ਹੁੰਦਾ ਵਾ ਜੀ। ਇਸ ਕਰਕੇ ਉਹ ਜੂਨਾਂ ਦੀ ਗੱਲ ਹੈ ਜੀ, ਇਹ ਕੇਤੀਆਂ ਨਹੀਂ ਤੁਹਾਡਾ ਗੁਰਦਮ ਸਿੰਘ ਇੱਕ ਮਿੰਟ। ਹਾਂਜੀ ਗੁਰੂ ਨਾਨਕ ਸਾਹਿਬ ਨੇ ਇੱਕ ਜਗ੍ਹਾ ਕਿਹਾ ਕੇਤੇ ਇੰਦ ਚੰਦ ਸੂਰ ਕੇਤੇ ਮੰਨਦੇ ਹੋ? ਹਾਂਜੀ। ਅੱਛਾ, ਇੱਕ ਪਾਸੇ ਕਹਿੰਦੇ ਸੂਰਜ ਏਕੋ, ਕੀ ਫਰਕ ਹੈ ਗੁਰਬਾਣੀ ਚ? ਕੀ ਗੱਲ ਹੈ ਇਹ ਦੋ ਡਿਫਰੈਂਟ ਗੱਲਾਂ ਕਰ ਰਹੇ ਆ। ਉਹ ਕਹਿੰਦੇ ਆ ਸਾਨੂੰ ਦਿਸਦਾ ਸੂਰਜ ਇੱਕੋ ਹੈ, ਰੁੱਤਾਂ ਅਨੇਕ ਹੈ, ਬਸ ਇਸੇ ਗਿਣਤੀ ਫਿਕਸ ਨਹੀਂ ਕਰਦੇ ਕਿ ਸੂਰਜ ਇੱਕੋ ਹੀ। ਜਿੱਥੇ ਕੇਤੀਆਂ ਖਾਣੀ ਉੱਥੇ ਵੀ ਇਹ ਗੱਲ ਇਸੇ ਤਰ੍ਹਾਂ ਦੀ ਹੈ, ਅਲੱਗ-ਅਲੱਗ ਥਾਂ ਤੇ ਅਲੱਗ। ਸਰਦਾਰ ਜੀ ਮੇਰੀ ਗੱਲ ਸੁਣੋ, ਜਿਸ ਟਾਈਮ ਤੇ ਸਾਰੀ ਪ੍ਰਵਿਰਤੀ ਦੀ ਗੱਲ ਕੀਤੀ ਗਈ ਆ ਉਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਸੂਰਜਾਂ ਦੀ ਗੱਲ ਕੀਤੀ ਆ। ਜਦੋਂ ਉਹਨਾਂ ਨੇ ਧਰਤੀ ਬਾਰੇ ਗੱਲ ਕੀਤੀ ਜਾਂ ਰੁੱਤਾਂ ਬਾਰੇ ਇੱਥੋਂ ਦੀ ਗੱਲ, ਉੱਥੇ ਇੱਕੋ ਸੂਰਜ ਦੀ ਗੱਲ ਆ ਜੀ। ਸਰਦਾਰ ਜੀ ਕਿਉਂ ਤੁਸੀਂ ਧਰਤੀ 'ਚ ਆਪਣੇ ਆਪ ਦੀ ਪੈਦਾ ਹੋ ਰਹੇ ਹੋ ਜਦੋਂ ਉਹਨਾਂ ਨੇ ਸਾਰੀ ਪ੍ਰਕਿਰਤੀ ਦੀ ਸਾਰੀ ਸਪੇਸ ਦੀ ਗੱਲ ਕੀਤੀ ਹੈ? ਇਸ ਵੇਲੇ ਸਾਇੰਸ ਸਿੱਧ ਕਰ ਰਹੀ ਹੈ ਨਾ ਬਹੁਤ ਸਾਰੇ ਸੂਰਜ ਹਨ। ਇਹੋ ਹੀ ਤਾਂ ਗੱਲ ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਝੂਠੇ ਨਹੀਂ ਹੋ ਸਕਦੇ। ਨਹੀਂ ਜੀ, ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇੱਕ ਸੂਰਜ ਦੀ ਗੱਲ ਕੀਤੀ ਹੈ ਜਿਹਦੇ ਨਾਲ ਸਾਰੀ ਪ੍ਰਕਿਰਤੀ ਦੇ ਵਿੱਚ ਤਬਦੀਲੀ ਬ੍ਰਹਮੰਡ 'ਚ ਇੱਕ ਸੂਰਜ ਹੈ। ਓਕੇ ਜੀ, ਲਓ ਜੀ, ਨਹੀਂ ਇਹਦੀ ਗੱਲ ਰਹੇਗੀ ਜੀ। ਮੇਰੀ ਗੱਲ ਅਧੂਰੀ ਪਈ ਹੈ। ਤੁਸੀਂ ਸਰਦਾਰ ਸਾਹਿਬ ਉਹਨਾਂ ਨੂੰ ਨੇੜੇ ਹੋ ਕੇ ਕਦੇ ਪਾਣੀ ਪੀਂਦੇ ਦੇਖਿਆ? ਮੈਂ ਸ਼ੇਰ ਨੂੰ ਨਹੀਂ ਵੇਖਿਆ। ਅੱਛਾ, ਨਹੀਂ ਸ਼ੇਰ ਦੇ ਬਿੱਲੀ ਨੂੰ, ਸ਼ੇਰ ਨੂੰ ਤਾਂ ਦੇਖ ਹੀ ਨਹੀਂ ਸਕਦੇ ਤੁਸੀਂ, ਕੋਲ ਨਾ ਦੇਖਣ ਦਿੰਦਾ ਉਹ ਆਪਣੇ ਆਪ ਨੂੰ। ਤੁਸੀਂ ਬਿੱਲੀ ਨੂੰ ਦੇਖਿਆ? ਹਾਂਜੀ ਦੇਖਿਆ। ਬਿੱਲੀ ਪਾਣੀ ਇਹਦੇ 'ਚ ਜਿਹੜੀ ਜੇਰ ਤੋਂ ਪੈਦਾ ਹੋਣ ਵਾਲੀ ਜੂਨ ਹੈ ਜਿਹਦੇ 'ਚ ਅਸੀਂ ਵੀ ਆਉਂਦੇ ਤੇ ਬਿੱਲੀ ਵੀ ਆਉਂਦੀ ਹੈ, ਹਾਂਜੀ, ਜਿਹਦੇ 'ਚ ਬਘਿਆੜ ਵੀ ਆਉਂਦਾ ਸ਼ੇਰ ਵੀ ਆਉਂਦਾ ਜੀ। ਸ਼ਾਕਾਹਾਰੀ ਤੇ ਮਾਸਾਹਾਰੀਆਂ 'ਚ ਪਾਣੀ ਪੀਣ ਦਾ ਦੁੱਧ ਪੀਣ ਦਾ ਅੰਤਰ ਹੈ। ਉਹ ਡਿੱਕ ਲਾ ਕੇ ਪੀਂਦੇ ਨੇ ਤੇ ਉਹ ਜਿਵੇਂ ਨਲਕੇ ਦੀ ਬੋਕੀ ਪਾਣੀ ਐਂ ਚੱਕਦੀ ਹੈ ਉੱਕਣ ਜਾ। ਤੁਸੀਂ ਦੱਸੋ ਪਾਣੀ ਕਿਵੇਂ ਪੀਂਦੇ ਹੋ? ਮੈਂ ਤੁਹਾਨੂੰ ਦੱਸਾਂ ਵੀ ਤੁਸੀਂ ਸ਼ਾਕਾਹਾਰੀ ਹੋ ਕਿ ਮਾਸਾਹਾਰੀ? ਅਸੀਂ ਪਾਣੀ ਗਲਾਸ 'ਚ ਪਾ ਕੇ ਢੀਕ ਲਾ ਕੇ ਪੀਂਦੇ। ਢੀਕ ਲਾ ਕੇ ਪੀਂਦੇ, ਫਿਰ ਤੁਹਾਡੀ ਸ਼ਾਕਾਹਾਰੀ ਦੀ ਗਿਣਤੀ ਤੁਹਾਡੀ ਮਾਸਾਹਾਰੀ ਦੀ ਹੈ। ਮੈਨੂੰ ਇੱਕ ਮਿੰਟ। ਹਾਂਜੀ ਕਰੋ ਜੀ। ਜਿਹੜੇ ਸ਼ਾਕਾਹਾਰੀ ਹੈ, ਘਾਹ ਖਾਣ ਵਾਲੇ, ਸਬਜ਼ੀਆਂ ਖਾਣ ਵਾਲੇ, ਹਾਂਜੀ, ਉਹਨਾਂ ਦੇ ਪੇਟ 'ਚ 2 ਚੈਂਬਰ ਹੁੰਦੇ ਆ। ਸਰਦਾਰ ਜੀ ਮੈਂ ਸਿੱਧੀ ਜੀ ਗੱਲ ਆ, ਮੇਰੇ ਦੰਦੀ ਵੱਢ ਤੇ ਦੂਜਾ ਨਹੀਂ ਵੱਢ ਦਿਓ ਜੀ, ਜਿਹੜਾ ਮੇਰੇ ਜ਼ਿਆਦਾ ਨੁਕਸਾਨ ਕਰੂਗਾ ਮੈਂ ਸਮਝੂਗਾ। ਉਹਨਾਂ ਦੇ 2 ਪੇਟ ਦੇ ਵਿੱਚ 2 ਚੈਂਬਰ ਹੁੰਦੇ ਆ। ਸਾਰੇ ਜਿੰਨੇ ਸੁਰ ਉੱਤੇ ਆ ਦਰਸ਼ਕ ਸਾਰੇ ਜਾਣਦੇ ਆ, ਸਾਰੇ ਦੇ ਘਰੇ ਗਾਂ ਮੱਝ ਖੋਤਾ ਕੋੜਾ ਹੁੰਦਾ। ਇਹ ਪਹਿਲਾਂ ਖਾਂਦੇ ਆ ਤੇ ਬਾਅਦ ਚ ਉਸੇ ਚੀਜ਼ ਨੂੰ ਕੱਢ ਕੇ ਉਗਾਲੀ ਕਰਕੇ ਫਿਰ ਅੰਦਰ ਲੈ ਕੇ ਜਾਂਦੇ ਆ। ਇਹ ਬਿੱਲੀ ਕਿਸ ਤਰ੍ਹਾਂ ਕਰਦੀ ਆ? ਕੀ ਸਰਦਾਰ ਜੀ ਅਸੀਂ ਇਦਾਂ ਕਰਦੇ ਰੋਟੀ ਨਾਲ? ਕਿਸ ਤਰ੍ਹਾਂ? ਜਿੱਦਾਂ ਘਾਹ ਖਾਣ ਵਾਲੇ, ਵੈਜੀਟੇਬਲ ਖਾਣ ਵਾਲੇ, ਸਬਜ਼ੀਆਂ ਖਾਣ ਵਾਲੇ, ਜਾਂ ਜਿਹੜੇ ਮਾਸਾਹਾਰੀ ਨਹੀਂ ਹੈ ਘਾਹ ਖਾਣ ਵਾਲੇ, ਉਹ ਇਸ ਤਰ੍ਹਾਂ ਉਗਾਲੀ ਕਰਦੇ ਆ। ਕੀ ਬੰਦਾ ਵੀ ਇਦਾਂ ਕਰਦਾ? ਨਹੀਂ, ਬੰਦਾ ਇਸ ਤਰ੍ਹਾਂ ਕਿਉਂ ਕਰੂਗਾ? ਫਿਰ ਉਹ ਮਾਸਾਹਾਰੀ ਨੇ। ਕੌਣ? ਜਿਹੜੇ ਸ਼ਾਕਾਹਾਰੀ? ਮੈਂ ਕੋੜਾ ਹੀ ਕਰਦਾ ਜੀ। ਕੋੜਾ ਕੀ ਕਰਦਾ ਹੈ? ਕੋੜਾ ਕਰਦਾ ਗਾਲੀ। ਕੋੜਾ ਗਾਲੀ ਕਰਦਾ, ਉਹਨੂੰ ਕੀ ਕਹੋਗੇ? ਕੋੜਾ ਗਾਲੀ ਕਰਦਾ, ਉਹ ਘਾਹ ਕਿਵੇਂ ਕਰਦਾ ਕੋੜੀਆਂ ਗਾਲੀ? ਮੈਨੂੰ ਦੱਸੋ, ਤੁਸੀਂ ਦੇਖਿਆ ਕਦੇ ਕਰਦਾ? ਮੈਂ ਕੋੜਾ ਰੱਖਿਆ ਨਹੀਂ। ਮੈਂ ਅੱਛਾ, ਇਸ ਤੋਂ ਅੱਗੇ ਚਲੋ ਜੀ। ਮੈਂ ਪੰਜਾਬ ਜਦੋਂ ਕੋੜਾ ਰੱਖ ਲਓਗੇ ਫਿਰ ਇਹ ਗੱਲ ਅੱਗੇ ਕਰਦਾ। ਅੱਛਾ ਜੀ। ਹਾਂ, ਜਿਹੜਾ ਉਹ ਨਹੀਂ ਕਰਦਾ ਇਸ ਤਰ੍ਹਾਂ। ਹਾਂਜੀ, ਆਦ ਮਨੁੱਖ ਕੱਚਾ ਮਾਸ ਖਾਂਦਾ ਸੀ। ਇਹਦੇ ਤੁਹਾਡੇ ਕੋਲ ਕੀ ਸਬੂਤ ਹੈ? ਤੁਹਾਡਾ ਪ੍ਰਸ਼ਨ ਪਹਿਲਾਂ ਆਪਾਂ ਇਹ ਪੁੱਛ ਲਿਆ। ਹਾਂ, ਮੇਰਾ ਪ੍ਰਸ਼ਨ। ਅੱਛਾ ਜੀ, ਤੁਹਾਡੇ ਕੋਲ ਇਹਦਾ ਕੀ ਸਬੂਤ ਹੈ ਵੀ ਕੱਚਾ ਮਾਸ ਖਾਂਦਾ ਸੀ? ਮੈਂ ਤੁਹਾਨੂੰ ਇਹਦੇ ਨਾਲ ਇੱਕ ਸਵਾਲ ਪਾਉਣਾ ਜੀ। ਤੁਸੀਂ ਮੈਨੂੰ ਇਹ ਦੱਸੋ, ਅੱਗ ਦੀ ਕਾਢ ਕਦੋਂ ਨਿਕਲੀ ਇਸ ਦੁਨੀਆ 'ਚ? ਦੇਖੋ, ਇਹ ਇਹਦੇ ਨਾਲ ਸੰਬੰਧਿਤ ਨਹੀਂ ਹੈ। ਇਸੇ ਨਾਲ ਹੀ ਸੰਬੰਧਿਤ ਹੈ। ਨਹੀਂ, ਜੇ ਅੱਗ ਨਹੀਂ ਸੀ ਸਾਡੇ ਕੋਲੇ ਤਾਂ ਅਸੀਂ ਖਾਣਾ ਪਕਾਉਂਦੇ ਹੀ ਨਹੀਂ ਸੀ।
ਠੀਕ ਹੈ, ਤੁਹਾਡਾ ਇਹ ਅਨੁਮਾਨ ਹੈ, ਇਹਨੂੰ ਕਹਿੰਦੇ ਅਨੁਮਾਨ ਨਹੀਂ ਜੀ, ਇਹ ਸਾਇੰਸ ਸਿੱਧ ਕਰਦੀ ਹੈ ਕਿ ਅੱਗ ਨਹੀਂ ਸੀ ਤੇ ਖਾਣਾ ਪਕਾਇਆ ਨਹੀਂ ਜਾਂਦਾ ਸੀ। ਚਲੋ ਆਪਾਂ ਧਾਰਮਿਕ ਬੰਦੇ ਆ, ਸਾਇੰਸਦਾਨ ਨਹੀਂ ਇੱਥੇ ਇਕੱਠੇ ਹੋਏ ਨੇ, ਅਸੀਂ ਧਰਮ ਦੀ ਗੱਲ ਕਰਦੇ ਹਾਂ, ਸਾਡੇ ਸਰੋਤੇ ਧਰਮ ਦੀ ਗੱਲ ਸੁਣ ਰਹੇ ਨੇ। ਧਰਮ ਤੇ ਸਾਇੰਸ ਅਲੱਗ-ਅਲੱਗ ਨਹੀਂ ਹੈ ਜੀ। ਚਲੋ ਇਹ ਤੁਹਾਡਾ ਵਿਸ਼ਵਾਸ ਹੋ ਸਕਦਾ ਹੈ। ਹੁਣ ਬਾਤ ਇਹ ਆ ਭਾਈ ਗੁਰਦਾਸ ਦੀ ਘਟੀ ਪਈ, ਮੈਂ ਦੇ ਭਾਈ ਗੁਰਦਾਸ, ਇੱਕ ਮਿੰਟ ਜੀ ਪੰਮ ਸਾਹਿਬ, ਭਾਈ ਗੁਰਦਾਸ ਆਦਿ ਕਾਲ ਦੀ ਮਨੁੱਖ ਦੀ ਗੱਲ ਕਰਦੇ। ਮੈਂ ਤੁਹਾਨੂੰ ਪੰਕਤੀ ਸਰੋਤਿਆਂ ਨੂੰ ਦਿਖਾਉਣਾ ਚਾਹੁੰਦਾ ਤੇ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ। ਸੁਣਾਓ। ਹਾਂਜੀ ਲਿਓ ਜੀ, ਆ ਲਓ ਜੀ। ਉਹ ਕਹਿੰਦੇ ਆ ਵੀ ਆਦਿ ਕਾਲ ਦਾ ਮਨੁੱਖ ਸਤਯੁਗ ਦੀ ਬਾਤ ਕਰਦੇ ਆ। ਕਰਨ ਤਪੱਸਿਆ ਵਨ ਵੇਖੇ ਬਸਤ ਗੁਜ਼ਾਰਨ ਪਿੰਨੀ ਸਾਗੇ। ਉਹ ਕੀ ਕਰਦੇ ਸੀ, ਕੱਚਾ ਜਿਹੜਾ ਅੰਨ ਜਿਸ ਤਰ੍ਹਾਂ ਦਾ ਵੀ ਪੈਦਾ ਹੁੰਦਾ ਹੈ, ਤੇ ਇੱਕ ਤਵਾਰੀ ਗੁਰੂ ਖਾਲਸਾ ਪੜ੍ਹ ਕੇ ਦੇਖ ਲਓ, ਉਹਦੇ ਚ ਵੇਖ ਲਿਖਿਆ ਲੱਖ ਵਰਿਆਂ ਦੀ ਆਰਜਾ ਕੋਠੇ ਕੋਟਨਾ ਮੰਦਰ ਸਾਜੇ। ਇਹ ਜਿਹੜੀ ਹੈ ਇਹਦੇ ਚ ਦਿਖਿਆ ਵੀ ਉਹ ਕਰਨ ਤਪੱਸਿਆ ਬਨ ਵਿਖੇ ਵਕਤ ਕਿਵੇਂ ਗੁਜ਼ਾਰਦੇ ਸੀ, ਪਿੰਨੀ ਸਾਗੇ। ਇਹ ਵੀ ਲਿਖਿਆ ਵੀ ਕੱਚਾ ਮਾਸ ਖਾਣਾ। ਹਾਂਜੀ ਪਾ ਲਗਾ ਦੋ ਯਾਰ, ਅੱਥੀ ਨਹੀਂ ਪੰਗ ਕੰਦ ਮੂਲ ਜਾਂ ਸਾਗ, ਬਸ ਆ ਲਿਖਿਆ। ਇਹ ਦਿਖਾ ਸਰੋਤਿਆਂ ਨੂੰ ਦਿਖਾ ਦਿਓ, ਪੱਤੇ ਜੀ, ਸਰੋਤਿਆਂ ਨੂੰ ਦਿਖਾ ਦਿਓ ਬੜਾ। ਓਕੇ ਜੀ, ਇੱਕ ਆ ਜੀ ਅੱਗੇ ਪੜ ਦਿਓ ਜੀ। ਇੱਕ ਬਿਨਸਾ ਕਿ ਅਸਰ ਇੱਕ ਬਿਨਸਾ ਇੱਕ ਅਸਤਰ ਸਾਜੇ। ਗੱਲ ਗੱਲ ਇਹ ਹੈ ਭਾਈ ਗੁਰਦਾਸ ਜੀ ਦਾ ਜਿਹੜਾ ਆਪਣਾ ਇਹ ਸਿਧਾਂਤ ਚੰਗੀ ਹੈ। ਨਹੀਂ ਨਾ ਲੱਗੀ ਤੁਹਾਨੂੰ ਉਸ ਵਕਤ? ਇੱਕ ਬਿਨਸਾ ਅਸਰ ਸਾਜੀ ਇਹ ਨਹੀਂ ਨਾ ਗੱਲ ਹੈਗੀ, ਜਿਹੜੀ ਗੱਲ ਇਹ ਭਾਈ ਗੁਰਦਾਸ ਨੂੰ ਤਾਂ ਮੰਨਣਾ ਪਏਗਾ। ਭਾਈ ਗੁਰਦਾਸ ਨੂੰ ਮੈਂ ਮੰਨਦਾ, ਉਹਨਾਂ ਦਾ ਆਪਣਾ ਵਿਚਾਰ ਪਰ ਉਹਨਾਂ ਦੀ ਲੈਂਥ ਨੂੰ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਤੁਸੀਂ ਹੁਣ ਘੁਮਾ ਰਹੇ ਆ। ਨਹੀਂ ਘੁਮਾਉਂਦਾ ਨਹੀਂ, ਤੁਸੀਂ ਜ਼ਾਦੀ ਘੁਮਾ ਰਹੇ ਆ। ਤੁਸੀਂ ਹੁਣ